ਆਉਂਦੀਆਂ ਨੇ ਯਾਦਾਂ ਰਹਿਣ ਗੂੰਜਦੀਆਂ ਆਵਾਜ਼ਾਂ, ਆਉਂਦੀਆਂ ਨੇ ਯਾਦਾਂ ਰਹਿਣ ਗੂੰਜਦੀਆਂ ਆਵਾਜ਼ਾਂ। ਲੰਮੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀਏ, ਲੰਮੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀਏ, ਹੋ ਮੁੜਦੇ ਕਦੇ ਨੀ ਜਿਹੜੇ ਗਏ ਜਿੰਦੇ ਮੇਰੀ, ਹੋ ਮੁੜਦੇ ਕਦੇ ਨੀ ਜਿਹੜੇ ਗਏ ਜਿੰਦੇ ਮੇਰੀ। ਅੱਜ ਜਦੋਂ ਕਿਤੇ ਜਾਈਦਾ, ਕਿਤੇ ਵੀ ਔਨ ਸਟੇਜ ਹੋਈਏ, ਆਫ ਸਟੇਜ ਹੋਈਏ, ਕਿਸੇ ਦੇ ਨਾਲ ਬੈਠਦੇ ਹਾਂ, ਕੋਈ ਇੰਟਰਵਿਊ 'ਚ ਹੋਈਦਾ ਜਾਂ ਵੈਸੇ ਕਿਤੇ ਮਹਿਫਿਲ 'ਚ ਬੈਠੀਦਾ, ਜਦੋਂ ਉਹਨਾਂ ਗੱਲਾਂ ਨੂੰ ਯਾਦ ਕਰੀਦਾ ਫਿਰ ਪਛਤਾਵਾ ਹੁੰਦਾ ਕਿ ਯਾਰ ਕਾਸ਼ ਕਿਤੇ ਯਾਰ ਉਸ ਵੇਲੇ ਕਾਸ਼ ਸਮਝ ਲਈ ਹੁੰਦੀ ਉਹ ਗੱਲ ਤੇ ਅੱਜ ਉਹ ਸਾਡੇ ਕੋਲ ਹੁੰਦੇ। ਤੇ ਪਛਤਾਵਾ ਤਾਂ ਹੁੰਦਾ, ਪਰ ਕੀ ਕਰੀਏ ਹੁਣ, ਬੰਦਾ ਬੰਦੇ ਨਾਲ ਲੜ ਸਕਦਾ, ਰੱਬ ਨਾਲ ਕੀ ਲੜੇਗਾ ਬੰਦਾ। ਆ ਸਾਬਰਕੋਟੀ ਹੈ ਨਾ, ਇਹਦੀ ਕਦਰ ਤਾਂ ਪੈਂਦੀ ਹੈ ਜੇ ਇਹਨੂੰ ਚਾਹੁਣ ਵਾਲੇ ਲੋਕ ਨੇ। ਤੇ ਹੁਣ ਮੈਨੂੰ ਇਸ ਤੋਂ ਬਾਅਦ ਕੋਈ ਗੱਲ ਨਾ ਕਰੀ ਬੇਟਾ, ਮੈਨੂੰ ਜਾ ਲੈਣ ਦੇ, ਕਿਉਂਕਿ ਤੂੰ ਉਸੇ ਗੱਲ ਤੇ ਅੜਿਆ ਰਹੇਗਾ। ਲੇਕਿਨ ਮੇਰੀ ਗੱਲ ਪਹਿਲਾਂ ਸੁਣ ਲਈ, ਫਿਰ ਮੇਰੀ ਗੱਲ ਟੋਕੀ। ਮੈਂ ਕਿਹਾ ਅੱਛਾ ਜੀ। ਮੈਨੂੰ ਕਹਿੰਦੇ ਤੈਨੂੰ ਪਤਾ ਕਿ ਕਿੰਨੇ ਸਾਰੇ ਲੋਕ ਉੱਥੇ ਆਏ ਹੋਣੇ ਸਿਰਫ ਸਾਬਰਕੋਟੀ ਨੂੰ ਸੁਣਨ ਵਾਸਤੇ, ਦੇਖਣ ਵਾਸਤੇ। ਬੇਟਾ ਜੇ ਮੈਂ ਨਹੀਂ ਗਿਆ ਉਹਨਾਂ ਦਾ ਦਿਲ ਟੁੱਟ ਜਾਣਾ। ਇਹ ਅੱਗ ਲਾਇਆ ਹੀ ਸੜਨੀ ਸੀ, ਤੇਰੇ ਖਤਾਂ ਨਾਲ ਸੜ ਜਾਣੀ ਸੀ। ਜੇ ਪਾਣੀਆਂ ਦੇ ਵਿੱਚ ਹੜਨੀ ਸੀ, ਤੇਰੀ ਫੋਟੋ ਨਾਲ ਹੜ ਜਾਣੀ ਸੀ। ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ ਹੈ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ। ਘਰ ਦੇ ਵਿੱਚ ਮੇਲਾ ਲੱਗਿਆ ਰਹਿੰਦਾ ਸੀਗਾ। ਦੁਪਹਿਰ ਸਵੇਰ ਤੋਂ ਲੈ ਕੇ ਅਗਲੇ ਦਿਨ ਸਵੇਰੇ 5 ਵਜੇ ਤੱਕ ਇੰਨੇ ਲੋਕ ਹੁੰਦੇ ਸੀਗੇ। ਕੋਈ ਅੰਮ੍ਰਿਤਸਰੋਂ ਆ ਗਿਆ, ਕੋਈ ਦਿੱਲੀੋਂ ਆ ਗਿਆ, ਕੋਈ ਗੁਰਦਾਸਪੁਰ ਤੋਂ ਆ ਗਿਆ। ਡੈਡੀ ਇੰਟਰੋਡਿਊਸ ਕਰਾਉਂਦੇ ਸੀ, ਬੇਟਾ ਇਹ ਤੇਰਾ ਮੇਰਾ ਯਾਰ ਹੈ, ਤੇਰਾ ਚਾਚਾ ਲੱਗਦਾ ਹੈ, ਇਹ ਤੇਰਾ ਤਾਇਆ ਲੱਗਦਾ ਹੈ। ਲੇਕਿਨ ਜਦੋਂ ਬਿਮਾਰ ਹੋਏ, ਉਹ ਸਾਰਾ ਦਿਨ ਬੈਠ ਕੇ ਮੋਨੀਟਰ ਵੱਲ ਦੇਖਦੇ ਰਹਿੰਦੇ ਸੀਗੇ, CCTV ਵੱਲ, ਕਿ ਯਾਰ ਅੱਜ ਮੈਂ ਘਰ ਬੈਠਾ, ਮੇਰਾ ਕੋਈ ਤਾਂ ਮੇਰਾ ਪਤਾ ਲੈਣ ਆਏਗਾ। ਔਰ ਇਸ ਚੀਜ਼ ਦਾ ਸਭ ਤੋਂ ਜ਼ਿਆਦਾ ਮੈਂ ਸਮਝਦਾ ਇਫੈਕਟ ਜਿਹੜਾ ਉਹਨਾਂ ਨੂੰ ਇਸ ਚੀਜ਼ ਦਾ ਸੀਗਾ ਕਿ ਯਾਰ ਅੱਜ ਮੈਂ ਬਿਮਾਰ ਹੋ ਗਿਆ, ਅੱਜ ਮੈਂ ਘਰ ਆ ਗਿਆ, ਅੱਜ ਯਾਰ ਮੇਰੀ ਵੈਲਿਊ ਜ਼ੀਰੋ ਹੀ ਹੋ ਗਈ ਹੈ ਯਾਰ, ਪਤਾ ਨਹੀਂ ਲੱਗਾ। ਮੈਂ ਤਾਂ ਹੁਣ ਵੀ ਕਿਤੇ ਸਟੇਜ 'ਤੇ ਜਾਵਾਂ ਪਰਫੋਰਮ ਕਰਨ, ਜਦੋਂ ਉਹਨਾਂ ਦਾ ਜ਼ਿਕਰ ਹੁੰਦਾ ਕਿਤੇ ਵੀ, ਮੈਂ ਭਾਵਕ ਹੋ ਜਾਂਦਾ। ਹਾਲੇ ਤੱਕ ਵੀ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦਾ। ਕੁਛ ਆਪਣਿਆਂ ਦੀਆਂ ਗੱਲਾਂ ਸੀਗੀਆਂ ਜਿਨ੍ਹਾਂ ਤੋਂ ਇੰਨਾ ਕੁ ਜ਼ਿਆਦਾ ਡੀਮੋਟੀਵੇਟ ਹੋ ਗਏ ਸੀਗੇ, ਇੰਨਾ ਕੁ ਜ਼ਿਆਦਾ ਹਰਟ ਹੋ ਗਏ ਸੀਗੇ ਕਿ ਆਪਣੇ ਆਪ ਨੂੰ ਉਹ ਪੈਰਾਂ 'ਤੇ ਦੁਬਾਰਾ ਲੈ ਕੇ ਆ ਹੀ ਨਹੀਂ ਪਾਏ। ਕੋਸ਼ਿਸ਼ ਕਰ ਸਕਦਾ ਮੈਂ, ਕਿਉਂਕਿ ਜੋ ਉਹਨਾਂ ਨੇ ਗਾ ਦਿੱਤਾ ਉਹ ਮੇਰੇ ਖਿਆਲ ਨਾਲ
ਮੈਂ ਕੀ ਉਹ ਕੋਈ ਵੀ ਨਹੀਂ ਗਾ ਸਕਦਾ। ਸਾਡੀ ਕੋਸ਼ਿਸ਼ ਵੀ ਇਹੀ ਹੈ, ਉਹਨਾਂ ਦੇ ਪੈਂਡਿਆਂ ਤੇ ਤੁਰਨਾ ਸਮੇਂ ਦੇ ਹਿਸਾਬ ਨਾਲ ਥੋੜ੍ਹਾ ਮੁਸ਼ਕਿਲ ਜ਼ਰੂਰ ਹੈ, ਪਰ ਨਾਮੁਮਕਿਨ ਨਹੀਂ ਹੈ। ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਇਸ ਚੀਜ਼ ਨੂੰ ਬਰਕਰਾਰ ਰੱਖ ਸਕੀਏ। ਤਾਰਾ ਅੰਬਰਾਂ ਤੇ ਕੋਈ ਕੋਈ ਏ, ਤਾਰਾ ਅੰਬਰਾਂ ਤੇ ਕੋਈ ਕੋਈ ਏ, ਸਾਡੇ ਫਿਰੇ ਹੰਝੂ ਪੂੰਝਦਾ, ਸਾਡੇ ਫਿਰੇ ਹੰਝੂ ਪੂੰਝਦਾ, ਅੱਖ ਤੇਰੀ ਵੀ ਤਾਂ ਰੋਈ ਹੋਈ ਏ, 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 ਹਾਏ ਵੇ ਹੋ, ਅੱਖ ਤੇਰੀ ਵੀ ਤਾਂ ਰੋਈ ਹੋਈ ਏ। ਪੰਜਾਬੀ ਇੰਡਸਟਰੀ ਦਾ ਨਾਇਆਬ ਹੀਰਾ ਸੀ ਸਾਬਰ ਕੋਟੀ ਸਾਹਿਬ। 25 ਜਨਵਰੀ 2018 ਨੂੰ ਉਹ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ, ਪਰ ਹਜੇ ਵੀ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਸਾਬਰ ਕੋਟੀ ਸਾਹਿਬ ਦਾ ਨਾਮ ਵਸਦਾ ਹੈ, ਹਰ ਕਿਸੇ ਦੇ ਦਿਲ ਵਿੱਚ ਉਹ ਆਪ ਵਸਦੇ ਨੇ। ਪਰ ਉਹਨਾਂ ਦੀ ਜੋ ਰੂਹ ਹੈ ਔਰ ਉਹਨਾਂ ਨੂੰ ਜੇ ਅਸੀਂ ਫੀਲ ਕਰਨਾ ਹੋਵੇ, ਉਹਨਾਂ ਦੀ ਆਵਾਜ਼ ਨੂੰ ਕਿਸੇ 'ਚ ਫੀਲ ਕਰਨਾ ਹੋਵੇ, ਤੇ ਉਹ ਹੈ ਐਲੈਕਸ ਕੋਟੀ, ਜੋ ਕਿ ਸਾਬਰ ਕੋਟੀ ਸਾਹਿਬ ਦੇ ਵੱਡੇ ਪੁੱਤਰ ਨੇ। ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਹੋਏ, ਉਹਨਾਂ ਦੇ ਘਰ। ਉਹਨਾਂ ਦਾ ਸਵਾਗਤ ਕਰਦੇ ਹਾਂ, ਐਲੈਕਸ ਔਰ ਵਿਲੀਅਮ। ਐਲੈਕਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵਿਲੀਅਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸੋ ਐਲੈਕਸ, ਇੰਟਰਵਿਊ ਸਟਾਰਟ ਕਰਨ ਤੋਂ ਪਹਿਲਾਂ ਇੱਕ ਕਿੱਸਾ, ਵੈਸੇ ਤਾਂ ਤੁਹਾਨੂੰ ਸੁਣਾਉਣੇ ਚਾਹੀਦੇ ਮੈਨੂੰ ਕਿੱਸੇ, ਪਰ ਮੈਂ ਜਦੋਂ ਇੰਟਰਵਿਊ ਤੁਹਾਡੀ ਸੁਣ ਰਹੀ ਸੀਗੀ, ਤੁਹਾਡੇ ਫਾਦਰ ਸਾਹਿਬ ਦੀ, ਹੈ ਨਾ, ਇੱਕ ਇੰਟਰਵਿਊ ਵਿੱਚ ਸਾਬਰ ਕੋਟੀ ਸਾਹਿਬ ਕਹਿ ਰਹੇ ਸੀ ਕਿ ਮੈਨੂੰ ਜਦੋਂ ਕੋਈ ਪੁੱਛਦਾ ਹੈ ਕਿ ਤੁਹਾਡੇ ਬੱਚੇ ਵੀ ਮਿਊਜ਼ਿਕ ਦੇ ਵਿੱਚ ਇੰਟਰਸਟ ਲੈਂਦੇ ਆ, ਤੇ ਉਹ ਕਹਿੰਦੇ ਕਿ ਇਹ ਕਿੱਦਾਂ ਦੀ ਗੱਲ ਹੈ ਪੁੱਛਣ ਵਾਲੀ, ਕਿਉਂਕਿ ਕਹਿੰਦੇ ਜਦੋਂ ਮੈਂ ਪੈਦਾ ਹੋਇਆ, ਮੈਂ ਤਾਂ ਪਹਿਲਾ ਜਿਹੜਾ ਸਾਹ ਲਿਆ ਹੈ ਉਹ ਤਾਂ ਮਿਊਜ਼ਿਕ ਦੀ ਹਵਾ ਦੇ ਵਿੱਚ ਲਿਆ, ਹੈ ਨਾ। ਔਰ ਜਦੋਂ ਇੱਕ ਮੱਛੀ ਦਾ ਜਦੋਂ ਬੱਚਾ ਹੈ, ਅਗਰ ਤੁਸੀਂ ਕਹੋ ਕਿ ਉਹ ਤੈਰਨਾ ਕਿਸ ਤਰ੍ਹਾਂ ਸਿੱਖੇਗਾ, ਤੇ ਇਹ ਤਾਂ ਗੱਲ ਪੁੱਛਣ ਵਾਲੀ ਨਹੀਂ ਹੈ, ਕਿਉਂਕਿ ਉਹ ਤਾਂ ਪੈਦਾ ਹੀ ਪਾਣੀ ਦੇ ਵਿੱਚ ਹੁੰਦਾ, ਹੈ ਨਾ। ਔਰ ਸੇਮ, ਕਿਉਂਕਿ ਤੁਹਾਡੀ ਫੈਮਿਲੀ, ਤੁਹਾਡੇ 4 ਫਾਦਰਸ ਹੈ ਨਾ, ਤੁਹਾਡੇ ਫਾਦਰ ਸਾਹਿਬ ਜਿਹੜਾ ਹੈ ਮਿਊਜ਼ਿਕ ਨਾਲ ਜੁੜੇ, ਤੁਸੀਂ ਵੀ ਉਸੇ ਫੈਮਿਲੀ ਦੇ ਅੱਗੇ ਵੰਸ਼ੋ, ਜੋ ਤੁਸੀਂ ਤੁਹਾਡਾ ਉਹ ਖੂਨ ਹੈ, ਉਹ ਉਹਨਾਂ ਦਾ ਖੂਨ ਅੰਦਰ ਤੁਹਾਡੇ ਰਗਾਂ 'ਚ ਬਹਿ ਰਿਹਾ। ਸੋ ਮਿਊਜ਼ਿਕ ਨਾਲ ਤਾਂ ਬਹੁਤ ਗਹਿਰਾ ਨਾਤਾ ਹੈ ਤੁਹਾਡਾ, ਹੈ ਨਾ। ਬਿਲਕੁਲ ਜੀ। ਉਹ ਚਾਹੇ ਅੱਜ ਨਹੀਂ ਹੈ, ਪਰ ਹਜੇ ਵੀ ਤੁਸੀਂ ਜੁੜੇ ਹੋ ਉਸ ਦੇ ਨਾਲ, ਉਸ ਚੀਜ਼ ਦੇ ਨਾਲ। ਬਿਲਕੁਲ ਜੀ। ਅਕਸਰ ਉਹ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਫਕੀਰ ਤੇ ਫਨਕਾਰ ਹੈ ਉਹ ਕਦੇ ਵੀ ਮਰਦਾ ਨਹੀਂ ਹੈ, ਉਹ ਸਿਰਫ ਦੁਨੀਆ ਤੋਂ ਇੱਕ ਪਰਦਾ ਜਿਹਾ ਕਰ ਲੈਂਦਾ ਹੈ। ਔਰ ਖਾਸ ਕਰਕੇ ਜਿਹੜਾ ਫਨਕਾਰ ਹੁੰਦਾ ਹੈ, ਉਹ ਚਾਹੇ 100 ਸਾਲ ਹੋ ਜਾਣ, ਚਾਹੇ 200 ਸਾਲ ਹੋ ਜਾਣ, ਉਹ ਫਿਰ ਵੀ ਆਪਣੇ ਸਰੋਤਿਆਂ ਦੇ ਅੰਦਰ ਜ਼ਿੰਦਾ ਰਹਿੰਦਾ ਹੈ, ਕਿਉਂਕਿ ਜਿਹੜਾ ਉਹਨਾਂ ਦਾ ਇਸ਼ਕ ਹੈ ਉਹਦੇ ਗਵਈਏ ਦੇ ਪ੍ਰਤੀ, ਜਾਂ ਕੋਈ ਵੀ ਕਲਾਕਾਰ ਉਹਦੇ ਪ੍ਰਤੀ, ਉਹ ਉਹਨਾਂ ਨੂੰ ਜ਼ਿੰਦਾ ਰੱਖਦਾ ਹੈ। ਔਰ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਮਹਿਸੂਸ ਕਰਦਾ ਹੁੰਦਾ ਸੀਗਾ ਇਸ ਚੀਜ਼ ਨੂੰ ਕਿ ਮੈਂ ਬਹੁਤ ਇਕੱਲਾ ਹੋ ਗਿਆ, ਮੈਂ ਕਿੱਦਾਂ ਕਰੂੰਗਾ। ਓਬਵੀਅਸਲੀ ਇੱਦਾਂ ਦਾ ਜਦੋਂ ਕਿਸੇ ਦੇ ਨਾਲ ਵੀ ਫੈਮਿਲੀ 'ਚ ਹੋ ਜਾਂਦਾ ਹੈ, ਔਰ ਇੱਕ ਝਟਕਾ ਐਸਾ ਹੁੰਦਾ ਹੈ, ਇਹਦੀ ਕੋਈ ਜਗ੍ਹਾ ਨਹੀਂ ਭਰ ਸਕਦਾ, ਇੱਕ ਜਗ੍ਹਾ ਐਸੀ ਖਾਲੀ ਹੋ ਜਾਂਦੀ ਹੈ ਤੁਹਾਡੀ ਲਾਈਫ ਦੇ ਵਿੱਚ। ਪਹਿਲਾਂ ਮੈਂ ਬਹੁਤ ਉਦਾਸ ਹੋ ਜਾਂਦਾ ਸੀਗਾ ਜਦੋਂ ਲਾਈਵ ਸ਼ੋਜ਼ ਕਰਦੇ ਸੀਗੇ, ਕਰਨ ਤੋਂ ਪਹਿਲਾਂ ਮੈਂ ਭਾਵਕ ਹੋ ਜਾਣਾ, ਖੁਦ ਨੂੰ ਸੰਭਾਲ ਨਹੀਂ ਪਾਉਂਦਾ ਸੀਗਾ। ਫਿਰ ਹੌਲੀ ਮੈਂ ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਮੈਨੂੰ ਕਹੀਆਂ ਹੋਈਆਂ ਗੱਲਾਂ, ਮੈਂ ਉਹਨਾਂ ਨੂੰ ਯਾਦ ਕਰਨਾ ਸ਼ੁਰੂ ਕੀਤਾ, ਕਿਉਂਕਿ ਜਦੋਂ ਉਹ ਗੱਲਾਂ ਮੇਰੇ ਨਾਲ ਕਰਦੇ ਸੀ, ਜਦੋਂ ਮੈਨੂੰ ਸਮਝਾਉਂਦੇ ਸੀਗੇ, ਉਦੋਂ ਥੋੜ੍ਹਾ ਇੱਥੋਂ ਅਸੀਂ ਬਹੁਤ ਕੱਚੇ ਸੀ, ਥੋੜ੍ਹੇ ਨਹੀਂ ਬਹੁਤ ਜ਼ਿਆਦਾ ਕੱਚੇ ਸੀ। ਉਹ ਉਮਰ ਦਾ ਇੱਕ ਮੈਨੂੰ ਲੱਗਦਾ ਕਿ ਹੁੰਦੀ ਹੈ। ਔਰ ਇੱਕ ਇਹ ਵੀ ਸੀਗਾ, ਦੂਸਰਾ ਇਹ ਸੀਗਾ ਕਿ ਯਾਰ ਡੈਡੀ ਹੈ, ਕੋਈ ਨਹੀਂ, ਆਦਤ ਹੁੰਦੀ ਹੈ, ਕੋਈ ਨਹੀਂ, ਲੈਕਚਰ ਦੇਣ ਦੀ ਆਦਤ ਹੁੰਦੀ ਹੈ। ਕਦੀ ਇਹ ਨਹੀਂ ਸੋਚਿਆ ਸੀ ਕਿ ਰੱਬ ਜਿਹੜਾ ਹੈ ਉਹ ਮੈਚਿਓਰ ਕਰੇਗਾ ਤਾਂ ਇਸ ਤਰੀਕੇ ਨਾਲ ਕਰੇਗਾ। ਕਦੀ ਨਹੀਂ ਇਹ ਸੋਚਿਆ ਸੀ ਕਿ ਜਿਸ ਪਿਓ ਨੇ ਸਾਨੂੰ ਗੋਦੀ 'ਚ ਚੱਕ ਕੇ ਸਕੂਲ ਦੇ ਵਿੱਚ ਛੱਡਿਆ, ਅਸੀਂ ਉਹਨੂੰ ਆਪਣੇ ਹੱਥਾਂ ਦੇ ਵਿੱਚ ਚੱਕ ਕੇ ਹਸਪੀਟਲ ਲੈ ਕੇ ਜਾਵਾਂਗੇ। ਤਾਂ ਤਕਲੀਫ ਤਾਂ ਬਹੁਤ ਹੁੰਦੀ ਹੈ, ਬਟ ਦੁਨੀਆ ਮੇਲਾ ਹੈ, ਚਲੋ ਚੱਲੀ ਦਾ ਮੇਲਾ ਹੈ, ਜਿਹੜਾ ਆਇਆ ਉਹਨੂੰ ਜਾਣਾ ਹੀ ਪੈਣਾ। ਔਰ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ ਯਾਦਾਂ ਨੇ, ਉਹ ਫਿਰ ਹੌਲੀ ਤੁਹਾਡੇ ਨਾਲ ਮੈਂ ਸਾਂਝੀਆਂ ਜ਼ਰੂਰ ਕਰੂੰਗਾ ਤੁਹਾਡੇ ਸਵਾਲਾਂ ਦੇ ਨਾਲ। ਜੀ, ਵਿਲੀਅਮ ਹਾਲਾਂਕਿ ਬਹੁਤ ਘੱਟ ਬੋਲਦੇ ਨੇ, ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਵਿਲੀਅਮ ਜਿਹੜੇ ਆ ਬੋਲਣ, ਸ਼ਰਮਾਉਂਦੇ ਬਹੁਤ ਨੇ ਵਿਲੀਅਮ। ਸੋ ਵਿਲੀਅਮ, ਇੱਕ ਫਾਦਰ, ਜਿੱਦਾਂ ਮੈਂ ਗੱਲ ਕੀਤੀ ਸ਼ੁਰੂਆਤ ਦੇ ਵਿੱਚ, ਹੈ ਨਾ, ਕਿ ਮਿਊਜ਼ਿਕ ਤੇ ਤੁਹਾਡੀ ਰਗਾਂ ਦੇ ਵਿੱਚ ਜਿਹੜਾ ਦੌੜਦਾ ਹੈ, ਕਿਉਂਕਿ ਮਿਊਜ਼ਿਕ ਦੇ ਨਾਲ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ, ਬਹੁਤ ਗੂੜਾ ਰਿਸ਼ਤਾ ਹੈ ਤੁਹਾਡੇ ਨਾਲ ਮਿਊਜ਼ਿਕ ਦਾ। ਸੋ ਤੁਸੀਂ ਜਦੋਂ ਫਾਦਰ ਸਾਹਿਬ ਚੱਲ ਗਏ ਇਸ ਦੁਨੀਆ ਤੋਂ, ਅਲਵਿਦਾ ਕਹਿ ਗਏ,
ਐਲੈਕਸ ਬਹੁਤ ਦੁਖੀ ਰਹਿੰਦੇ ਸੀਗੇ। ਓਬਵੀਅਸਲੀ ਤੁਸੀਂ ਛੋਟੇ ਬੇਟੇ ਹੋ, ਐਲੈਕਸ ਤੋਂ ਛੋਟੇ ਹੋ, ਫਾਦਰ ਨਾਲ ਤਾਂ ਇੱਕ ਬਹੁਤ ਪਿਆਰਾ ਕਨੈਕਸ਼ਨ ਹੁੰਦਾ ਹੋਊਗਾ। ਤੁਸੀਂ ਕਿੰਨਾ ਕੁ ਮਿਸ ਕਰਦੇ ਰਹੇ ਉਹਨਾਂ ਨੂੰ? ਐਕਚੁਅਲੀ ਮੈਮ ਜਿਹੜੀ ਸਾਡੀ ਗੱਲਬਾਤ ਸੀ ਨਾ, ਸਾਰੇ ਫੈਮਿਲੀ ਮੈਂਬਰ ਨੂੰ ਪਤਾ, ਮੈਂ ਤਾਂ ਡੈਡੀ ਸਾਹਮਣੇ ਬਹੁਤ ਘੱਟ ਬੋਲਦਾ ਹੁੰਦਾ ਸੀ, ਕਿਉਂਕਿ ਡੈਡੀ ਦਾ ਇੱਕ ਔਰਾ ਹੀ ਬਹੁਤ ਵੱਡਾ ਸੀਗਾ। ਜਦੋਂ ਵੀ ਡੈਡੀ ਘਰੇ ਆਉਂਦੇ ਸੀ ਸਭ ਸ਼ਾਂਤ ਹੋ ਜਾਂਦੇ ਸੀ, ਬਿਲਕੁਲ ਸ਼ਾਂਤ ਹੋ ਜਾਂਦੇ ਸੀ। ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕੁਛ ਇੱਦਾਂ ਅੱਖ ਚੱਕ ਕੇ ਗੱਲ ਕਰ ਲਵੇ, ਅੱਖਾਂ 'ਚ ਅੱਖਾਂ ਪਾ ਕੇ ਕਦੀ ਗੱਲ ਨਹੀਂ ਕਰ ਹੁੰਦੀ। ਬਟ ਮੈਂ ਡੈਡੀ ਨਾਲ ਜਿੱਦਾਂ ਟੂਰਸ 'ਤੇ ਜਾਂਦਾ ਰਿਹਾ ਨਾਲ, ਅਤੇ ਡੈਡੀ ਕੁਛ ਵੀ ਕਹਿੰਦੇ ਸੀ ਨਾ, ਬਸ ਇੱਦਾਂ ਅੱਖਾਂ ਨਾਲ ਹੋ ਜਾਂਦਾ ਸੀ ਸਾਡਾ। ਜੇ ਡੈਡੀ ਨੇ ਮੈਨੂੰ ਕਈ ਵਾਰ ਡਾਂਟ ਦੇਣਾ, ਮੈਂ ਜਦੋਂ ਸ਼ੋਜ਼ 'ਤੇ ਜਾਂਦਾ ਹੁੰਦਾ ਤਾਂ ਮੈਂ ਥੋੜ੍ਹਾ ਉਦੋਂ ਮੈਨੂੰ ਪਤਾ ਨਹੀਂ ਲੱਗਦਾ ਸੀ ਸੁਰ ਬਾਰੇ, ਅਤੇ ਮੈਂ ਗਲਤ ਵੀ ਹੋ ਜਾਂਦਾ ਸੀ ਨਾ, ਅਤੇ ਡੈਡੀ ਨੇ ਮੈਨੂੰ ਬਹੁਤ ਡਾਂਟਣਾ ਤਾਂ ਗੁੱਸਾ ਕਰਨਾ, ਤਾਂ ਮੈਂ ਥੋੜ੍ਹਾ ਰੁੱਸ ਜਾਣਾ, ਬਚਪਨਾ ਸੀਗਾ ਨਾ। ਤਾਂ ਯਾਰ ਡੈਡੀ ਨੇ ਜਦੋਂ ਅੱਖਾਂ ਵਾਲੇ ਤਾਂ ਦੇਖਣਾ ਮੈਨੂੰ, ਆਪੇ ਮੈਨੂੰ ਬੁਲਾਉਣਾ, ਚੱਲ ਆ ਜਾ ਯਾਰ ਕੁਛ ਨਹੀਂ ਹੁੰਦਾ, ਫਿਰ ਜੱਫੀ ਪਾ ਲੈਣੇ ਸੀ ਵੀ। ਮਤਲਬ ਸਾਡੇ ਨਾਲ ਸਾਡਾ ਕਨੈਕਸ਼ਨ ਹੀ ਹੋਰ ਸੀਗਾ ਜੀ। ਇਹ ਮਤਲਬ ਜਾਂ ਉਹਨਾਂ ਨੂੰ ਪਤਾ ਜਾਂ ਮੈਨੂੰ ਹੀ ਪਤਾ, ਬਸ ਉਹ ਮੈਂ ਬਿਆਨ ਨਹੀਂ ਕਰ ਸਕਦਾ ਐਕਚੁਅਲੀ ਉਹ ਚੀਜ਼ ਮੈਂ ਜੀ, ਕਿਉਂਕਿ ਮਤਲਬ ਇਹ ਹੋਰ ਹੀ ਅੱਖਾਂ 'ਚ ਸਾਡੀਆਂ ਗੱਲਾਂ ਹੋ ਜਾਂਦੀਆਂ ਸੀ। ਸੋ ਐਲੈਕਸ ਔਰ ਵਿਲੀਅਮ, ਅਸੀਂ ਗੱਲਾਂ ਬਾਤਾਂ ਤਾਂ ਹੋਰ ਵੀ ਕਰਾਂਗੇ ਹੈ ਨਾ, ਪਰ ਮੈਂ ਚਾਹੂੰਗੀ ਗਾਣੇ ਵੀ ਅਸੀਂ ਨਾਲ ਹੈ ਨਾ ਤੁਸੀਂ ਸੁਣਾਈ। ਤੁਹਾਡੀ ਆਵਾਜ਼, ਮੈਂ ਜ਼ਿਕਰ ਕੀਤਾ ਕਿ ਇੱਕ ਉਹਨਾਂ ਦੀ ਝਲਕ ਜਿਹੜੀ ਹੈ ਸਾਬਰ ਕੋਟੀ ਸਾਹਿਬ ਦੀ, ਤੁਹਾਡੀ ਆਵਾਜ਼ ਦੇ ਵਿੱਚ ਵੀ ਝਲਕਦੀ ਹੈ। ਇਹ ਤਾਂ ਬਸ ਆਸ਼ੀਰਵਾਦ ਹੈ ਜੀ ਮਾਲਕਾਂ ਦਾ, ਔਰ ਸਭ ਤੋਂ ਜ਼ਿਆਦਾ ਡੈਡੀ ਦਾ। ਹਮੇਸ਼ਾ ਉਹਨਾਂ ਨੂੰ ਇਸ ਗੱਲ ਦਾ ਗਿਲਾ ਹੁੰਦਾ ਸੀ ਮੇਰੇ ਤੋਂ, ਜਦੋਂ ਮੈਂ ਸਕੂਲ ਟਾਈਮ ਦੇ ਵਿੱਚ ਸੀ ਔਰ ਆਫਟਰ ਸਕੂਲ ਟਾਈਮ ਵੀ। ਕਿਉਂਕਿ ਸਕੂਲ ਟਾਈਮ ਦੇ ਵਿੱਚ ਇਹ ਹੁੰਦਾ ਕਿ ਫਰੈਂਡ ਸਰਕਲ ਹੁੰਦਾ ਹੈ, ਥੋੜ੍ਹਾ ਜਿਹਾ ਸੋਚ ਉੱਦਾਂ ਦੀ ਹੁੰਦੀ ਹੈ ਨਿਆਣਿਆਂ ਵਾਲੀ ਕਿ ਆ ਗਏ ਚਲੇ ਗਏ ਘੁੰਮ ਲਿਆ ਇਹ ਉਹ ਹਮੇਸ਼ਾ ਇਸ ਗੱਲ ਤੋਂ ਗੁੱਸਾ ਕਰਦੇ ਸੀ, ਗਿਲਾ ਕਰਦੇ ਸੀ ਕਿ ਯਾਰ ਤੂੰ ਕਦੀ ਬਹਿੰਦਾ ਹੀ ਨਹੀਂ ਮੇਰੇ ਕੋਲ, ਕਦੀ ਮੈਨੂੰ ਕਹਿੰਦਾ ਹੀ ਨਹੀਂ ਕਿ ਹਾਰਮੋਨੀਅਮ ਲੈ ਕੇ ਡੈਡੀ ਮੈਨੂੰ ਆਹ ਦੱਸੋ ਉਹ ਦੱਸੋ, ਤੂੰ ਕਰਨਾ ਕੀ ਚਾਹੁੰਦਾ। ਲੇਕਿਨ ਅੱਜ ਸਭ ਤੋਂ ਜ਼ਿਆਦਾ ਜਿਸ ਚੀਜ਼ ਦਾ ਪਛਤਾਵਾ ਹੁੰਦਾ ਉਹ ਇਸ ਚੀਜ਼ ਦਾ ਹੁੰਦਾ ਕਿ ਜੋ ਉਹ ਕਹਿਣਾ ਚਾਹੁੰਦੇ ਸੀ ਜਾਂ ਜੋ ਮੈਨੂੰ ਕਹਿੰਦੇ ਸੀ, ਅੱਜ ਮੈਂ ਉਹ ਕਰ ਰਿਹਾ ਹਾਂ। ਕਿੰਨਾ ਚੰਗਾ ਹੁੰਦਾ ਕਿ ਅੱਜ ਉਹ ਇੱਥੇ ਹੁੰਦੇ, ਸਾਡੇ ਨਾਲ ਹੁੰਦੇ। ਹਾਲਾਂਕਿ ਚਲੋ ਥੋੜ੍ਹਾ ਬਹੁਤ ਇਹ ਵੀ ਵਿਚਾਰਾ ਆਪਣੇ ਵੱਲੋਂ ਐਫਰਟ ਕਰ ਰਿਹਾ, ਮੈਂ ਵੀ ਐਫਰਟ ਕਰ ਰਿਹਾ, ਕਿਉਂਕਿ ਅਸੀਂ ਇੱਕ ਆਪਣੇ ਆਪ ਨੂੰ ਕੋਈ ਆਰਟਿਸਟ ਬਹੁਤ ਵੱਡੇ ਸਮਝਦੇ ਨਹੀਂ। ਅਸੀਂ ਤਾਂ ਬੇਸਿਕਲੀ ਇੱਕ ਦੂਸਰੇ ਨੂੰ ਅਸੀਂ ਸਟਰਗਲ ਸਮਝਦੇ ਹਾਂ, ਕਿਉਂਕਿ ਉਹਨਾਂ ਨੇ 19 ਸਾਲ ਗਾਣਾ ਸਿੱਖਿਆ। 19 ਸਾਲ ਗਾਣਾ ਸਿੱਖਣ ਤੋਂ ਬਾਅਦ ਉਹਨਾਂ ਨੇ ਮਾਰਕੀਟ ਦੇ ਵਿੱਚ ਪੈਰ ਰੱਖਿਆ। ਉਸ ਟਾਈਮ ਤੁਸੀਂ ਇਹ ਕਹਿ ਸਕਦੇ ਆ ਕਿ ਕੰਪੀਟੀਸ਼ਨ ਹੈ ਨਹੀਂ ਸੀ ਬਿਲਕੁਲ ਵੀ, ਕੋਈ ਟੀਵੀ ਨਹੀਂ ਸੀ, ਕੋਈ ਕੁਛ ਨਹੀਂ ਸੀਗਾ। ਰੇਡੀਓ ਸੀਗਾ, ਉਹ ਵੀ ਰੇਡੀਓ ਤੱਕ ਵੀ ਬਹੁਤ ਲੋਕ ਘੱਟ ਪਹੁੰਚ ਕਰਦੇ ਸੀਗੇ, ਇਹ ਮੈਂ ਡੈਡੀ ਤੋਂ ਸੁਣਿਆ ਸੀਗਾ। ਬਟ ਅੱਜ ਦੇ ਟਾਈਮ 'ਚ ਤੁਸੀਂ ਵੀ ਦੇਖਦੇ ਆ ਮੀਡੀਆ 'ਤੇ, ਅੱਜ ਕੱਲ੍ਹ ਟੈਲੈਂਟ ਹੋਣਾ ਮੈਟਰ ਨਹੀਂ ਕਰਦਾ, ਤੁਹਾਡਾ ਵਾਇਰਲ ਹੋਣਾ ਮੈਟਰ ਕਰਦਾ ਹੈ। ਹਾਲਾਤ ਥੋੜ੍ਹੇ ਜਿਹੇ ਅੱਜ ਕੱਲ੍ਹ ਮਿਊਜ਼ਿਕ ਇੰਡਸਟਰੀ ਦੇ ਇੱਦਾਂ ਹੋ ਗਏ ਆ, ਬਟ ਚਲੋ ਹੋਪ ਸੋ ਕਿ ਬਹੁਤ ਜਲਦੀ ਚੇਂਜ ਆਏ ਔਰ ਲੋਕ ਚੰਗੇ ਗਾਣੇ ਬਜਾਣੇ ਨੂੰ ਵੀ ਸੁਣਨ। ਅਤੇ ਬਾਕੀ ਤੁਸੀਂ ਹੁਕਮ ਕਰੋ ਜੀ, ਕੀ ਸੁਣਾਈਏ। ਤੁਸੀਂ ਅਕਸਰ ਆਪਣੇ ਤੁਹਾਡੇ ਫਾਦਰ ਸਾਹਿਬ ਅਕਸਰ ਤੁਹਾਡੇ ਤੋਂ ਇੱਕ ਗੀਤ ਸੁਣਦੇ ਸੀ, ਉਹ ਮੁੜਦ ਨਹੀਂ ਜਾਣੇ ਮੇਰੀ ਹੈ ਨਾ, ਜੋ ਛੱਡ ਕੇ ਚੱਲ। ਹਾਂਜੀ, ਉਹ ਅਗਰ ਤੁਸੀਂ ਸੁਣਾ ਸਕੋ ਸਾਨੂੰ ਇਸ ਵੇਲੇ। ਇਹ ਗਾਣਾ ਮੈਂ ਜਦੋਂ ਵੀ ਗਾਉਣ ਦੀ ਕੋਸ਼ਿਸ਼ ਕਰਦਾ, ਥੋੜ੍ਹਾ ਜਿਹਾ ਮੂਡ ਸੈਡ ਹੋ ਜਾਂਦਾ ਮੇਰਾ, ਕਿਉਂਕਿ ਉਹ ਉਹਨਾਂ ਦਾ ਫੇਵਰੇਟ ਗਾਣਾ ਸੀਗਾ। ਲੇਕਿਨ ਜਦੋਂ ਸੁਣਦੇ ਸੀਗੇ ਭਾਵੁਕ ਹੋ ਜਾਂਦੇ ਸੀਗੇ, ਲੇਕਿਨ ਸਮਝ ਨਹੀਂ ਆਈ, ਅੱਜ ਤੱਕ ਸਮਝ ਨਹੀਂ ਆਈ ਸੀ ਕਿ ਕਾਰਨ ਕੀ ਆ, ਕਿਉਂ ਭਾਵੁਕ ਹੁੰਦੇ ਆ। ਕਿਉਂਕਿ ਮੈਂ ਜਦੋਂ ਗਾਉਂਦਾ ਸੀਗਾ ਮੇਰੇ ਲਈ ਸਿਰਫ ਉਹ ਕੁਛ ਲਾਈਨ ਸੀਗੀਆਂ, ਉਸ ਲਾਈਨ ਨੂੰ ਪੜ੍ਹਿਆ, ਉਹਨੂੰ ਮੈਮੋਰਾਈਜ਼ ਕੀਤਾ, ਯਾਦ ਕੀਤਾ, ਗਾ ਲਿਆ। ਲੇਕਿਨ ਜਿਹੜਾ ਉਹਦਾ ਅੰਦਰ ਦੀ ਜਿਹੜੀ ਗੱਲ ਹੁੰਦੀ ਹੈ, ਜਿਹੜੀ ਜਿਹਨੂੰ ਕਹਿੰਦੇ ਨੇ ਨਾ ਗੁੰਝੀ ਗੱਲ ਹੁੰਦੀ ਹੈ ਜਿਹੜੀ, ਉਸ ਗੱਲ ਦਾ ਨਹੀਂ ਪਤਾ ਸੀ। ਲੇਕਿਨ ਅੱਜ ਪਤਾ ਲੱਗਦਾ ਕਿ ਉਹਦਾ ਮਤਲਬ ਕੀ ਸੀਗਾ। ਤਾਂ ਮੈਂ ਕੋਸ਼ਿਸ਼ ਕਰਦਾ, ਪਰ ਮੈਨੂੰ ਲੱਗਦਾ ਨਹੀਂ ਮੇਰੇ ਕੋਲ ਗਾ ਹੋਊਗਾ, ਮੈਂ ਕੋਸ਼ਿਸ਼ ਕਰਦਾ ਹਾਂ। ਆਉਂਦੀਆਂ ਨੇ ਯਾਦਾਂ ਰਹਿਣ ਗੂੰਜਦੀਆਂ ਆਵਾਜ਼ਾਂ, ਆਉਂਦੀਆਂ ਨੇ ਯਾਦਾਂ ਰਹਿਣ ਗੂੰਜਦੀਆਂ ਆਵਾਜ਼ਾਂ, ਲੰਮੀਆਂ ਬਾਟਾਂ ਤੇ ਜਿਹੜੇ ਪਏ ਜਿੰਦੇ ਮੇਰੀਏ, ਲੰਮੀਆਂ ਬਾਟਾਂ ਤੇ ਜਿਹੜੇ ਪਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀ।
ਤੁਹਾਡੀ ਅੱਖਾਂ ਵੀ ਦੇਖਦੀਆਂ ਭਰ ਆਈਆਂ ਨੇ। ਮੈਂ ਬਹੁਤ ਕੰਟਰੋਲ ਕਰ ਰਿਹਾ ਆਪਣੇ ਆਪ ਨੂੰ, ਕੋਸ਼ਿਸ਼ ਕਰ ਰਿਹਾ ਮੈਂ। ਇੱਕ ਇਸੇ ਹੀ ਗਾਣੇ ਦੇ ਵਿੱਚ ਇੱਕ ਅੰਤਰਾ ਹੁੰਦਾ, ਉਹ ਬਹੁਤ ਬਹੁਤ ਪਸੰਦ ਸੀ ਉਹਨਾਂ ਨੂੰ। ਹਮੇਸ਼ਾ ਕਿਤੇ ਵੀ ਮਹਿਫਿਲ 'ਚ ਬੈਠਦੇ ਸੀਗੇ, ਚਾਹੇ ਇੱਥੇ ਹੋਈਏ ਚਾਹੇ ਇੰਡੀਆ ਤੋਂ ਬਾਹਰ ਹੋਈਏ, ਹਮੇਸ਼ਾ ਉਹ ਕਹਿੰਦੇ ਹੁੰਦੇ ਸੀ, ਉਹ ਖਾਨ ਸਾਹਿਬ ਬੇਟਾ ਉਹ ਸੁਣਾ ਮੇਰਾ ਫੇਵਰੇਟ। ਉਹ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ ਜੀ। ਹਾਰੇ ਹੋਏ ਮਨ ਨਾਲ ਅੱਛਾ ਅੱਖ ਛੱਡੀ ਦਾ, ਗੁੰਮ ਹੋਏ ਚਿਹਰਿਆਂ ਨੂੰ ਫੋਟੋਆਂ 'ਚ ਲੱਭੀ ਦਾ। ਹਾਰੇ ਹੋਏ ਮਨ ਨਾਲ ਅੱਛਾ ਅੱਖ ਛੱਡੀ ਦਾ, ਗੁੰਮ ਹੋਏ ਚਿਹਰਿਆਂ ਨੂੰ ਫੋਟੋਆਂ 'ਚ ਲੱਭੀ ਦਾ। ਸਾਏ ਵਾਂਗੂ ਨਾਲ ਸੀ ਜੁਰੇ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ, ਉਹ ਮੁੜਦੇ ਕਦੇ ਨਹੀਂ ਜਿਹੜੇ ਗਏ ਜਿੰਦੇ ਮੇਰੀਏ। ਅਕਸਰ ਜਦੋਂ ਸਾਬਰ ਕੋਟੀ ਸਾਹਿਬ ਦੀ ਤਸਵੀਰ ਦੇਖਦੇ ਹੋ, ਇਸ ਗਾਣੇ ਦੇ ਜਿਹੜੇ ਬੋਲ ਹੈ ਓਬਵੀਅਸਲੀ ਉਸ ਨਾਲ ਤੁਸੀਂ ਰਿਲੇਟ ਕਰਦੇ ਹੋ, ਕਨੈਕਟ ਕਰਦੇ ਹੋ। ਬਹੁਤ ਜ਼ਿਆਦਾ ਸੌਰੀ ਯਾਦਾਂ ਬਹੁਤ ਜ਼ਿਆਦਾ ਨੇ, ਪਰ ਇਹ ਹੁੰਦਾ ਕਿ ਕਈ ਗੱਲਾਂ ਐਸੀਆਂ ਹੁੰਦੀਆਂ ਜੋ ਅਸੀਂ ਜਿੱਦਾਂ ਵਿਲੀਅਮ ਨੇ ਕਿਹਾ ਕਿ ਜਿਹੜਾ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਹੁਣ। ਔਰ ਮੈਂ ਘਰ ਦੇ ਵਿੱਚ ਸ਼ਾਇਦ ਇਕੱਲਾ ਇੱਕ ਐਸਾ ਮੈਂਬਰ ਸੀ, ਮੈਂ ਸ਼ਾਇਦ ਇੱਕ ਇਕੱਲਾ ਐਸਾ ਮੈਂਬਰ ਸੀਗਾ ਜਿਹਦੇ ਨਾਲ ਉਹ ਸਾਰੀਆਂ ਗੱਲਾਂ ਘਰ ਦੀਆਂ ਸਾਂਝੀਆਂ ਵੀ ਕਰਦੇ ਸੀ। ਮੈਂ ਲੜਦਾ ਵੀ ਬਹੁਤ ਸੀ ਉਹਨਾਂ ਦੇ ਨਾਲ। ਤੇ ਅਗਰ ਮੈਨੂੰ ਪਤਾ ਹੁੰਦਾ ਕਿ ਇੰਨੀ ਘੱਟ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਜਾਂ ਇੰਨੀ ਘੱਟ ਉਹਨਾਂ ਨੂੰ ਉਮਰ ਦਿੱਤੀ ਹੈ, ਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦਾ ਕਿ ਮੈਂ ਜ਼ਿਆਦਾ ਸਮਾਂ ਬਿਤਾਉਂਦਾ ਉਹਨਾਂ ਦੇ ਨਾਲ। ਕਿਉਂਕਿ ਇੱਕ ਬੇਟਾ ਹੋਣਾ ਅਲੱਗ ਚੀਜ਼ ਹੈ, ਲੇਕਿਨ ਅੱਜ ਮੈਨੂੰ ਪਤਾ ਲੱਗਦਾ ਕਿ ਉਹ ਜਿਹੜੀਆਂ ਗੱਲਾਂ ਕਹਿੰਦੇ ਹੁੰਦੇ ਸੀ ਕਿ ਖਾਨ ਸਾਹਿਬ ਪਿਆਰ ਵੱਡਾ ਹੁੰਦਾ ਬੇਟਾ, ਇਹ ਦੁਨੀਆਦਾਰੀ ਵਾਲੀਆਂ ਚੀਜ਼ਾਂ ਬਸ ਇੱਥੇ ਹੀ ਰਹਿ ਜਾਂਦੀਆਂ। ਤਾਂ ਅੱਜ ਪਤਾ ਲੱਗਦਾ ਉਹਨਾਂ ਗੱਲਾਂ ਦਾ। ਤੇ ਮਾਇਨੇ ਅੱਜ ਪਤਾ ਚੱਲਦੇ ਆ। ਨਹੀਂ ਬਿਲਕੁਲ, ਇਹ ਥੋੜਾ ਜਿਹਾ ਨਹੀਂ ਇਹ ਤੇ ਇਮੋਸ਼ਨਸ ਹੈ ਐਲੈਕਸ। ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਬਹੁਤ ਨੈਚੁਰਲ ਹੈ ਕਿ ਜਦੋਂ ਵੀ ਅਸੀਂ ਆਪਣੇ ਕਿਸੇ ਲਵ ਵਨ ਨੂੰ ਜਾਂ ਜੋ ਸਾਡੇ ਬਹੁਤ ਦਿਲ ਦੇ ਕਰੀਬ ਹੁੰਦੇ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਇਮੋਸ਼ਨਸ ਜਿਹੜੇ ਹੈ ਖੁਦ ਬਖੁਦ ਜਿਹੜੇ ਉਹ ਬਾਹਰ ਨਿਕਲ ਕੇ ਆਉਂਦੇ ਆ, ਚਾਹੇ ਉਹ ਪਿਆਰੀ ਸਮਾਈਲ ਦੇ ਨਾਲ ਹੋਣ ਜਾਂ ਚਾਹੇ ਅੱਖਾਂ ਦੇ ਵਿੱਚ ਹੰਝੂ ਹੋਣ ਜੋ ਉਹਨਾਂ ਨੂੰ ਯਾਦ ਕਰਕੇ ਆਉਂਦੇ ਆ। ਬਿਲਕੁਲ ਐਕਚੁਅਲੀ ਅਕਸਰ ਉਹ ਇੱਕ ਗੱਲ ਹੋਰ ਕਹਿੰਦੇ ਹੁੰਦੇ ਸੀਗੇ ਕਿ ਖਾਨ ਸਾਹਿਬ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਨਾ, ਅਸੀਂ ਉਹਨੂੰ ਹੌਸਲਾ ਦੇ ਕੇ ਆ ਜਾਂਦੇ ਹਾਂ। ਹੌਸਲਾ ਦੇ ਕੇ ਅਸੀਂ ਉਹ ਗੱਲ ਨੂੰ ਉੱਥੇ ਹੀ ਉਹਨੂੰ ਥੋੜਾ ਜਿਹਾ ਹੌਸਲਾ ਦੇ ਕੇ ਕਹਿੰਦੇ ਚੱਲ ਕੋਈ ਨਹੀਂ ਬੇਟਾ, ਆਪਾਂ ਕੋਈ ਨਹੀਂ ਤੇਰੇ ਲਈ ਦੁਆ ਕਰਾਂਗੇ, ਤੂੰ ਬਿਮਾਰ ਹੈ ਜਾਂ ਜੋ ਵੀ ਹੈ। ਲੇਕਿਨ ਜਦੋਂ ਉਸੇ ਸਿਚੁਏਸ਼ਨ ਤੋਂ ਤੁਸੀਂ ਗੁਜ਼ਰਦੇ ਆ ਨਾ, ਤੁਹਾਨੂੰ ਪਤਾ ਲੱਗਦਾ ਅਸਲ ਮਾਇਨੇ 'ਚ ਕਿ ਯਾਰ ਉਹ ਬੰਦਾ ਕਿੰਨੀ ਵੱਡੀ ਤਕਲੀਫ 'ਚ ਹੋਏਗਾ। ਔਰ ਮੈਂ ਕਦੀ ਬਹੁਤ ਘੱਟ ਇੱਦਾਂ ਹੁੰਦਾ ਸੀਗਾ ਕਿ ਮੈਂ ਉਹਨਾਂ ਦੀ ਗੱਲ ਨੂੰ ਸੀਰੀਅਸਲੀ ਲੈਂਦਾ ਸੀਗਾ, ਕਿਉਂਕਿ ਇੱਕ ਮੈਚੁਰਿਟੀ ਨਹੀਂ ਸੀ, ਬਚਪਨਾ ਸੀਗਾ, ਤੇ ਕਦੀ ਇਹ ਨਹੀਂ ਸੋਚਿਆ ਕਿ ਯਾਰ ਇਸ ਗੱਲ ਦਾ ਆਹ ਮਤਲਬ ਹੋ ਸਕਦਾ, ਕਦੀ ਫੋਕਸ ਨਹੀਂ ਸੀ ਉਸ ਚੀਜ਼ ਵੱਲ। ਲੇਕਿਨ ਅੱਜ ਜਦੋਂ ਕਿਤੇ ਜਾਈਦਾ, ਕਿਤੇ ਵੀ ਔਨ ਸਟੇਜ ਹੋਈਏ, ਆਫ ਸਟੇਜ ਹੋਈਏ, ਕਿਸੇ ਦੇ ਨਾਲ ਬੈਠਦੇ ਆ, ਕੋਈ ਇੰਟਰਵਿਊ 'ਚ ਹੋਈਦਾ ਜਾਂ ਵੈਸੇ ਕਿਤੇ ਮਹਿਫਿਲ 'ਚ ਬੈਠੀਦਾ, ਜਦੋਂ ਉਹਨਾਂ ਗੱਲਾਂ ਨੂੰ ਯਾਦ ਕਰੀਦਾ ਫਿਰ ਪਛਤਾਵਾ ਹੁੰਦਾ ਕਿ ਯਾਰ ਕਾਸ਼ ਕਿਤੇ ਯਾਰ ਉਸ ਵੇਲੇ ਕਾਸ਼ ਸਮਝ ਲਈ ਹੁੰਦੀ ਉਹ ਗੱਲ, ਤੇ ਅੱਜ ਉਹ ਸਾਡੇ ਕੋਲ ਹੁੰਦੇ ਹੈ ਨਾ। ਤੇ ਪਛਤਾਵਾ ਤਾਂ ਹੁੰਦਾ, ਪਰ ਕੀ ਕਰੀਏ ਹੁਣ, ਬੰਦਾ ਬੰਦੇ ਨਾਲ ਲੜ ਸਕਦਾ, ਰੱਬ ਨਾਲ ਕੀ ਲੜੇਗਾ ਬੰਦਾ। ਜੋ ਮਾਲਕਾਂ ਨੇ ਫੈਸਲਾ ਕਰਤਾ ਹਰ ਇਨਸਾਨ ਨੂੰ ਮੰਨਣਾ ਪੈਂਦਾ। ਆਖਰੀ ਸਮੇਂ ਦੇ ਵਿੱਚ ਆਪਣੇ ਜਦੋਂ ਜ਼ਿੰਦਗੀ ਦੇ ਉਹਨਾਂ ਨੇ ਜਿਹੜੇ ਪਲ ਆਖਰੀ ਸਾਹ ਜਿਹੜੇ ਲਏ ਆ, ਬਿਮਾਰ ਸੀਗੇ ਕਾਫੀ ਹੈ ਨਾ ਆਖਰੀ ਦਿਨਾਂ ਦੇ ਵਿੱਚ ਜੀ।
ਉਸ ਵੇਲੇ ਕੀ ਗੱਲਾਂ ਕਰਦੇ ਸੀ ਐਲੈਕਸ ਤੁਹਾਡੇ ਨਾਲ, ਵਿਲੀਅਮ ਨਾਲ, ਜਾਂ ਤੁਹਾਡੇ ਮਦਰ ਨਾਲ, ਜਾਂ ਤੁਹਾਡੀ ਸਿਸਟਰ ਨਾਲ? ਕੀ ਉਹਨਾਂ ਦੇ ਜ਼ਿਹਨ 'ਚ ਚੱਲਦਾ ਸੀਗਾ ਹਮੇਸ਼ਾ? ਮੈਂ ਤੁਹਾਨੂੰ ਇੱਕ ਉਹਨਾਂ ਦੀ ਇੱਕ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹਨਾਂ ਦਾ ਇਸ਼ਕ ਜਿਹੜਾ ਆ ਗਾਣੇ ਵਜਾਣੇ ਦੇ ਨਾਲ ਔਰ ਆਪਣੇ ਸਰੋਤਿਆਂ ਦੇ ਨਾਲ, ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੀ, ਉਹਨਾਂ ਦੇ ਨਾਲ ਕਿੱਦਾਂ ਦਾ ਸੀਗਾ। ਇੱਕ ਵਾਰੀ ਤੁਸੀਂ YouTube ਤੇ ਦੇਖਿਆ ਹੋਣਾ, ਇੱਕ ਵੀਡੀਓ ਡੈਡੀ ਦਾ ਵਾਇਰਲ ਹੋਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਉਹ ਬੜਕਾਂ ਜੀਆਂ ਮਾਰੀਆਂ ਹੋਈਆਂ ਕਰਕੇ ਕੀਤਾ ਹੋਇਆ। ਐਟ ਦੈਟ ਟਾਈਮ ਸਾਰਿਆਂ ਨੇ ਵੀਡੀਓ ਦੇਖਿਆ, ਪਸੰਦ ਕੀਤਾ, ਬਟ ਉਹਦੀ ਬੈਕ ਸਟੋਰੀ ਕੀ ਸੀਗੀ? ਅਸੀਂ ਘਰ ਦੇ ਵਿੱਚ ਸੀਗੇ ਔਰ ਉਹਨਾਂ ਨੂੰ ਫੀਵਰ ਹੋਇਆ ਸੀਗਾ, 102 ਸੀਗਾ ਫੀਵਰ ਵੀ ਇੱਦਾਂ ਦਾ ਫੀਵਰ ਸੀ ਕਿ ਫੀਵਰ ਕਹਿੰਦਾ ਸੀ ਕਿ ਤੂੰ ਖੜਾ ਹੋ ਕੇ ਦਿਖਾ। ਅੱਛਾ। ਡੈਡੀ ਦੇ ਹੱਥ ਪੈਰ ਇੱਦਾਂ ਕਰਦੇ ਸੀਗੇ ਤੇ ਮੈਨੂੰ ਕਹਿੰਦੇ ਖਾਨ ਸਾਹਿਬ ਕਿੱਦਾਂ ਕਰੀਏ? ਮੈਂ ਕਿਹਾ ਡੈਡੀ ਜਦੋਂ ਹਰ ਸਾਲ ਜਾਈਦਾ ਹੀ ਆ, ਮੈਂ ਬਾਬਾ ਜੀ ਨੂੰ ਬੇਨਤੀ ਕਰ ਲੈਣਾ ਵੀ ਕੋਈ ਨਹੀਂ ਬਾਬਾ ਜੀ ਅਗਲੇ ਸਾਲ ਸਾਨੂੰ ਹੈ ਨਾ ਮੌਕਾ ਦਿਓ ਤੇ ਅਸੀਂ ਜ਼ਰੂਰ ਆਵਾਂਗੇ, ਵੀ ਡੈਡੀ ਦੀ ਤਬੀਅਤ ਠੀਕ ਨਹੀਂ ਹੈ। ਕਹਿੰਦੇ ਯਾਰ ਦੇਖ ਲਾ ਜਿੱਦਾਂ ਤੈਨੂੰ ਠੀਕ ਲੱਗਦਾ, ਪਰ ਹਲੇ ਫੋਨ ਨਾ ਕਰੀਂ, ਜੇ ਅਟਕ ਲਾ ਥੋੜ੍ਹਾ ਜਿਹਾ। ਮੈਨੂੰ ਕਹਿੰਦੇ ਕਿ ਮੈਡੀਸਨ ਦੇ ਦੇ ਮੈਨੂੰ, ਤਾਂ ਮੈਂ ਮੈਡੀਸਨ ਦਿੱਤੀ, ਉਹਨਾਂ ਨੇ ਮੈਡੀਸਨ ਲਈ। ਮੈਂ ਕਿਹਾ ਤੁਸੀਂ ਆਰਾਮ ਕਰੋ, ਕੋਈ ਨਹੀਂ। ਤੇ ਅਸੀਂ ਆਪਣਾ ਚਾਹ ਕੌਫੀ ਪੀ ਕੇ ਤੇ ਅਸੀਂ ਜਿਹੜਾ ਗੱਡੀ 'ਚ ਸਮਾਨ ਸੀਗਾ, ਹਾਰਮੋਨੀਅਮ ਔਰ ਵਗੈਰਾ ਸਾਰਾ ਬੈਠ ਕੇ ਗਾਉਂਦੇ ਸੀਗੇ। ਅਸੀਂ ਸਮਾਨ ਸਾਰਾ ਕੱਢ ਕੇ ਹੌਲੀ ਹੌਲੀ ਰੱਖਣਾ ਸ਼ੁਰੂ ਕੀਤਾ ਤੇ ਮੁੰਡਾ ਆਇਆ ਅੰਦਰੋਂ ਦੌੜ ਕੇ ਫਟਾਫਟ, ਕਹਿੰਦਾ ਭਾਜੀ ਅੰਦਰ ਆਇਓ 1 ਮਿੰਟ। ਮੈਂ ਕਿਹਾ ਕੀ ਹੋਇਆ? ਕਹਿੰਦੇ ਉਹ ਉਸਤਾਦ ਜੀ ਬੁਲਾਉਂਦੇ। ਮੈਂ ਕਿਹਾ ਲੈ ਲਓ, ਪੈ ਗਿਆ ਪੰਗਾ। ਹੁਣ ਉਹਨਾਂ ਨੇ ਜ਼ਿੱਦ ਕਰਨੀ ਹੈ ਜਾਣ ਦੀ। ਅਸੀਂ ਚਲੇ ਗਏ, ਮੈਂ ਗਿਆ ਅੰਦਰ। ਮੈਂ ਕਿਹਾ ਹਾਂਜੀ। ਕਹਿੰਦੇ ਮੈਨੂੰ ਬੁਖਾਰ ਮਹਿਸੂਸ ਹੋ ਰਿਹਾ ਕਿ ਘਟ ਰਿਹਾ। ਮੈਂ ਕਿਹਾ ਜੀ ਹੁਣ ਇਹ ਨਿਆਣੇ ਵਾਲੀਆਂ ਗੱਲਾਂ ਨਾ ਕਰੋ, ਤੁਹਾਡੀ ਸਿਹਤ ਨਹੀਂ ਠੀਕ ਹੈਗੀ, ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ 1 ਜਾਂ 2 ਗਾਣੇ ਗਾ ਕੇ ਹਟ ਜਾਓਗੇ, ਕਿਉਂਕਿ ਪਬਲਿਕ ਦਾ ਚਿਹਰਾ ਹੀ ਆ ਜਿਹੜਾ ਤੁਹਾਨੂੰ ਗਵਾ ਰਿਹਾ ਆ। ਇਸ ਗੱਲ ਨੂੰ ਮੈਂ ਡੈਡੀ ਅੰਡਰਸਟੈਂਡ ਕਰਦਾ, ਪਰ ਹੁਣ ਆਪਣੀ ਬੋਡੀ ਇਜਾਜ਼ਤ ਨਹੀਂ ਦੇ ਰਹੀ। ਬੋਡੀ ਦੇ ਵਿੱਚ ਉਹਨਾਂ ਦੀ ਐਨਰਜੀ ਲੈਵਲ ਇੰਨਾ ਕੁ ਜ਼ਿਆਦਾ ਡ੍ਰੌਪ ਹੋ ਚੁੱਕਾ ਸੀਗਾ ਕਿ ਉਹ ਬੁਖਾਰ ਦਾ ਕਰਕੇ ਬੈਠ ਵੀ ਨਹੀਂ ਪਾ ਰਹੇ ਸੀਗੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਨਹੀਂ ਬੇਟਾ, ਫਿਰ ਕੀ ਆ, ਕੋਈ ਨਹੀਂ, 1-ਅੱਧਾ ਘੰਟਾ ਗਾ ਕੇ ਆ ਜਾਵਾਂਗੇ। ਮੈਂ ਕਿਹਾ ਡੈਡੀ 1-ਅੱਧੇ ਘੰਟੇ ਨਾਲ ਤਾਂ ਤੁਹਾਡਾ ਗਲਾ ਵੀ ਨਹੀਂ ਗਰਮ ਹੋਣਾ, ਤੁਹਾਨੂੰ ਤਾਂ ਐਟਲੀਸਟ ਘੰਟਾ ਡੇਢ ਚਾਹੀਦਾ। ਗਲਾ ਗਰਮ ਹੋਏਗਾ, ਫਿਰ ਤੁਹਾਨੂੰ ਲੱਗੇਗਾ ਕਿ ਮੈਂ ਕੁਝ ਕਰਕੇ ਆਇਆ। ਮੰਨੇ ਨਹੀਂ, ਥੋੜ੍ਹੀ ਜਿਹੀ ਮੇਰੀ ਬਹਿਸ ਹੋ ਗਈ ਉਹਨਾਂ ਦੇ ਨਾਲ ਵੀ ਤੁਸੀਂ ਕੀ ਜਿੱਦੀ ਜਾਂਦੇ ਨਿਆਣਿਆਂ ਵਾਂਗੂ ਇੱਦਾਂ ਉੱਦਾਂ। ਫਿਰ ਉਹਨਾਂ ਨੇ ਇੱਕ ਗੱਲ ਐਸੀ ਕਹੀ ਕਿ ਮੇਰੇ ਕੋਲ ਲਫ਼ਜ਼ ਹੀ ਖਤਮ ਹੋ ਗਏ। ਮੈਨੂੰ ਕਹਿੰਦੇ ਖਾਨ ਸਾਹਿਬ ਤੈਨੂੰ ਪਤਾ ਅੱਜ ਸਾਬਰਕੋਟੀ ਕਿਉਂ ਆ? ਮੈਂ ਕਿਹਾ ਜੀ ਉਹ ਤਾਂ ਫਿਰ ਤੁਹਾਡੀ ਇੰਨੇ ਸਾਲਾਂ ਦੀ ਮਿਹਨਤ ਹੈ ਜੀ, ਇੰਨੇ ਸਾਲ ਤੁਸੀਂ ਸਟਰਗਲ ਕੀਤਾ। ਕਹਿੰਦੇ ਆ ਉਹ ਇੱਕ ਗੱਲ ਹੈ ਬੇਟਾ, ਲੇਕਿਨ ਸਭ ਤੋਂ ਵੱਡਾ ਜਿਹੜਾ ਉਹ 'ਚ ਰੋਲ ਆ ਉਹ ਕਿਹਦਾ ਪਤਾ ਤੈਨੂੰ? ਮੈਂ ਕਿਹਾ ਜੀ ਚਾਨਣ ਪਾ ਦਿਓ, ਮੈਨੂੰ ਦੱਸੋ। ਕਹਿੰਦਾ ਤੈਨੂੰ ਪਤਾ ਜੇ ਰੱਬ ਨੂੰ ਪੂਜਣ ਵਾਲੇ ਨਾ ਹੋਣ ਫਿਰ ਕੀ ਰੱਬ ਦੀ ਕੋਈ ਕਦਰ ਪਏਗੀ, ਵੈਲਿਊ ਪਏਗੀ? ਮੈਂ ਕਿਹਾ ਜੀ ਨਹੀਂ। ਕਹਿੰਦੇ ਇਸੇ ਤਰੀਕੇ ਦੇ ਨਾਲ ਜੇ ਆਹ ਸਾਬਰਕੋਟੀ ਹੈ ਨਾ, ਇਹਦੀ ਕਦਰ ਤਾਂ ਪੈਂਦੀ ਹੈ ਜੇ ਇਹਨੂੰ ਚਾਹੁਣ ਵਾਲੇ ਲੋਕ ਨੇ। ਤੇ ਹੁਣ ਮੈਨੂੰ ਇਸ ਤੋਂ ਬਾਅਦ ਕੋਈ ਗੱਲ ਨਾ ਕਰੀ ਬੇਟਾ, ਮੈਨੂੰ ਜਾ ਲੈਣ ਦੇ, ਕਿਉਂਕਿ ਤੂੰ ਉਸੇ ਗੱਲ ਤੇ ਅੜਿਆ ਰਹੇਗਾ, ਲੇਕਿਨ ਮੇਰੀ ਗੱਲ ਪਹਿਲਾਂ ਸੁਣ ਲਈ, ਫਿਰ ਮੇਰੀ ਗੱਲ ਟੋਕੀ। ਮੈਂ ਕਿਹਾ ਅੱਛਾ ਜੀ। ਮੈਨੂੰ ਕਹਿੰਦੇ ਤੈਨੂੰ ਪਤਾ ਕਿ ਕਿੰਨੇ ਸਾਰੇ ਲੋਕ ਉੱਥੇ ਆਏ ਹੋਣੇ ਸਿਰਫ ਸਾਬਰਕੋਟੀ ਨੂੰ ਸੁਣਨ ਵਾਸਤੇ, ਦੇਖਣ ਵਾਸਤੇ। ਬੇਟਾ ਜੇ ਮੈਂ ਨਹੀਂ ਗਿਆ ਉਹਨਾਂ ਦਾ ਦਿਲ ਟੁੱਟ ਜਾਣਾ। ਤੇ ਮੈਂ ਆ ਗਿਆ ਬਾਹਰ। ਮੈਂ ਕਿਹਾ ਹੁਣ ਮੈਂ ਕੀ ਕਹਾਂ? ਫਿਰ ਆਪਣੇ ਆਪ ਨੂੰ ਮਨਾਇਆ ਮੈਂ ਕਿ ਨਹੀਂ ਯਾਰ ਕੋਈ ਨਹੀਂ, ਜੋ ਗੱਲ ਕਰ ਰਹੇ ਆ, ਆਫਟਰ ਆਲ 28-29 ਸਾਲ ਦਾ ਉਹਨਾਂ ਦਾ ਕੈਰੀਅਰ ਹੈ, ਔਰ ਮੈਂ ਤਾਂ ਅਜੇ ਸ਼ੁਰੂ ਵੀ ਨਹੀਂ ਕੀਤਾ, ਮੈਂ ਬਹਿਸ ਕਰੀ ਜਾਂਦਾ। ਚਲੋ ਮੈਂ ਉਹਨਾਂ ਨੂੰ ਰੈਡੀ ਵਗੈਰਾ ਕੀਤਾ, ਅਸੀਂ ਚਲੇ ਗਏ। ਜਾਂਦੇ ਜਾਂਦੇ ਅਸੀਂ ਅਜੇ ਸਟੇਜ ਦੇ ਕੋਲ ਪਹੁੰਚੇ ਆ, ਫੀਵਰ ਫੇਰ ਆਪਣੇ ਚੜ ਗਿਆ, ਪੀਕ ਤੇ ਸੀਗਾ ਪੂਰਾ। ਡੈਡੀ ਕਹਿੰਦੇ ਮੇਰੇ ਕੰਨਾਂ 'ਚ ਖਾਨ ਸਾਹਿਬ ਵਿਸਲ ਵੱਜ ਰਹੀ ਆ। ਮੈਂ ਕਿਹਾ ਜੀ ਇਹਦਾ ਮਤਲਬ ਵੀਕਨੈਸ ਹੈ, ਹਾਲੇ ਵੀ ਟਾਈਮ ਆ, ਮੈਂ ਜਾ ਕੇ ਬਾਬਿਆਂ ਨੂੰ ਰਿਕੁਐਸਟ ਕਰ ਲੈਣਾ। ਕਹਿੰਦੇ ਨਹੀਂ ਖਾਨ ਸਾਹਿਬ, ਜੇ ਰੱਬ ਇੱਥੇ ਤੱਕ ਲਿਆਇਆ ਨਾ ਤੇ ਫਿਰ ਗਾਂ ਵੀ ਉਹਨੇ ਮੇਰੇ ਵਾਸਤੇ ਕੁਛ ਸੋਚਿਆ। ਕੋਈ ਗੱਲ ਨਹੀਂ ਚਲੋ। ਅਸੀਂ ਗਏ ਸਟੇਜ 'ਤੇ, ਲੋਕਾਂ ਦਾ ਪਿਆਰ ਐਸਾ, ਔਰ ਜਿਹੜੀ ਉਹਨਾਂ ਨੇ ਗੱਲ ਮੈਨੂੰ ਕਹੀ ਕਿ ਸਾਬਰਕੋਟੀ ਕਿਉਂ ਆ? ਲੋਕਾਂ ਕਰਕੇ। ਉਹ ਜਦੋਂ ਮੈਂ ਲੋਕਾਂ ਦੀਆਂ ਤਾੜੀਆਂ, ਲੋਕਾਂ ਦੀਆਂ ਸੀਟੀਆਂ, ਲੋਕਾਂ ਦੀ ਹੂਟਿੰਗ ਉਹਨਾਂ ਨੂੰ ਦੇਖ ਕੇ ਕਿ ਵਾਹ ਫਿਰ ਆ ਗਏ, ਮੇਰੇ ਉਹਨਾਂ ਨੇ ਇੱਦਾਂ ਦੇਖਿਆ। ਮੈਂ ਕਿਹਾ ਜੀ ਚਲੋ। ਅਸੀਂ ਬੈਠ ਗਏ। ਫਿਰ ਉਹਨਾਂ ਨੇ ਬੈਠ ਕੇ ਮੇਰਾ ਖਿਆਲ
2 ਘੰਟੇ ਤੋਂ ਉੱਪਰ ਹੀ ਗਾਇਆ ਸੀ ਉਸ ਟਾਈਮ। ਔਰ ਮੈਂ ਉਹਨਾਂ ਦੇ ਪਿੱਛੇ ਪਿੱਲੋ ਰੱਖ ਕੇ ਇੱਕ ਗੋਲ, ਤੇ ਉਹਦੇ ਨਾਲ ਗੋਡਾ ਲਗਾ ਕੇ ਬੈਠਾ ਆਪਣਾ, ਤੇ ਉਹਦੇ ਨਾਲ ਗੋਡਾ ਲਗਾ ਕੇ ਬੈਠ ਕੇ ਤਾਂ ਮੈਂ ਪਹਿਲਾਂ ਮੈਂ ਬੈਠਾ ਰਿਹਾ, ਫਿਰ ਹੌਲੀ ਹੌਲੀ ਇੱਦਾਂ ਸੀ। ਉਹ ਸ਼ੋਅ ਉਹਨਾਂ ਨੇ ਮਤਲਬ ਇੰਨਾ ਕੁ ਉਹਨਾਂ ਨੂੰ ਇਸ਼ਕ ਸੀਗਾ ਗਾਣੇ ਵਜਾਣੇ ਨਾਲ, ਪਲੱਸ ਪਬਲਿਕ ਦੇ ਨਾਲ, ਜੀ, ਕਿ ਉਹਨਾਂ ਦਾ ਦਿਲ ਟੁੱਟ ਜਾਣਾ। ਔਰ ਇਹ ਦੇਖ ਲਓ ਕਿ ਅੱਜ ਵੀ ਉਹ ਪਿਆਰ ਬਰਕਰਾਰ ਹੈ। ਅੱਜ ਵੀ ਹਾਲਾਂਕਿ ਉਹਨਾਂ ਨੂੰ ਸਾਡੇ ਤੋਂ ਵਿਛੜਿਆਂ ਨੂੰ 4 ਸਾਲ ਹੋ ਗਏ ਆ, ਪਰ ਮੈਂ ਸਮਝਦਾ ਹਾਂ ਕਿ ਸਰੀਰਕ ਤੌਰ ਤੇ ਚਲੋ ਵਿਛੋੜਾ ਸਰੀਰ ਹੈ, ਸਰੀਰ ਤਾਂ ਨਾਸ਼ਵਾਨ ਹੈ, ਸਰੀਰ ਨੇ ਤਾਂ ਖਤਮ ਹੋਣਾ ਹੀ ਹੈ, ਬਿਲਕੁਲ। ਪਰ ਮੈਂ ਸਮਝਦਾ ਕਿ ਅੱਜ ਵੀ ਮੇਰੇ ਨਾਲ ਨੇ, ਅੱਜ ਵੀ ਮੈਨੂੰ ਆਪਣੇ ਵੀਡੀਓਜ਼ ਰਾਹੀਂ, ਆਡੀਓਜ਼ ਰਾਹੀਂ ਮੈਨੂੰ ਪੜ੍ਹਾਉਂਦੇ ਰਹਿੰਦੇ ਆ। ਅੱਜ ਵੀ ਮੈਂ ਕਿਤੇ ਪਰਫਾਰਮ ਕਰਦਾ, ਕਿਤੇ ਵੀ ਜਾਣ ਤੋਂ ਪਹਿਲਾਂ ਮੈਂ ਉਹਨਾਂ ਦੀ ਜਿੰਨੀ ਲਾਈਵ ਰਿਕਾਰਡਿੰਗਸ ਆ, ਜੋ ਉਹਨਾਂ ਨੇ ਗਾਇਆ ਹੋਇਆ, ਮੈਂ ਉਹਨਾਂ ਨੂੰ ਗਾਉਣ ਦੀ ਕੋਸ਼ਿਸ਼ ਕਰਦਾ ਆ। ਔਰ ਅਜੇ ਤੱਕ ਤਾਂ ਕੋਸ਼ਿਸ਼ ਸਫਲ ਨਹੀਂ ਹੋਈ, ਕਿਉਂਕਿ ਇੱਕ ਇਨਸਾਨ ਦਾ ਤਜਰਬਾ ਜਿਹੜਾ ਹੈ 28-29 ਸਾਲਾਂ ਦਾ ਇੱਕ ਤਜਰਬਾ ਹੈ। ਔਰ ਇੱਕ ਇਨਸਾਨ, ਇੱਕ ਨਿਆਣਾ ਜਿਹੜਾ ਕਹਿ ਲਓ ਕਿ ਜਿਹਨੇ ਹਾਲੇ ਤੁਰਨਾ ਵੀ ਨਹੀਂ ਸ਼ੁਰੂ ਕੀਤਾ, ਉਹਦੇ ਲਈ ਬਹੁਤ ਮੁਸ਼ਕਿਲ ਕੰਮ ਹੈ। ਬਟ ਮੈਂ ਕੋਸ਼ਿਸ਼ ਪੂਰੀ ਕਰਦਾ ਹੁੰਦਾ ਆ। ਕਿਤੇ ਨਾ ਕਿਤੇ ਗਲਤੀਆਂ ਹੋ ਵੀ ਜਾਂਦੀਆਂ, ਕਿਉਂਕਿ ਇਨਸਾਨ ਜਿਹੜਾ ਉਹ ਮੈਂ ਸਮਝਦਾ ਗਲਤੀ ਦਾ ਇੱਕ ਪੁਤਲਾ ਹੈ। ਗਲਤੀਆਂ ਕਰਦੇ ਵੀ ਰਹਿੰਦੇ ਆ, ਕੋਸ਼ਿਸ਼ ਕਰਦੇ ਰਹਿੰਦੇ, ਸੁਧਾਰਦੇ ਵੀ ਰਹੀਏ। ਤੁਸੀਂ ਟ੍ਰਿਬਿਊਟ ਵੀ ਦਿੱਤੀ ਸੀ, ਟ੍ਰਿਬਿਊਟ ਲਈ ਗਾਣਾ ਵੀ ਜਿਹੜੇ ਹੈ ਉਹਨਾਂ ਲਈ ਤਿਆਰ ਕੀਤੇ ਸੀਗੇ, ਹੈ ਨਾ ਜੀ। ਤੇ ਅਸੀਂ ਚਾਹਾਂਗੇ ਪਲੀਜ਼ ਉਹ ਵੀ ਸੁਣਾਓ। ਉਸ ਤੋਂ ਬਾਅਦ ਮੈਂ ਤੁਹਾਡਾ ਗਾਣਾ ਵੀ ਸੁਣਨਾ ਹੈ, ਪਰ ਪਹਿਲੇ ਮੈਂ ਚਾਹੂੰਗੀ ਜਿਹੜਾ ਟ੍ਰਿਬਿਊਟ 'ਚ ਤੁਸੀਂ ਗਾਣਾ ਗਾਇਆ ਹੋ। ਟ੍ਰਿਬਿਊਟ ਖੈਰ ਉਹਨਾਂ ਦੇ ਸਾਰੇ ਗਾਣੇ ਜਿਹੜੇ ਆ, ਉਹ ਤਾਂ ਇਹ ਕਹਿ ਲਓ ਕਿ ਪਹਿਲੀ ਗੱਲ ਤਾਂ ਉਹਨਾਂ ਨੂੰ ਗਾਣਾ ਹੀ ਬਹੁਤ ਔਖਾ ਹੈ। ਔਰ ਇਸ ਚੀਜ਼ ਨੂੰ ਕਿ ਮੈਂ ਉਹਨਾਂ ਨੂੰ ਗਾਵਾਂ, ਇਸ ਗੱਲ ਨੂੰ ਸੋਚਣਾ ਹੀ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਜੀ। ਔਰ ਗਾਣਾ ਅਸੀਂ ਬਹੁਤ ਸਾਰੇ ਗਾਣੇ ਕੀਤੇ ਵੀ ਸੀ, ਔਰ ਕੋਸ਼ਿਸ਼ ਵੀ ਕੀਤੀ ਕਿ ਉਹਨੂੰ ਪੂਰਾ ਕਰ ਸਕੀਏ, ਪਰ ਜੋ ਉਹਨਾਂ ਨੇ ਗਾ ਦਿੱਤਾ ਉਹ ਇੱਕ ਮਾਈਲਸਟੋਨ ਤੋਂ ਘੱਟ ਨਹੀਂ ਹੈ। ਔਰ ਮੈਂ ਸਮਝਦਾ ਹਾਂ ਕਿ ਚਾਹੇ ਉਹਨਾਂ ਦੇ ਗਾਣੇ ਆਪਾਂ ਦੁਬਾਰਾ ਬਣਾ ਲਈਏ, ਚਾਹੇ ਉਹਨੂੰ ਅਸੀਂ 1 ਵਾਰੀ ਗਾ ਲਈਏ, 10 ਵਾਰੀ ਗਾ ਲਈਏ, 100 ਵਾਰੀ ਗਾ ਲਈਏ, ਪਰ ਜੋ ਉਹਨਾਂ ਨੇ ਗਾ ਦਿੱਤਾ, ਜੋ ਹੋਰ ਇੰਡਸਟਰੀ ਦੇ ਜਿਹੜੇ ਦਿੱਗਜ ਲੋਕ ਨੇ, ਜੋ ਉਹਨਾਂ ਨੇ ਗਾ ਦਿੱਤਾ, ਅੱਜ ਲੋਕ ਰੀਮੇਕ ਕਰ ਰਹੇ ਆ, ਕਈ ਗਾਣਿਆਂ ਦੇ ਰੀਮੇਕ ਹੁੰਦੇ ਆ ਜੀ, ਬਟ ਓਰੀਜਨਲ ਤੇ ਓਰੀਜਨਲ ਹੈ। ਜੀ ਬਿਲਕੁਲ। ਤੇ ਮੈਂ ਇੱਕ ਉਹਨਾਂ ਨੂੰ ਟ੍ਰਿਬਿਊਟ ਕਰਕੇ ਥੋੜਾ ਕੁਝ ਟਾਈਮ ਪਹਿਲਾਂ ਹੀ ਇੱਕ ਵੀਡੀਓ ਅਪਲੋਡ ਕੀਤਾ ਸੀਗਾ, ਔਰ ਛੋਟੇ ਦਾ ਉੱਚ ਮਿਊਜ਼ਿਕ ਸੀਗਾ, ਤਾਂ ਉਹ ਸੀਗਾ ਵੀ ਜਿਹਦੇ ਵਿੱਚ ਤੇਰੀ ਯਾਦ ਪਈ। ਉਹ ਮੈਂ ਥੋੜਾ ਜਿਹਾ ਸਾਂਝਾ ਕਰਦਾ। ਇਹ ਗਾਣਾ ਸਾਂਝਾ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਗੱਲ ਦਰਸ਼ਕਾਂ ਨਾਲ ਵੀ ਸਾਂਝੀ ਕਰਨੀ ਚਾਹੂੰਗਾ ਜੀ। ਜਦੋਂ ਇਸ ਗਾਣੇ ਨੂੰ, ਜਦੋਂ ਇਹ ਐਲਬਮ ਹੰਝੂ ਤਿਆਰ ਕੀਤੀ ਗਈ ਸੀਗੀ, ਤਾਂ ਡੈਡੀ ਨੇ ਮੈਨੂੰ ਗੱਡੀ 'ਚ ਬਿਠਾਇਆ, ਕਹਿੰਦੇ ਖਾਨ ਸਾਹਿਬ ਇੱਧਰ ਆ ਪੁੱਤ। ਮੈਂ ਕਿਹਾ ਹਾਂਜੀ। ਕਹਿੰਦੇ ਗਾਣੇ ਆ ਮੈਂ ਕਰਕੇ ਆਇਆ, ਤੇ ਜੈਦੇਵ ਭਾਜੀ ਨੇ 'ਚ ਮਿਊਜ਼ਿਕ ਕੀਤਾ। ਮੈਂ ਕਿਹਾ ਅੱਛਾ ਜੀ। ਤੇ ਮੈਨੂੰ ਕਹਿੰਦੇ ਦੇਖ ਮਾੜਾ ਜਿਹਾ ਸੁਣ ਕੇ ਦੱਸ ਵੀ ਤੈਨੂੰ ਕੀ ਲੱਗਦਾ, ਥੋੜਾ ਮੈਨੂੰ ਆਪਣਾ ਰਿਵਿਊ ਦੇ। ਮੈਂ ਗਾਣੇ ਸੁਣੇ, ਹੰਝੂ ਸਾਰੇ ਸੁਣਾਏ ਉਹਨਾਂ ਨੇ। ਲਾਸਟ ਦੇ ਵਿੱਚ ਗਾਣਾ ਆ ਗਿਆ ਜਿਹਦੇ ਵਿੱਚ ਤੇਰੀ ਯਾਦ ਪਈ, ਤੇ ਉਹ ਬੇਸਿਕਲੀ ਸੀਗਾ ਉਹ ਡੈਮੋ। ਤੇ ਮੈਂ ਸੁਣਿਆ, ਤੇ ਮੈਨੂੰ ਕਹਿੰਦੇ ਕਿੱਦਾਂ ਦਾ ਲੱਗਾ। ਮੈਂ ਕਿਹਾ ਜੀ ਇੱਕ ਵਾਰੀ ਆਪਾਂ ਸਾਰਾ ਦੁਬਾਰਾ ਸੁਣੀਏ। ਕਹਿੰਦੇ ਦੁਬਾਰਾ ਸੁਣ ਲਓ। ਚਲੋ ਦੁਬਾਰਾ ਸੁਣਿਆ। ਮੈਂ ਕਿਹਾ ਜੀ ਇਹ ਫਾਈਨਲ ਕਰ ਦਿੱਤਾ, ਮਤਲਬ ਇੱਦਾਂ ਹੀ ਆਪਾਂ ਐਸੇ ਸੀਰੀਜ਼ 'ਚ ਪ੍ਰੋਜੈਕਟ ਕਰਨੇ ਆ? ਕਹਿੰਦੇ ਹਾਂ। ਮੈਂ ਕਿਹਾ ਜੀ ਗਾਣਾ ਮੈਨੂੰ ਚੰਗਾ ਨਹੀਂ ਲੱਗਾ। ਕਹਿੰਦੇ ਕਿਹੜਾ? ਮੈਂ ਕਿਹਾ ਜੀ ਆ ਜਿਹੜਾ ਲਾਸਟ ਦੇ ਵਿੱਚ ਆ ਜਿਹਦੇ ਵਿੱਚ ਤੇਰੀ ਯਾਦ ਪਈ। ਮੈਂ ਕਿਹਾ ਜੀ ਇੰਨਾ ਸੈਡ ਕੌਣ ਸੁਣਦਾ ਅੱਜ ਕੱਲ੍ਹ, ਇਹੋ ਜਿਹੇ ਗਾਣੇ ਥੋੜ੍ਹੀ ਸੁਣਨੇ ਕਿਸੇ ਨੇ। ਕਹਿੰਦੇ ਅੱਛਾ ਠੀਕ ਆ। ਕਹਿੰਦੇ ਉੱਦਾਂ, ਕਹਿੰਦੇ ਕਿੱਦਾਂ, ਤੈਨੂੰ ਕੀ ਲੱਗ ਰਿਹਾ ਗਾਣੇ ਐਲਬਮ 'ਚ ਕੀ ਲੱਗ ਰਿਹਾ? ਮੈਂ ਕਿਹਾ ਜੀ ਐਲਬਮ ਸਾਰੀ ਠੀਕ ਹੈ, A ਕਲਾਸ ਐਲਬਮ ਆ, ਬਟ ਮੈਨੂੰ ਆਹ ਗਾਣਾ ਪਸੰਦ ਨਹੀਂ ਆਇਆ। ਉਹਨੂੰ ਕਹਿੰਦੇ ਬੇਟਾ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਪਿਓ ਪਿਓ ਹੁੰਦਾ ਤੇ ਪੁੱਤ ਪੁੱਤ ਹੁੰਦਾ। ਬਿਲਕੁਲ। ਮੈਂ ਕਿਹਾ ਜੀ ਉਹ ਤੇ ਗੱਲ ਠੀਕ ਹੈ ਤੁਹਾਡੀ, ਪਰ ਮੈਨੂੰ ਗਾਣਾ ਨਾ ਇਹ ਰੜਕਦਾ ਆਇਆ, ਮੈਨੂੰ ਚੰਗਾ ਨਹੀਂ ਲੱਗ ਰਿਹਾ। ਕਹਿੰਦੇ ਕੋਈ ਨਹੀਂ ਬੇਟਾ, ਇਹ ਅਜੇ 5% ਆ, ਅਜੇ ਇਹ 95% ਬਣਨਾ ਹੈ। ਮੈਂ ਕਿਹਾ ਜੀ ਠੀਕ ਹੈ ਜੀ, ਪਰ ਕਹਿੰਦੇ ਉਨੀ ਦੇਰ ਮੈਨੂੰ ਇਹ ਨਾ ਕਹੀਂ ਕਿ ਮੈਨੂੰ ਗਾਣਾ ਦੁਬਾਰਾ ਸੁਣਾਓ। ਮੈਂ ਕਿਹਾ ਜੀ ਠੀਕ ਹੈ ਜੀ, ਮੈਨੂੰ ਕਰਕੇ ਫਿਰ ਸੁਣਾਇਓ ਜ਼ਰੂਰ। ਕਹਿੰਦੇ ਠੀਕ ਆ। ਉਹ ਗੱਲ ਨਿਕਲ ਗਈ, ਸਾਰਾ ਵਾਈਪ ਆਊਟ ਹੋ ਗਿਆ, ਹੋਰ ਅਸੀਂ ਗੱਲਾਂ 'ਚ ਹੋਰ ਬਿਜ਼ੀ ਹੋ ਗਏ। ਜਦੋਂ ਇਹ ਗਾਣਾ ਡੈਡੀ ਨੇ ਫਾਈਨਲ ਕੀਤਾ, ਔਰ ਫਾਈਨਲ ਕਰਕੇ ਜਦੋਂ ਇਹ ਗਾਣਾ ਸੁਣਾਇਆ ਮੈਨੂੰ, ਤਾਂ ਮੈਂ ਇਕੱਲਾ ਇੱਕ ਐਸਾ ਬੰਦਾ ਸੀਗਾ ਸ਼ਾਇਦ ਘਰ ਦੇ ਵਿੱਚ
ਜਿਹਨੇ ਇਹੀ ਗਾਣਾ ਸੁਣ ਸੁਣ ਕੇ ਸੀਡੀਆਂ ਇੰਨੀਆਂ ਕੁ ਖਰਾਬ ਕੀਤੀਆਂ, ਗੱਲਾਂ ਛੱਡ ਦੋ ਸੀ। ਔਰ ਇਹੀ ਗਾਣਾ ਪੂਰੀ ਐਲਬਮ ਦੇ ਵਿੱਚ ਸਿਰਫ ਇਹ ਗਾਣਾ ਸੀ ਜੋ ਮੇਰਾ ਫੇਵਰੇਟ ਗਾਣਾ ਬਣਿਆ। ਮੈਨੂੰ ਲੱਗਦਾ ਸਾਰਿਆਂ ਦਾ। ਬਿਲਕੁਲ ਬਿਲकुल। ਔਰ ਖੈਰ ਉਹਨਾਂ ਦੇ ਗਾਣੇ ਤਾਂ ਕੋਈ ਗਾਣਾ ਤੁਸੀਂ ਦੇਖ ਲਓ, ਤਾਰਾ ਅੰਬਰਾਂ ਤੇ ਕੋਈ ਕੋਈ ਏ ਜਾਂ ਕੋਈ ਵੀ ਹੈ ਗਾਣੇ, ਉਹਨਾਂ ਦੀ ਚੋਇਸ ਐਸੀ ਹੁੰਦੀ ਸੀ ਕਿ ਕੋਈ ਵੀ ਦਰਸ਼ਕ ਐਸਾ ਹੁੰਦਾ ਸੀ ਜਾਂ ਕੋਈ ਵੀ ਸਰੋਤਾ ਐਸਾ ਹੁੰਦਾ ਸੀਗਾ, ਉਸ ਚੀਜ਼ ਨੂੰ ਇਹ ਨਹੀਂ ਕਹਿ ਸਕਦਾ ਸੀ ਕਿ ਨਹੀਂ ਯਾਰ ਇਹ ਗਾਣਾ ਚੰਗਾ ਨਹੀਂ। ਉਹਨਾਂ ਦੀ ਚੋਣ ਐਸੀ ਹੁੰਦੀ ਸੀ। ਤੋ ਮੈਂ ਥੋੜਾ ਜਿਹਾ ਸਾਂਝਾ ਕਰਦਾ ਗਾਣਾ ਤੁਹਾਡੇ ਨਾਲ। ਜੇ ਅੱਗ ਲਾਇਆ ਹੀ ਸੜਨੀ ਸੀ, ਤੇਰੇ ਖਤਾ ਨਾਲ ਸੜ ਜਾਣੀ ਸੀ। ਜੇ ਪਾਣੀਆਂ ਦੇ ਵਿੱਚ ਹੜਨੀ ਸੀ, ਤੇਰੀ ਫੋਟੋ ਨਾਲ ਹੜ ਜਾਣੀ ਸੀ। ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ। ਹਾਏ ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ। ਜਿਹਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ। ਮੈਂ ਵੈਸੇ ਜ਼ਿਆਦਾ ਮੰਗਣ ਜਾ ਰਹੀ ਹਾਂ, ਮੈਂ ਚਾਹੂੰਗੀ ਤਾਰਾ ਅੰਬਰਾਂ ਤੇ ਕੋਈ ਕੋਈ ਹੈ ਉਹ ਵੀ ਪਲੀਜ਼। ਮੈਂ ਉਹ ਵੀ ਸੁਣਾਉਣਾ ਜੀ, ਕਿਉਂਕਿ ਇਹਨਾਂ ਗਾਣਿਆਂ ਤੋਂ ਬਿਨਾ ਅਸੀਂ ਵੀ ਅਧੂਰੇ ਆ ਔਰ ਉਹਨਾਂ ਦੀ ਗੱਲ ਵੀ ਅਧੂਰੀ ਹੈ। ਤੇ ਕਿੱਥੇ ਰੱਖੇਗਾ ਚੌਥੇ ਤੋਂ ਦੇ ਗਲਾ ਥੋੜਾ ਇਮੋਸ਼ਨਲ ਹੋ ਕੇ ਭਰ ਗਿਆ ਥੋੜਾ ਜਿਹਾ। ਬਿਲਕੁਲ ਬਿਲकुल। ਸਾਹ ਦੇ ਤਾਰਾ ਅੰਬਰਾਂ ਤੇ ਕੋਈ ਕੋਈ ਏ, ਤਾਰਾ ਅੰਬਰਾਂ ਤੇ ਕੋਈ ਕੋਈ ਏ, ਤਾਰਾ ਅੰਬਰਾਂ ਤੇ ਕੋਈ ਕੋਈ ਏ, ਤਾਰਾ ਅੰਬਰਾਂ ਤੇ ਕੋਈ ਕੋਈ ਏ। ਸਾਡੇ ਫਿਰੇ ਹੰਝੂ ਪੂੰਝਦਾ, ਸਾਡੇ ਫਿਰੇ ਹੰਝੂ ਪੂੰਝਦਾ, ਅੱਖ ਤੇਰੀ ਵੀ ਤਾਂ ਰੋਈ ਹੋਈ ਏ, ਅੱਖ ਤੇਰੀ ਵੀ ਤਾਂ ਰੋਈ ਹੋਈ ਏ, ਅੱਖ ਤੇਰੀ ਵੀ ਤਾਂ ਰੋਈ ਹੋਈ ਏ, ਅੱਖ ਤੇਰੀ ਵੀ ਤਾਂ ਰੋਈ ਹੋਈ ਏ। ਹਾਏ ਵੇ ਅੱਖ ਤੇਰੀ ਵੀ ਤਾਂ ਰੋਈ ਹੋਈ ਏ, ਅੱਖ ਤੇਰੀ ਵੀ ਤਾਂ ਰੋਈ ਹੋਈ ਏ। ਇਹਦੇ ਵਿੱਚ ਇਹਦਾ ਇੱਕ ਅੰਤਰਾ ਸੀਗਾ ਅੱਗੇ ਜੋ ਰਿਕਾਰਡ ਨਹੀਂ ਹੋਇਆ ਸੀਗਾ। ਉਹ ਅਕਸਰ ਕਿਹਾ ਕਰਦੇ ਸੀ ਕਿ ਬੇਟਾ ਤੁਸੀਂ ਸ਼ੁਰੂ ਕਰ ਲਿਆ, ਤੁਸੀਂ ਗਾਇਆ ਕਰੋ। ਉਹ ਵੀ ਮੈਂ ਸਰੋਤਿਆਂ ਨਾਲ ਸਾਂਝਾ ਕਰਦਾ ਹਾਂ। ਮੇਰੀ ਕੋਈ ਇੱਕ ਚਾਹ ਮਾਇਆ ਹੈ ਵੇ, ਮੇਰੀ ਇੱਕੋ ਇੱਕ ਚਾਹ ਮਾਇਆ, ਮੇਰੀ ਇੱਕੋ ਇੱਕ ਚਾਹ ਮਾਇਆ, ਇੱਕੋ ਇੱਕ ਚਾਹ ਮਾਇਆ। ਬਾਹਾਂ ਵਿੱਚ ਤੇਰੇ ਨਿਕਲੇ, ਬਾਹਾਂ ਵਿੱਚ ਤੇਰੇ ਨਿਕਲੇ, ਮੇਰਾ ਆਖਰੀ ਸਾਹ ਮਾਇਆ, ਉਹ ਮੇਰਾ ਆਖਰੀ ਸਾਹ ਮਾਇਆ, ਮੇਰਾ ਆਖਰੀ ਸਾਹ ਮਾਇਆ, ਉਹ ਮੇਰਾ ਆਖਰੀ ਸਾਹ ਮਾਇਆ। ਹਾਏ ਵੇ ਮੇਰਾ ਆਖਰੀ ਸਾਹ ਮਾਇਆ, ਆਖਰੀ ਸਾਹ ਮਾਇਆ। ਸੁਪਨੇ ਵਿੱਚ ਵੀ ਆਉਂਦੇ ਨੇ ਫਾਦਰ ਸਾਹਿਬ? ਬਹੁਤ ਜਦੋਂ ਥੋੜਾ ਜਿਹਾ ਮੈਂ ਗੁੰਝਲਾਂ 'ਚ ਫਸ ਜਾਵਾਂ, ਫਿਰ ਉਦੋਂ
ਗੱਲਾਂ ਕਰਦੇ ਰਹੀਦਾ ਉਹਨਾਂ ਦੇ ਨਾਲ, ਸੁਪਨਿਆਂ 'ਚ ਵੀ ਆਉਂਦੇ ਨੇ, ਕਿਸੇ ਟਾਈਮ ਇਸ਼ਾਰੇ ਐਸੇ ਆਉਂਦੇ ਆ, ਕਿਉਂਕਿ ਜਿਸ ਇਨਸਾਨ ਨੇ ਸਾਰੀ ਜ਼ਿੰਦਗੀ ਫਕੀਰਾਂ ਦੀ ਸੇਵਾ ਕੀਤੀ ਹੋਵੇ ਉਹਦਾ ਇੱਕ ਕਨੈਕਸ਼ਨ ਬਣ ਜਾਂਦਾ, ਇੱਕ ਸਪਿਰਿਚੁਅਲ ਕਨੈਕਸ਼ਨ ਬਣ ਜਾਂਦਾ। ਕਈ ਗੱਲਾਂ ਉਹ ਸਾਡੇ ਨਾਲ ਕਰਦੇ ਹੁੰਦੇ ਸੀਗੇ ਔਰ ਕਹਿ ਵੀ ਦਿੰਦੇ ਹੁੰਦੇ ਸੀ ਆਪਣੇ ਮੂੰਹ ਨਾਲ, ਕਹਿੰਦੇ ਵੀ ਪਤਾ ਨਹੀਂ ਅੱਜ ਕਿਹੜੀ ਗੱਲ ਆਈ ਹੈ, ਅੱਜ ਦਿਨ ਖਾਨ ਸਾਹਿਬ ਵੀਰਵਾਰ ਦਾ ਲੱਗਦਾ ਇਹ ਗੱਲ ਪੂਰੀ ਹੋਊਗੀ, ਅੱਜ ਦਾਤਿਆਂ ਨੇ ਕਢਾਤੀ ਮੂੰਹ ਤੋਂ। ਔਰ ਇਹ ਕਹਿ ਲਓ ਕਿ ਮੇਰਾ ਖੁਦ ਦਾ ਐਕਸਪੀਰੀਅੰਸ ਹੈ, ਮੈਂ ਆਪਣੇ ਅੱਖੀਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਉਹ ਸੱਚੀਆਂ ਹੁੰਦੀਆਂ ਦੇਖੀਆਂ। ਅੱਛਾ। ਔਰ ਇਹ ਗੱਲ ਇਸ ਲਈ ਨਹੀਂ ਮੈਂ ਕਹਿ ਰਿਹਾ ਕਿ ਮੈਂ ਉਹਨਾਂ ਦਾ ਬੇਟਾ, ਮੈਂ ਇਸ ਲਈ ਕਹਿ ਰਿਹਾ ਕਿ ਕੁਝ ਲੋਕ ਹੁੰਦੇ ਆ ਨਾ ਜਿਹੜੇ ਸੁਣੀ ਸੁਣਾਈ ਗੱਲ ਤੇ ਭਰੋਸਾ ਕਰਦੇ ਆ, ਕੁਝ ਲੋਕ ਹੁੰਦੇ ਆ ਜਿਹੜੀ ਚੀਜ਼ ਜਿੰਨੀ ਦੇਰ ਉਹ ਆਪਣੇ ਸਾਹਮਣੇ ਦੇਖ ਲਾ ਲੈਣ ਉਨੀ ਦੇਰ ਉਹ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦੇ। ਔਰ ਮੈਂ ਕਈ ਐਸੀਆਂ ਗੱਲਾਂ ਜਿਹੜੀਆਂ ਆਪਣੇ ਅੱਖੀਂ ਦੇਖੀਆਂ, ਆਪਣੇ ਅੱਖੀਂ ਉਸ ਚੀਜ਼ ਨੂੰ ਐਕਸਪੀਰੀਅੰਸ ਕਰਨ ਤੋਂ ਬਾਅਦ ਮੈਨੂੰ ਸੱਚੀ ਮੁੱਚੀ ਇਦਾਂ ਲੱਗਾ ਕਿ ਸਹੀ ਮਾਇਨੇ 'ਚ ਇੱਕ ਹਮੇਸ਼ਾ ਮੈਂ ਸੁਣਦਾ ਹੁੰਦਾ ਸੀਗਾ ਕਿ ਸਪਿਰਿਚੁਅਲ ਕਨੈਕਸ਼ਨ ਹੁੰਦਾ ਜੀ ਬੰਦੇ ਦਾ, ਇੱਦਾਂ ਹੁੰਦਾ ਉੱਦਾਂ ਹੁੰਦਾ, ਬਟ ਮੈਂ ਆਪਣੇ ਅੱਖੀਂ ਦੇਖਿਆ ਵੀ, ਸੁਣਿਆ ਵੀ ਔਰ ਐਕਸਪੀਰੀਅੰਸ ਵੀ ਕੀਤਾ। ਔਰ ਮਜ਼ੇ ਦੀ ਗੱਲ ਇਹ ਹੈ ਕਿ ਕੁਝ ਕੁ ਸਰੋਤਿਆਂ ਨੂੰ ਸ਼ਾਇਦ ਪਤਾ ਹੋਏਗਾ, ਕਿਉਂਕਿ ਮੈਂ ਕਈ ਇੰਟਰਵਿਊਜ਼ 'ਚ ਇਹ ਗੱਲਾਂ ਕਹੀਆਂ ਨੇ, ਕਈਆਂ 'ਚ ਨਹੀਂ ਮੌਕਾ ਮਿਲਦਾ। ਜਿਹੜੇ ਮੇਰੇ ਦਾਦਾ ਜੀ ਸੀਗੇ ਉਹਨਾਂ ਨੇ ਬਹੁਤ ਸੇਵਾ ਕੀਤੀ ਫਕੀਰਾਂ ਦੀ, ਔਰ ਮੇਰੇ ਦਾਦਾ ਜੀ ਨੇ ਮੇਰੇ ਡੈਡੀ ਨੂੰ ਇੱਕ ਹਫ਼ਤਾ ਪਹਿਲਾਂ ਦੱਸ ਦਿੱਤਾ ਸੀਗਾ ਕਿ ਸਾਬਰ ਬੇਟਾ ਮੈਂ ਅਗਲੇ ਵੀਰਵਾਰ ਚਲੇ ਜਾਣਾ ਦੁਨੀਆ ਤੋਂ। ਅੱਛਾ। ਔਰ ਸਹੀ ਮਾਇਨੇ 'ਚ ਇੱਦਾਂ ਹੋਇਆ ਵੀ, ਕਿਉਂਕਿ ਉਸ ਟਾਈਮ ਕੰਮ ਦਾ ਜ਼ੋਰ ਇੰਨਾ ਸੀਗਾ, ਡੈਡੀ ਦਾ ਫੋਕਸ ਕੰਮ ਵੱਲ ਹੁੰਦਾ ਸੀਗਾ, ਅਸੀਂ ਦੌੜਦੇ ਭੱਜਦੇ ਰਹੇ। ਲੇਕਿਨ ਜਦੋਂ ਇਹ ਗੱਲਾਂ ਹੋਈਆਂ, ਜਦੋਂ ਅਗਲਾ ਵੀਰਵਾਰ ਆਇਆ ਔਰ ਉਹੀ ਚੀਜ਼ ਹੋਈ, ਡੈਡੀ ਨੇ ਉਹ ਚੀਜ਼ ਐਕਸਪੀਰੀਅੰਸ ਕੀਤੀ, ਮੇਰੇ ਨਾਲ ਸਾਂਝੀ ਕੀਤੀ, ਬਟ ਮੈਂ ਜਿਹੜੀ ਸੋਝੀ ਸੀ, ਜਿਹੜੀ ਸੋਚ ਸੀ ਉਹ ਮੈਚਿਓਰ ਨਹੀਂ ਸੀ, ਨਹੀਂ ਪਤਾ ਸੀਗਾ। ਸੇਮ ਚੀਜ਼ ਉਹਨਾਂ ਨੇ ਮੈਨੂੰ ਕਹੀ। ਇੱਕ ਦਿਨ ਅਸੀਂ ਇੱਦਾਂ ਹੀ ਬੈਠੇ ਸੀ, ਰੂਮ ਦੇ ਵਿੱਚ ਬੈਠੇ ਔਰ ਕੁਝ ਸੁਣ ਰਹੇ ਸੀਗੇ, ਪਤਾ ਨਹੀਂ ਕੋਈ ਗਜ਼ਲ ਸੁਣ ਰਹੇ ਸੀ ਗੁਲਾਮ ਅਲੀ ਸਾਹਿਬ ਦੀ। ਮੈਨੂੰ ਕਹਿੰਦੇ ਖਾਨ ਸਾਹਿਬ, ਮੈਂ ਹਾਂਜੀ। ਕਹਿੰਦੇ ਯਾਰ ਮੈਂ ਨਾ ਸੋਚਦਾ ਕਿ ਮੈਂ ਵੀਰਵਾਰ ਨੂੰ ਜਾਵਾਂ। ਅੱਛਾ। ਹੁਣ ਮੈਂ ਉੱਥੇ ਨਹੀਂ ਸੋਚ ਰਿਹਾ ਸੀ ਜਿੱਥੇ ਉਹਨਾਂ ਦੀ ਸੋਚ ਸੀ, ਜਿੱਥੋਂ ਉਹਨਾਂ ਦੀ ਗੱਲ ਆ ਰਹੀ ਸੀ। ਮੇਰੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਵੀਰਵਾਰ ਨੂੰ ਉਹ ਸਾਡੇ ਪਿੰਡ ਦਰਬਾਰ ਹੈ ਦਾਤਿਆਂ ਦਾ, ਉੱਥੇ ਮੱਥਾ ਟੇਕਣ ਜਾਂਦੇ। ਮੇਰੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਸ਼ਾਇਦ ਉਹਨਾਂ ਨੇ ਉੱਥੇ ਜਾਣਾ, ਉੱਥੇ ਜਾਣ ਦੀ ਗੱਲ ਕਰ। ਮੈਨੂੰ ਕਹਿੰਦੇ ਮੈਂ ਵੀਰਵਾਰ ਨੂੰ ਜਾਊਂਗਾ ਤੇ ਮੈਂ ਸੋਚਦਾ ਯਾਰ ਚਿਰਾਗਾਂ ਦੇ ਟਾਈਮ ਤੇ ਜਾਈਏ, ਉਹ ਟਾਈਮ ਚੰਗਾ ਹੁੰਦਾ ਤੇ ਵੀਰਵਾਰ ਦਾ ਦਿਨ ਵੀ ਹੈ ਨਾ ਚੰਗਾ ਹੁੰਦਾ। ਮੈਂ ਕਿਹਾ ਜੀ ਫਕੀਰਾਂ ਦਾ ਦਿਨ ਹੀ ਵੀਰਵਾਰ ਦਾ ਹੁੰਦਾ ਜੀ, ਬਾਕੀ ਕੋਈ ਨਹੀਂ, ਤੁਸੀਂ ਮੈਨੂੰ ਦੱਸ ਦਿਓ ਕਿਹੜੇ ਮੁੰਡੇ ਨੂੰ ਕਹਿਣਾ ਆ, ਕਿਹਦੀ ਡਿਊਟੀ ਲਗਾਉਣੀ ਆ, ਕੋਈ ਨਹੀਂ ਮੈਂ ਕਹਿ ਦੂੰਗਾ। ਉਹ ਮੈਨੂੰ ਕਹਿੰਦੇ ਐਵੇਂ ਮਾਰੀ ਜਾਂਦਾ ਕਮਲੀਆਂ ਤੋਂ, ਤੈਨੂੰ ਨਹੀਂ ਪਤਾ ਮੈਂ ਕਿੱਥੋਂ ਬੋਲਦਾ, ਇਹ ਜਿੱਦਣ ਗੱਲ ਆਊਗੀ ਉਦਣ ਗੱਲ ਕਰਾਂਗੇ ਆਪਾਂ, ਜਾ ਹੁਣ ਤੂੰ ਜਾ ਆਪਣਾ ਕੰਮ ਕਰ। ਤੇ ਮੇਰੇ ਮਾਈਂਡ 'ਚੋਂ ਗੱਲ ਵਾਈਪ ਆਊਟ ਹੋ ਗਈ ਕਿ ਯਾਰ ਉਹ ਵੀਰਵਾਰ ਦੀ ਗੱਲ ਕੀਤੀ ਸੀਗੀ ਕੋਈ, ਕਿਉਂਕਿ ਐਟ ਦੈਟ ਮੋਮੈਂਟ ਉਹਨਾਂ ਦੀ ਮੈਡੀਸਨਸ ਵੀ ਚੱਲ ਰਹੀਆਂ ਸੀ, ਥੋੜ੍ਹਾ ਜਿਹਾ ਮੈਡੀਸਨਸ ਦਾ ਵੀ ਅਸਰ ਹੁੰਦਾ ਹੈ। ਤੇ ਚੱਲਦੇ ਗਏ ਚਲੋ ਇੱਕਦਮ ਬਿਮਾਰ ਹੋਣਾ ਸ਼ੁਰੂ ਹੋਏ। ਔਰ ਫਿਰ ਜਿੱਦਣ ਉਹਨਾਂ ਨੇ ਆਪਣੇ ਸਾਹ ਛੱਡੇ ਉਸ ਦਿਨ ਵੀ ਵੀਰਵਾਰ ਦਾ ਸੀ ਔਰ 5 ਵੱਜਣ ਦੇ ਵਿੱਚ 5 ਮਿੰਟ ਪਏ ਸੀਗੇ। ਤਾਂ ਇਹ ਮੈਮਰੀਜ਼ ਕੁਛ ਇੱਦਾਂ ਦੀਆਂ ਨੇ ਜਿਹਨੂੰ ਮੈਂ ਚਾਹ ਕੇ ਵੀ ਭੁਲਾ ਨਹੀਂ ਸਕਦਾ। ਔਰ ਇੱਕ ਗੱਲ ਹੋਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਜੀ। 25 ਜਨਵਰੀ ਨੂੰ ਅਸੀਂ ਯਾਦ ਕਰਦੇ ਹਾਂ ਡੈਡੀ ਨੂੰ ਹਰ ਸਾਲ, ਔਰ 2018 ਦੀ 25 ਜਨਵਰੀ ਡੈਡੀ ਸਾਡੇ ਤੋਂ ਵਿਛੜ ਗਏ ਸੀਗੇ। 25 ਫਰਵਰੀ ਨੂੰ ਮੇਰੀ ਜ਼ਿੰਦਗੀ ਦਾ ਪਹਿਲਾ ਸਟੇਜ ਸ਼ੋਅ ਸੀ ਜੋ ਮੈਂ ਉਹਨਾਂ ਤੋਂ ਬਗੈਰ ਕੀਤਾ ਸੋਲੋ। ਔਰ 25 ਮਾਰਚ ਨੂੰ ਮੇਰਾ ਬਰਥਡੇ ਹੁੰਦਾ ਹੈ। ਬਿਲਕੁਲ। ਔਰ ਇਹ ਸਾਲ ਦੀਆਂ ਇਹ 3/25 ਜਿਹੜੀਆਂ ਆਉਂਦੀਆਂ, ਮੈਂ ਬਹੁਤ ਬੇਚੈਨ ਹੋ ਜਾਂਦਾ ਹੁੰਦਾ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਸਰੂਫ ਰੱਖਾਂ, ਦੌੜ ਜਾਵਾਂ ਕਿਤੇ, ਕੁਝ ਸਟੂਡੀਓ 'ਚ ਕੁਝ ਕਰ ਲਵਾਂ, ਕਿਉਂਕਿ ਘਰ ਦੇ ਵਿੱਚ ਹਮੇਸ਼ਾ ਡੈਡੀ ਦੇ ਨਾਲ ਇੱਕੋ ਹੀ ਗੱਲ ਤੇ ਮੇਰੀ, ਖਾਸ ਕਰਕੇ 25 ਮਾਰਚ ਨੂੰ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਖਾਨ ਸਾਹਿਬ ਦਾ ਕੇਕ ਲਿਆਓ, ਇਹ ਕੇਕ ਕੱਟਣਾ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹਨਾਂ ਨੂੰ ਕੇਕ ਹੀ ਕੱਟਣਾ। ਹੁਣ ਜਦੋਂ ਪਹਿਲਾਂ ਛੋਟੇ ਸੀਗੇ ਉਦੋਂ ਕੱਟ ਲਏ ਕਾਫੀ ਕੇਕ, ਹੁਣ ਉਹ ਗੱਲ ਨਹੀਂ ਬਣਦੀ, ਹੁਣ ਛੱਡੋ ਡੈਡੀ।
ਉਹ ਕਹਿੰਦੇ ਅਰੇ ਓਏ ਜਿੰਨੀ ਦੇਰ ਮੈਂ ਜ਼ਿੰਦਾ ਉਨੀ ਦੇਰ ਕਟਾਇਆ ਕਰ ਕੇਕ। ਮੈਂ ਕਿਹਾ ਯਾਰ ਇੱਦਾਂ ਨਾ ਕਰਿਆ ਕਰੋ, ਆਹ ਗੱਲ ਨਾ ਕਿਹਾ ਕਰੋ, ਲਿਆਓ ਚਲੋ ਕੇਕ ਕੱਟੀਏ। ਔਰ ਉਸ ਦਿਨ ਜਦੋਂ ਬਰਥਡੇ ਆਉਂਦਾ ਮੇਰਾ, ਖਾਸ ਕਰਕੇ ਮੈਨੂੰ ਇੰਨੀ ਬੇਚੈਨੀ ਹੁੰਦੀ ਹੈ ਕਿ ਯਾਰ ਹੁਣ ਕੇਕ ਕੌਣ ਕਟਾਏਗਾ। ਮੈਂ ਉਹ ਚੀਜ਼ ਸੋਚਦਾ ਰਹਿਣਾ ਹੁੰਦਾ। ਤੇ ਸੌਰੀ ਮੈਂ ਨਹੀਂ, ਇਹ ਮੇਰਾ ਸਵਾਲ ਵੀ ਸੀ ਕਿਉਂਕਿ 25 ਤਰੀਕ ਤੁਹਾਡੇ ਲਈ ਜਿੱਥੇ ਵਧੀਆ ਉੱਥੇ ਇੱਕ ਕਾਲਾ ਦਿਨ ਵੀ ਕਹਿ ਸਕਦੇ ਆ ਕਿ ਬਹੁਤ 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 ਕਿਉਂਕਿ ਪੇਰੈਂਟਸ ਚਾਹੇ ਮਦਰ ਹੋਵੇ ਚਾਹੇ ਫਾਦਰ ਹੋਵੇ, ਸਿਰ ਤੋਂ ਉਹਨਾਂ ਦਾ ਸਾਇਆ ਜਦੋਂ ਉੱਠ ਜਾਂਦਾ ਹੈ ਤੇ ਉਹ ਦਰਦ ਬਿਆਨ ਕਰਨ ਵਾਲਾ ਨਹੀਂ ਹੁੰਦਾ ਹੈ ਨਾ। ਜੇ ਕਹਿੰਦੇ ਕਿ ਬੱਚੇ ਟਾਈਮ ਤੋਂ ਪਹਿਲਾਂ ਜਾਂ ਮਾਪਿਓ ਹੈਗੇ ਆ, ਬੱਚੇ ਚੱਲ ਜਾਣ ਤੇ ਮਾਪਿਓ ਲਈ ਉਸ ਤੋਂ ਵੱਡਾ ਕੋਈ ਦਰਦ ਔਰ ਦੁੱਖ ਨਹੀਂ ਹੈ। ਮੈਨੂੰ ਲੱਗਦਾ ਕਿ ਅਗਰ ਬੱਚੇ ਹੈ ਔਰ ਮਾਪਿਓ ਦੇ ਵਿੱਚੋਂ ਕੋਈ ਵੀ ਚੱਲ ਜਾਵੇ, ਉਸ ਤੋਂ ਵੱਡਾ ਦੁੱਖ ਤਕਲੀਫ ਵੀ ਕੋਈ ਨਹੀਂ ਹੈ। ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਿਹੜਾ ਵਿਛੋੜਾ ਹੈ, ਹਾਂਜੀ, ਉਹ ਤਾਂ ਇੱਕ ਐਸੇ ਡੂੰਘੇ ਜ਼ਖਮ ਵਰਗਾ ਹੁੰਦਾ ਹੈ ਜੋ ਸਾਰੀ ਜ਼ਿੰਦਗੀ ਨਹੀਂ ਭਰਦਾ। ਬਿਲਕੁਲ। ਔਰ ਉਹ ਖਾਸ ਕਰਕੇ ਦੇਖੋ ਜਿਹੜੇ ਪਰਿਵਾਰ ਦੇ ਵਿੱਚ ਇਹੋ ਜਿਹਾ ਇਨਸਾਨ ਹੋਵੇ ਜਿਹਨੇ ਕਦੀ, ਮੈਨੂੰ ਤਾਂ ਕਦੀ ਉਹਨਾਂ ਨੇ ਬੇਟਾ ਸਮਝਿਆ ਨਹੀਂ, ਮੇਰੇ ਨਾਲ ਕੋਈ ਗੱਲ ਕਰਨੀ, ਕੋਈ ਵੀ ਗੱਲ ਕਰਨੀ, ਉਹਨਾਂ ਨੇ ਹਮੇਸ਼ਾ ਮੈਨੂੰ ਇਹ ਗੱਲ ਕਹਿਣੀ, ਖਾਨ ਸਾਹਿਬ ਤੈਨੂੰ ਪਤਾ ਬੇਟਾ ਪੇ ਪੁੱਤ ਯਾਰ ਹੁੰਦੇ ਆ, ਪੇ ਪੁੱਤ ਨਹੀਂ ਹੁੰਦੇ। ਜਦੋਂ ਪੇ ਪੁੱਤ ਬਣ ਜਾਂਦੇ ਆ ਨਾ, ਫਿਰ ਫਾਸਲੇ ਆ ਜਾਂਦੇ ਆ। ਬੱਚਾ ਡਰਨ ਲੱਗ ਜਾਂਦਾ ਕਿ ਯਾਰ ਮੈਂ ਡੈਡੀ ਨਾਲ ਆ ਕੇ ਗੱਲ ਸ਼ੇਅਰ ਕਰਾਂ, ਜੇ ਮੈਂ ਕਰੂੰਗਾ ਉਹ ਪਤਾ ਨਹੀਂ ਕੀ ਉਹਨਾਂ ਦਾ ਰਿਐਕਸ਼ਨ ਹੋਏਗਾ, ਕੀ ਸੋਚਾਂਗੇ। ਕਦੀ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ। ਔਰ ਅੱਜ ਮੈਂ 32 ਸਾਲਾਂ ਦਾ ਹੋ ਗਿਆ ਔਰ ਮੈਂ ਜਦੋਂ ਤੋਂ ਪੈਦਾ ਹੋਇਆ, ਮੇਰੇ ਖਿਆਲ ਨਾਲ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਕਦੀ ਮੇਰੇ ਤੇ ਹੱਥ ਨਹੀਂ ਚੱਕਿਆ, ਕਦੀ ਨਹੀਂ। ਹਾਂ, ਮੈਨੂੰ ਮੈਚਿਓਰ ਕਰਨ ਦੇ ਉਹਨਾਂ ਦੇ ਥੋੜ੍ਹੇ ਜਿਹੇ ਤਰੀਕੇ ਇੱਦਾਂ ਦੇ ਹੁੰਦੇ ਸੀਗੇ ਕਿ ਮੇਰੀ ਮਰਜ਼ੀ ਤੋਂ ਬਿਨਾਂ ਮੈਨੂੰ ਫੋਰਸਫੁਲੀ ਇੱਧਰ ਲੈ ਜਾਣਾ ਜਾਂ ਪਿਆਰ ਨਾਲ ਕਰਕੇ ਪਤਿਆ ਕੇ ਲੈ ਜਾਣਾ। ਲੇਕਿਨ ਕਦੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹਨੂੰ ਮੈਂ ਡਾਂਟਾਂ ਜਾਂ ਇਹਨੂੰ ਮੈਂ ਮਾਰ ਕੇ ਲਿਜਾਵਾਂ ਜਾਂ ਕੁਛ। ਕਿਉਂਕਿ ਉਹਨਾਂ ਦੀ ਇੱਕ ਥਿਊਰੀ ਸੀ ਉਹਨਾਂ ਦੀ ਕਿ ਜਿਹੜੇ ਤੁਹਾਡੇ ਰਿਸ਼ਤੇ ਹੁੰਦੇ ਆ ਤੁਹਾਡੇ ਬੱਚਿਆਂ ਦੇ ਨਾਲ, ਉਹ ਇੱਕ ਬੈਲੂਨ ਦੀ ਤਰ੍ਹਾਂ ਹੁੰਦੇ ਆ। ਔਰ ਜੇ ਆਪਾਂ ਇੱਕ ਬੈਲੂਨ ਨੂੰ ਬਹੁਤ ਜ਼ਿਆਦਾ ਟਾਈਟਲੀ ਹੱਗ ਕਰਾਂਗੇ ਉਹ ਫਟ ਜਾਏਗਾ, ਕਿਉਂਕਿ ਉਹਨੂੰ ਇੱਕ ਸਪੇਸ ਨਹੀਂ ਮਿਲੇਗਾ। ਔਰ ਜੇ ਅਸੀਂ ਉਹਨੂੰ ਬਹੁਤ ਜ਼ਿਆਦਾ ਲੂਜ਼ ਛੱਡ ਦਾਂਗੇ ਉਹ ਉੱਡ ਜਾਏਗਾ। ਉਹਨਾਂ ਦੀ ਇਹ ਥਿਊਰੀ ਸੀ। ਤਾਂ ਔਰ ਉਹਨਾਂ ਨੇ ਕਦੀ ਨਹੀਂ ਮੈਨੂੰ ਇੱਦਾਂ ਕਿਹਾ ਜਾਂ ਕਦੀ ਨਹੀਂ ਮੈਨੂੰ ਇੱਦਾਂ ਉਹ ਕਿ ਮਤਲਬ ਕਦੀ ਡਰਾਇਆ ਨਹੀਂ, ਕਦੀ ਮਾਰਨ ਦਾ ਨਹੀਂ ਕੁਝ, ਕਦੀ ਹੱਥ ਨਹੀਂ ਚੱਕਿਆ ਉਹਨਾਂ ਨੇ ਹਮੇਸ਼ਾ ਮੈਨੂੰ ਫਰੈਂਡਲੀ ਟਰੀਟ ਕੀਤਾ। ਕੋਈ ਗੱਲ ਹੁੰਦੀ ਸੀ ਕੋਈ ਵੀ ਉਹਨਾਂ ਨੇ ਮੈਨੂੰ ਇਕੱਲੇ ਲੈ ਜਾਣਾ, ਕੀ ਹੋਇਆ ਬੇਟਾ ਤੂੰ ਉਦਾਸ ਲੱਗਦਾ, ਇੰਨਾ ਨਹੀਂ ਕੁਛ ਨਹੀਂ, ਠੀਕ ਆ। ਔਰ ਇੱਕ ਪੈਰੈਂਟ ਨੂੰ ਕਹਿ ਲਈਏ, ਇੱਕ ਪੈਰੈਂਟ ਨੂੰ ਸਾਈਡ ਤੇ ਕਰਕੇ ਜੇ ਆਪਾਂ ਗੱਲ ਕਰ ਲਈਏ, ਇੱਕ ਆਰਟਿਸਟ ਕਹਿ ਲਈਏ ਜਾਂ ਇੱਕ ਇਨਸਾਨ ਕਹਿ ਲਈਏ, ਉਹ ਮੈਨੂੰ ਅੱਜ ਪਤਾ ਲੱਗਦਾ ਹੈ ਕਿ ਉਹਨਾਂ ਨੇ ਲੋਕਾਂ ਤੋਂ ਪਿਆਰ ਕਿਸ ਲੈਵਲ ਤੱਕ ਲਿਆ ਸੀਗਾ। ਕਿਉਂਕਿ ਅਕਸਰ ਅਸੀਂ ਕਿਤੇ ਸ਼ੋਅ 'ਤੇ ਜਾਂਦੇ ਸੀਗੇ ਜੀ, ਸ਼ੋਅ ਸਾਡਾ ਖਤਮ ਹੋ ਜਾਣਾ, ਜਿੱਦਾਂ ਸਪੋਜ਼ ਕਰੋ ਰਾਤ ਨੂੰ 11:30 ਵਜੇ ਲਾਈਵ ਸਟੇਜ ਖਤਮ ਹੋ ਗਈ, ਕਿਸੇ ਨੇ ਅੱਖਾਂ ਭਰ ਲਈਆਂ, ਥੋੜ੍ਹਾ ਜਿਹਾ ਕਹਿ ਤਾ ਵੀ ਜੀ ਮੇਰੇ ਘਰ ਪੈਰ ਪਾ ਦਿਓ ਜੀ ਥੋੜ੍ਹਾ ਜਿਹਾ। ਡੈਡੀ ਨੇ ਕਹਿਣਾ ਖਾਨ ਸਾਹਿਬ ਚੱਲ ਕੋਈ ਨਹੀਂ ਬੇਟਾ 10 ਮਿੰਟ ਹੀ ਜਾਣਾ। ਉਹ 10 ਮਿੰਟ ਤੋਂ ਲੈ ਕੇ ਸਵੇਰ ਦੇ 5 ਕਦੋਂ ਵੱਜਦੇ ਸੀ ਨਹੀਂ ਪਤਾ ਲੱਗਦਾ ਸੀ। ਹਾਰਮੋਨੀਅਮ ਖੁੱਲ੍ਹ ਜਾਣਾ, ਤਬਲਾ ਖੁੱਲ੍ਹ ਜਾਣਾ, ਅਸੀਂ ਪੂਰਾ ਇੰਜੋਏ ਕਰਨਾ ਉਹਨਾਂ ਨੇ। ਔਰ ਮੈਂ ਗੱਡੀ 'ਚ ਬੈਠ ਕੇ ਖਿਜੀ ਜਾਣਾ ਕਿ ਜਲਦੀ ਫ੍ਰੀ ਨਹੀਂ ਹੋ ਰਹੀ ਯਾਰ, ਕੀ ਯਾਰ ਡੈਡੀ ਨਿਕਲਦੇ ਨਹੀਂ ਯਾਰ, ਪ੍ਰੋਗਰਾਮ ਹੋ ਗਿਆ ਚਲੀਏ ਘਰ ਜਾ ਕੇ ਆਰਾਮ ਕਰੀਏ ਇਹ ਉਹ। ਲੇਕਿਨ ਅੱਜ ਮੈਂ ਕਹਿੰਦਾ ਕਿ ਨਹੀਂ, ਮੇਰੇ ਮੂੰਹੋਂ ਜਿਹੜੀ ਉਹ ਗੱਲ ਉਸ ਟਾਈਮ ਨਿਕਲੀ ਸੀ ਨਾ ਉਹ ਗਲਤ ਸੀ। ਡੈਡੀ ਆਪਣੀ ਜਗ੍ਹਾ ਠੀਕ ਸੀਗੇ। ਕਿਉਂਕਿ ਅੱਜ ਮੈਂ ਕਿਤੇ ਵੀ ਜਾਣਾ, ਕਿਸੇ ਨਵੀਂ ਜਗ੍ਹਾ 'ਤੇ ਪਰਫੋਰਮ ਕਰਨ ਜਾਣਾ ਜਾਂ ਕਿਸੇ ਨਵੀਂ ਫੈਮਿਲੀ ਦੇ ਵਿੱਚ ਜਾਣਾ ਹੈ ਪਰਫੋਰਮ ਕਰਨ ਦੇ ਵਿੱਚ ਜਾਂ ਮਹਿਫਲ ਦੇ ਵਿੱਚ, ਹਰ ਇਨਸਾਨ ਮੈਨੂੰ ਇੱਦਾਂ ਮਿਲਦਾ ਹੈ ਕਿ ਜਿੱਦਾਂ ਮੈਨੂੰ ਪਤਾ ਨਹੀਂ ਸਦੀਆਂ ਤੋਂ ਜਾਣਦਾ ਹੁੰਦਾ। ਚਾਹੇ ਉਹ ਮੇਰੀ ਹਮ ਉਮਰ ਦੇ ਲੋਕ ਹੋਣ ਜਾਂ ਮੇਰੇ ਤੋਂ ਉਮਰ 'ਚ ਵੱਡੇ ਹੋਣ ਜਾਂ ਛੋਟੇ ਹੋਣ, ਸਭ ਜੱਫੀ ਪਾ ਕੇ ਮਿਲਦੇ ਆ। ਔਰ ਮੈਂ ਸਮਝਦਾ ਕਿ ਸਭ ਤੋਂ ਵੱਡਾ ਜੋ ਲੋਕ ਇਹ ਕਹਿੰਦੇ ਆ ਕਿ ਨਹੀਂ ਉਹ ਸਾਬਰਕੋਟੀ ਸਾਹਿਬ ਨੇ ਬੱਚਿਆਂ ਨੂੰ ਨਹੀਂ ਕੁਛ ਦਿੱਤਾ, ਘਰ ਦੇ ਵਿੱਚ ਨਹੀਂ ਦਿੱਤਾ, ਮੈਂ ਸਮਝਦਾ ਕਿ ਉਹ ਥੋੜ੍ਹੇ ਜਿਹੇ ਇੱਥੋਂ ਕੱਚੇ ਆ। ਕਿਉਂਕਿ ਲੋਕ ਤਰਸਦੇ ਸੀ ਸਾਬਰਕੋਟੀ ਸਾਹਿਬ ਦੇ ਕੋਲ ਖੜੇ ਹੋਣ, ਉਹਨਾਂ ਨੂੰ ਦੇਖਣ ਨੂੰ। ਔਰ ਮੈਂ ਤਾਂ ਖੈਰ ਉਹਨਾਂ ਦੇ ਘਰ 'ਚ ਪੈਦਾ ਹੋਇਆ, ਮੇਰੇ ਨਾਲੋਂ ਮੈਂ ਸਮਝਦਾ ਕਿ ਕਿਸਮਤ ਵਾਲਾ ਬੰਦਾ ਇਸ ਦੁਨੀਆ 'ਚ ਹੋਰ ਨਹੀਂ ਕੋਈ ਹੈਗਾ। ਆਖਰੀ ਸਮੇਂ ਦੇ ਵਿੱਚ ਜਿੱਦਾਂ ਅਸੀਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀ, ਉਹਨਾਂ ਦਾ ਧਿਆਨ ਹੁੰਦਾ ਸੀਗਾ ਇਸ ਚੀਜ਼ ਦੇ ਵਿੱਚ ਕਿ ਕੋਈ ਮੈਨੂੰ ਮਿਲਣ ਆ ਰਿਹਾ ਹੈ, ਕੋਈ
ਆਊਗਾ ਮੈਨੂੰ ਮਿਲਣ, ਕਿਉਂਕਿ ਉਹ ਦੋਸਤੀ ਦੇ ਮਾਮਲੇ ਵਿੱਚ ਬੜੇ ਪੱਕੇ ਸੀਗੇ ਹੈ ਨਾ, ਬਹੁਤ, ਮੇਲ ਬਹੁਤ ਮਿਲਾਪ ਜੀ, ਬਹੁਤ। ਬਹੁਤ ਲੋਕਾਂ ਨਾਲ, ਬਹੁਤ ਦੋਸਤਾਂ ਨਾਲ ਉਹਨਾਂ ਦਾ ਰਹਿੰਦਾ ਸੀਗਾ ਜੀ। ਇਹ ਉਹਨਾਂ ਨੂੰ ਖਟਕਦੀ ਸੀ ਚੀਜ਼ ਕਿ ਕੋਈ ਆਂਦਾ ਨਹੀਂ ਉਹਨਾਂ ਦੇ ਉਸ ਜਦੋਂ ਬਿਮਾਰ ਸੀਗੇ ਉਸ ਸਮੇਂ ਦੇ ਵਿੱਚ। ਬਿਲਕੁਲ ਜਦੋਂ ਥੋੜਾ ਜਿਹਾ ਉਹਨਾਂ ਨੂੰ ਜਦੋਂ ਪ੍ਰੋਬਲਮ ਸ਼ੁਰੂ ਹੋਈ ਜਨੇਊ ਤੋਂ ਬਾਅਦ, ਟਾਈਫਾਇਡ ਹੋ ਗਿਆ, ਟਾਈਫਾਇਡ ਤੋਂ ਬਾਅਦ ਬੋਡੀ ਦੇ ਵਿੱਚ ਮੈਲਫੰਕਸ਼ਨਸ ਇੰਨੇ ਜ਼ਿਆਦਾ ਹੋ ਗਏ ਕਿ ਡਾਕਟਰਸ ਦਾ ਵੀ ਐਕਸਪਲੇਨ ਕਰਨਾ ਮੁਸ਼ਕਿਲ ਹੋ ਗਿਆ ਸੀ ਕਿ ਹੁਣ ਦੱਸੀਏ ਕਿ ਹੋਇਆ ਕੀ ਇਹਨਾਂ ਨੂੰ। ਕਿਉਂਕਿ ਜਦੋਂ ਉਹਨਾਂ ਨੂੰ ਜਨੇਊ ਹੋਇਆ, ਜਨੇਊ ਤੋਂ ਬਾਅਦ ਮੇਰਾ ਖਿਆਲ 2.5-3 ਮਹੀਨੇ ਤਾਂ ਉਹਨਾਂ ਨੇ ਖਾਣਾ ਖਾਦਾ ਹੀ ਨਹੀਂ। ਲਿਕੁਇਡ ਜੂਸ ਵਗੈਰਾ ਲੈਂਦੇ ਸੀਗੇ ਜਾਂ ਦੁੱਧ ਲੈ ਲਿਆ, ਉਹ ਜੇ ਕਿਤੇ ਮਾਲਕ ਦੀ ਮਰਜ਼ੀ ਹੋਈ ਤਾਂ ਉਹ ਅੰਦਰ ਚਲੇ ਜਾਂਦਾ ਸੀ ਬੋਡੀ 'ਚ, ਨੇ ਤਾਂ ਉਹ ਬਾਹਰ ਆ ਜਾਂਦਾ ਸੀਗਾ। ਫਿਰ ਉਸ ਤੋਂ ਬਾਅਦ ਟਾਈਫਾਇਡ ਔਰ ਰਹੀ ਗੱਲ ਯਾਰਾਂ ਦੋਸਤਾਂ ਦੀ, ਨੋ ਡਾਊਟ ਉਹਨਾਂ ਨੇ ਹਮੇਸ਼ਾ ਇੱਕੋ ਗੱਲ ਕਹੀ। ਕਿਸੇ ਵੇਲੇ ਮੈਂ ਵੀ ਨਾਰਾਜ਼ ਹੋ ਜਾਂਦਾ ਸੀਗਾ, ਮੰਮੀ ਵੀ ਗੁੱਸੇ ਹੋ ਜਾਂਦੇ ਸੀਗੇ ਕਿ ਤੁਸੀਂ ਬਾਹਰ ਟਾਈਮ ਖਰਾਬ ਕਰਦੇ ਰਹਿੰਦੇ, ਟਾਈਮ ਸਿਰ ਘਰ ਆਇਆ ਕਰੋ, ਇਹ ਉਹ ਅਕਸਰ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਬੇਟਾ ਹੁਣ ਤੇਰੀ ਮਾਂ ਨੂੰ ਕੀ ਸਮਝਾਵਾਂ, ਮੈਂ ਸਮਝਦੀ ਨਹੀਂ ਗੱਲ ਨੂੰ, ਤੂੰ ਸਮਝਾਈ ਕਿ ਇਹ ਜਿਹੜਾ ਸਾਬਰਕੋਟੀ ਹੈ ਨਾ, ਇਹ ਤੁਹਾਡਾ ਵੀ ਆ ਲੇਕਿਨ ਤੁਹਾਡਾ ਬਾਅਦ 'ਚ, ਲੇਕਿਨ ਉਹ ਆਪਣੇ ਸਰੋਤਿਆਂ ਦਾ ਪਹਿਲਾਂ ਆ ਜੀ। ਮੈਨੂੰ ਮੁਹੱਬਤ ਕਰਨ ਵਾਲਿਆਂ ਦਾ ਪਹਿਲਾਂ ਆ। ਔਰ ਜਦੋਂ ਉਹ ਬਿਮਾਰ ਹੋਣਾ ਸ਼ੁਰੂ ਹੋਏ, ਸਭ ਤੋਂ ਜ਼ਿਆਦਾ ਜਿਸ ਚੀਜ਼ ਨੇ ਉਹਨਾਂ ਦੇ ਦਿਲੋਂ ਦਿਮਾਗ 'ਤੇ ਅਸਰ ਕੀਤਾ, ਉਹ ਇਸ ਚੀਜ਼ ਨੇ ਕੀਤਾ ਕਿ ਜਦੋਂ ਉਹ ਠੀਕ ਠਾਕ ਸੀ, ਸ਼ੋਅ ਵਗੈਰਾ ਕਰਦੇ ਸੀ, ਲੋਕਾਂ ਨੂੰ ਮਿਲਦੇ ਵਿਚਰਦੇ ਸੀਗੇ, ਤਾਂ ਘਰ ਦੇ ਵਿੱਚ ਮੇਲਾ ਲੱਗਿਆ ਰਹਿੰਦਾ ਸੀਗਾ। ਦੁਪਹਿਰ ਸਵੇਰ ਤੋਂ ਲੈ ਕੇ ਅਗਲੇ ਦਿਨ ਸਵੇਰੇ 5 ਵਜੇ ਤੱਕ ਇੰਨੇ ਲੋਕ ਹੁੰਦੇ ਸੀਗੇ। ਕੋਈ ਅੰਮ੍ਰਿਤਸਰੋਂ ਆ ਗਿਆ, ਕੋਈ ਦਿੱਲੀੋਂ ਆ ਗਿਆ, ਕੋਈ ਗੁਰਦਾਸਪੁਰ ਤੋਂ ਆ ਗਿਆ। ਡੈਡੀ ਇੰਟਰੋਡਿਊਸ ਕਰਾਉਂਦੇ ਸੀ, ਬੇਟਾ ਇਹ ਤੇਰਾ ਮੇਰਾ ਯਾਰ ਹੈ, ਤੇਰਾ ਚਾਚਾ ਲੱਗਦਾ ਹੈ, ਇਹ ਤੇਰਾ ਤਾਇਆ ਲੱਗਦਾ ਹੈ। ਲੇਕਿਨ ਜਦੋਂ ਬਿਮਾਰ ਹੋਏ, ਉਹ ਸਾਰਾ ਦਿਨ ਬੈਠ ਕੇ ਮੋਨੀਟਰ ਵੱਲ ਦੇਖਦੇ ਰਹਿੰਦੇ ਸੀਗੇ, CCTV ਵੱਲ, ਕਿ ਯਾਰ ਅੱਜ ਮੈਂ ਘਰ ਬੈਠਾ, ਮੇਰਾ ਕੋਈ ਤਾਂ ਮੇਰਾ ਪਤਾ ਲੈਣ ਆਏਗਾ। ਔਰ ਇਸ ਚੀਜ਼ ਦਾ ਸਭ ਤੋਂ ਜ਼ਿਆਦਾ ਮੈਂ ਸਮਝਦਾ ਇਫੈਕਟ ਜਿਹੜਾ ਉਹਨਾਂ ਨੂੰ ਇਸ ਚੀਜ਼ ਦਾ ਸੀਗਾ ਕਿ ਯਾਰ ਅੱਜ ਮੈਂ ਬਿਮਾਰ ਹੋ ਗਿਆ, ਅੱਜ ਮੈਂ ਘਰ ਆ ਗਿਆ, ਅੱਜ ਯਾਰ ਮੇਰੀ ਵੈਲਿਊ ਜ਼ੀਰੋ ਹੀ ਹੋ ਗਈ ਹੈ ਯਾਰ, ਪਤਾ ਨਹੀਂ ਲੱਗਾ। ਔਰ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਮੈਂ ਅੱਜ ਵੀ ਜਦੋਂ ਉਹਨਾਂ ਦੀ ਗੱਲ ਯਾਦ ਕਰਦਾ ਮੈਂ ਭਾਵੁਕ ਹੋ ਜਾਂਦਾ। ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ, ਕਹਿੰਦੇ ਖਾਨ ਸਾਹਿਬ ਸਿਆਣਿਆਂ ਤੋਂ ਸੁਣਿਆ ਸੀਗਾ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ, ਲੇਕਿਨ ਬੇਟਾ ਅੱਜ ਤਾਂ ਮੈਂ ਤਜਰਬਾ ਕਰਕੇ ਵੀ ਦੇਖ ਲਿਆ। ਔਰ ਅਸੀਂ ਉਹਨਾਂ ਨੂੰ ਹੌਸਲਾ ਦਿੰਦੇ ਸੀਗੇ ਕਿ ਡੈਡੀ ਕੋਈ ਨਹੀਂ, ਚਲੋ ਟਾਈਮ ਦੀ ਗੱਲ ਆ, ਹੋ ਜਾਣਾ, ਹੌਲੀ ਹੌਲੀ ਸੈੱਟ ਹੋ ਜਾਣਾ, ਅਸੀਂ ਕਰਾਂਗੇ, ਅਸੀਂ ਦੋਨੇ ਭਰਾ ਕਰਾਂਗੇ, ਸਾਰਾ ਕੁਝ ਠੀਕ ਹੋ ਜਾਣਾ। ਪਰ ਸ਼ਾਇਦ ਮਾਲਕ ਦੀ ਮਰਜ਼ੀ ਕੁਝ ਹੋਰ ਸੀਗੀ, ਉਹਨੇ ਛੇਤੀ ਬੁਲਾ ਲਿਆ, ਸ਼ਾਇਦ ਉੱਥੇ ਜ਼ਿਆਦਾ ਜ਼ਰੂਰਤ ਸੀ ਉਹਨੂੰ। ਸਾਬਰਕੋਟੀ ਸਾਹਿਬ ਨੇ ਲਗਭਗ 3 ਦਹਾਕਿਆਂ, ਅਸੀਂ ਕਹਿੰਦੇ 3 ਡੈਕੇਡਸ ਆਲਮੋਸਟ ਇੰਡਸਟਰੀ ਨੂੰ ਦਿੱਤੇ ਹੈ ਨਾ ਜੀ। ਉਹਨਾਂ ਨੇ ਇੱਕ ਆਪਣਾ ਇਨਹੈਰੀਟੈਂਸ ਜਿਹੜਾ ਹੈ ਬਣਾਇਆ, ਆਪਾਂ ਕਹਿ ਸਕਦੇ ਇੱਕ ਲੈਗੇਸੀ ਜਿਹੜੀ ਆਪਣੀ ਕ੍ਰੀਏਟ ਕੀਤੀ ਹੈ ਨਾ ਜੀ। ਉਹਨਾਂ ਦੇ ਜਾਣ ਤੋਂ ਬਾਅਦ ਤੁਹਾਡੇ ਤੇ, ਕਿਉਂਕਿ ਤੁਸੀਂ ਵੱਡੇ ਹੋ, ਫਿਰ ਵਿਲੀਅਮ ਛੋਟੇ ਤੁਹਾਡੇ ਤੋਂ, ਜੀ। ਤੁਹਾਡੇ ਤੇ ਕਦੀ ਇਹ ਪ੍ਰੈਸ਼ਰ ਬਣਿਆ ਜਾਂ ਲੋਕਾਂ ਦੀ ਗੱਲਾਂ ਨੇ ਬਣਾਇਆ ਕਿ ਇਸ ਚੀਜ਼ ਨੂੰ ਅੱਗੇ ਕਿਸ ਤਰ੍ਹਾਂ ਕੈਰੀ ਫਾਰਵਰਡ ਕਰਨਾ ਹੈ? ਇਸ ਚੀਜ਼ ਨੂੰ ਪਹਿਲਾਂ ਤਾਂ ਜਦੋਂ ਸੀਗੇ ਉਹਨਾਂ ਦੇ ਨਾਲ ਅਸੀਂ ਸੀਗੇ, ਤਾਂ ਉਹ ਕਹਿੰਦੇ ਨਾ ਕਿ ਬਜ਼ੁਰਗ ਕਹਿੰਦੇ ਆ ਵੀ ਜਦੋਂ ਪਿਓ ਹੁੰਦਾ, ਪਿਓ ਦੇ ਨਾਲ ਬਾਦਸ਼ਾਹਤ ਹੁੰਦੀ ਹੈ। ਮੇਰੀ ਜ਼ਿੰਦਗੀ ਦੀ ਜੇ ਗੱਲ ਕਰੀਏ ਤਾਂ ਜਿਸ ਵਕਤ ਡੈਡੀ ਸਾਡੇ ਨਾਲ ਸੀਗੇ, ਉਸ ਵੇਲੇ ਲਾਈਫ ਕੁਝ ਹੋਰ ਸੀਗੀ, ਐਕਸਪੀਰੀਅੰਸ ਕੁਝ ਹੋਰ ਸੀਗੇ। ਬਟ ਜਦੋਂ ਉਹ ਗੁਜ਼ਰ ਗਏ, ਜੀ, ਉਹਨਾਂ ਤੋਂ ਬਾਅਦ ਮੈਂ ਸਮਝਦਾ ਮੇਰੀ ਜ਼ਿੰਦਗੀ ਉਦੋਂ ਸ਼ੁਰੂ ਹੋਈ ਹੈ। ਮੇਰਾ ਜਨਮ ਹੀ 4 ਸਾਲ ਪਹਿਲਾਂ ਹੋਇਆ, ਕਿਉਂਕਿ ਦੁਨੀਆਦਾਰੀ ਬਾਰੇ ਮੈਨੂੰ ਕੁਝ ਨਹੀਂ ਪਤਾ ਸੀਗਾ ਔਰ ਮੈਂ ਕਲੀਨ ਸਲੇਟ ਦੀ ਤਰ੍ਹਾਂ ਸੀ, ਕੁਝ ਨਹੀਂ ਪਤਾ ਸੀ ਕੌਣ ਬੰਦਾ ਕਿਸ ਤਰੀਕੇ ਨਾਲ, ਕਿਸ ਵੇ ਨਾਲ ਗੱਲ ਕਰ ਰਿਹਾ ਔਰ ਮੇਰੇ ਕੋਲ ਕੀ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ। ਕਦੀ ਨਹੀਂ ਇਸ ਚੀਜ਼ ਨੂੰ ਸੋਚਿਆ। ਹਾਂ, ਪ੍ਰੈਸ਼ਰ ਜ਼ਰੂਰ ਸੀਗਾ ਮੇਰੇ ਮਾਈਂਡ 'ਤੇ, ਕਿਉਂਕਿ ਕਈ ਲੋਕ ਕਾਲ ਕਰਦੇ ਸੀਗੇ, ਹੁਣ ਤੱਕ ਫੋਨ ਆਉਂਦੇ ਆ, ਲੋਕ ਪੁੱਛਦੇ ਆ ਕਿ ਭਾਜੀ ਤੁਸੀਂ ਕੀ ਪਲਾਨ ਕਰ ਰਹੇ ਆ, ਕਿੱਦਾਂ ਕਰ ਰਹੇ ਆ। ਬਟ ਮਾਰਕੀਟ ਦੇ ਵਿੱਚ ਇੱਕ ਆਰਟਿਸਟ ਜ਼ਿੰਦਾ ਉਦੋਂ ਤੱਕ ਹੈ ਜਦੋਂ ਤੱਕ ਉਹਨੂੰ ਲੋਕ ਸਪੋਰਟ ਕਰਨ ਵਾਲੇ ਹੋਣ। ਔਰ ਅੱਜ ਮਾਰਕੀਟ ਜਿਹੜੀ ਹੈ ਜਾਂ ਸਾਡੀ ਜਿਹੜੀ ਮਿਊਜ਼ਿਕ ਇੰਡਸਟਰੀ ਹੈ, ਉਹਦੇ ਵਿੱਚ ਤਾਂ ਜੋ ਅੱਜ ਦੀ ਥਿਊਰੀ ਹੈ ਕਿ ਤੁਹਾਡੇ ਕੋਲ ਜ਼ੀਰੋ ਟੈਲੈਂਟ ਹੈ, ਕੋਈ ਮੈਟਰ ਨਹੀਂ ਕਰਦਾ, ਤੁਸੀਂ ਵਾਇਰਲ ਹੋਣੇ ਚਾਹੀਦੇ, ਜਿੱਦਾਂ ਮਰਜ਼ੀ ਵਾਇਰਲ ਹੋ ਲਓ। ਔਰ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ, ਜਦੋਂ
ਸਰਦੂਲ ਸਿਕੰਦਰ ਸਾਹਿਬ ਆਏ, ਜੀ ਜਦੋਂ ਫਿਰੋਜ਼ ਖਾਨ ਸਾਹਿਬ ਆਏ, ਜੀ ਜਦੋਂ ਹੋਰ ਉਹਨਾਂ ਦੇ ਟਾਈਮ ਦੇ ਆਰਟਿਸਟ ਅੱਛੇ ਅੱਛੇ ਆਏ, ਬਿਲਕੁਲ ਉਸ ਟਾਈਮ ਕੰਪੀਟੀਸ਼ਨ ਘੱਟ ਸੀਗਾ ਔਰ ਲਿਸਨਰ ਜ਼ਿਆਦਾ ਸੀ, ਵਿਊਅਰ ਘੱਟ ਸੀਗੇ। ਅੱਜ ਕੱਲ ਸਿੰਗਰ ਵੀ ਜ਼ਿਆਦਾ ਨੇ, ਵਿਊਅਰ ਵੀ ਜ਼ਿਆਦਾ ਨੇ, ਬਟ ਲਿਸਨਰ ਤਾਂ ਖਤਮ ਹੀ ਹੁੰਦੇ ਜਾ ਰਹੇ ਨੇ। ਗੁੱਡ ਲਿਸਨਰਸ ਨਹੀਂ ਹੈ, ਔਰ ਸ਼ਾਇਦ ਕਿਤੇ ਨਾ ਕਿਤੇ ਮੇਰਾ ਖਿਆਲ ਇਹਦਾ ਜਿਹੜਾ ਸ਼੍ਰੇਅ ਹੈ ਜਿਹੜਾ ਇਹ ਸਾਰਾ ਸਰੋਤਿਆਂ ਨੂੰ ਜਾਂਦਾ ਹੈ, ਕਿਉਂਕਿ ਅੱਜ ਕੱਲ ਜਿਹੜੇ ਗਾਣੇ ਆਪਾਂ ਸੁਣਦੇ ਹਾਂ, ਅੱਜ ਕੱਲ ਤਾਂ ਬੰਦੇ ਦੀ ਵੈਲਿਊ ਜ਼ੀਰੋ ਹੋ ਗਈ ਹੈ। ਅੱਜ ਕੱਲ ਤਾਂ ਰੋਜ਼ ਮੈਂ ਦੇਖਦਾ ਨਿਊਜ਼ ਦੇ ਵਿੱਚ ਛੋਟੀ ਛੋਟੀ ਲੜਾਈ ਸਿਰਫ ਗਾਣੇ ਪਿੱਛੇ ਹੁੰਦੀ ਹੈ ਕਿ ਆਹ ਗਾਣਾ ਲਗਾ ਦਿਓ ਜੀ, ਆਹ ਗਾਣਾ ਲਗਾ ਦਿਓ, ਉਹਦੇ ਪਿੱਛੇ ਬੰਦਾ ਮਰ ਜਾਂਦਾ। ਤਾਂ ਮਾਲਕ ਅੱਗੇ ਦੁਆਈ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਚੇਂਜ ਆਵੇ, ਔਰ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕਰਦੇ ਵੀ ਰਵਾਂਗੇ। ਬਾਕੀ ਮਾਲਕ ਦੀ ਮੌਜ ਹੈ, ਜਦੋਂ ਉਹਨੂੰ ਲੱਗੇਗਾ ਕਿ ਹਾਂ ਇਹ ਡਿਜ਼ਰਵ ਕਰਦੇ ਆ ਫਿਰ ਉਹ ਰਹਿਮਤ ਕਰ ਦੇਗਾ, ਨਹੀਂ ਤਾਂ ਕੋਸ਼ਿਸ਼ ਤਾਂ ਜਾਰੀ ਹੈ। ਸਰਦੂਲ ਸਿਕੰਦਰ ਸਾਹਿਬ ਦਾ ਤੁਸੀਂ ਨਾਮ ਲਿਆ ਹੈ ਨਾ, ਉਹਦਾ ਜ਼ਿਕਰ ਕੀਤਾ ਹੈ, ਉਹਨਾਂ ਨਾਲ ਵੀ ਬੜੀ ਨੇੜਤਾ ਸੀਗੀ ਸਾਬਰਕੋਟੀ ਸਾਹਿਬ ਦੀ। ਜੀ ਜੀ। ਤੇ ਉਹਨਾਂ ਦੀ ਵੀ ਅਸੀਂ ਮਤਲਬ ਸਾਨੂੰ ਪਤਾ ਹੈ ਕਿ ਥੋੜਾ ਟਾਈਮ ਪਹਿਲੇ ਉਹ ਵੀ ਸਾਨੂੰ ਛੱਡ ਗਏ ਨੇ, ਹੈ ਨਾ। ਅਲਾਪ ਔਰ ਜੋ ਸਰੰਗ ਦਾ ਇਸ ਵੇਲੇ ਜੋ ਇਸ ਕੰਡੀਸ਼ਨ 'ਚ ਹੈਗੇ ਹੈ ਨਾ, ਉਹ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਸਮਝ ਸਕਦੇ ਹੋ। ਬਿਲਕੁਲ ਮੈਂ ਅਸੀਂ ਤਾਂ ਜਦੋਂ ਉਹ ਸੀਗੇ ਸਿਕੰਦਰ ਸਾਹਿਬ ਤੇ ਜਾਣਦੇ ਹੋਵੋਗੇ ਸਾਬਰਕੋਟੀ ਸਾਹਿਬ ਦੀ ਡੈਥ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ? ਜੀ ਮੇਰੀ ਬਹੁਤ ਵਾਰੀ ਮੈਂ ਗਿਆ ਵੀ ਹਾਂ, ਫੋਨ ਤੇ ਵੀ ਬਹੁਤ ਵਾਰੀ ਗੱਲ ਹੋਈ। ਉਹਨਾਂ ਨੇ ਹਮੇਸ਼ਾ ਇੱਕੋ ਗੱਲ ਸਮਝਾਈ ਕਿ ਵੀ ਤੁਸੀਂ ਬੇਟਾ ਦੁਨੀਆ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ, ਤੁਸੀਂ ਕੋਸ਼ਿਸ਼ ਕਰਨੀ ਹੈ ਤੁਹਾਡੇ ਨਾਲ ਤੁਹਾਡੇ ਪਿਓ ਤੁਹਾਡੇ ਫਾਦਰ ਦਾ ਸਾਇਆ, ਤੁਹਾਡੇ ਪਿਓ ਦਾ ਸਾਇਆ ਬੇਟਾ ਸਦਾ ਹੀ ਰਹਿਣਾ, ਕਦੀ ਇਹ ਨਹੀਂ ਸੋਚਣਾ ਤੁਸੀਂ ਇਕੱਲੇ ਆ। ਔਰ ਜਦੋਂ ਮੈਂ ਉਹਨਾਂ ਨੂੰ ਡੈਡੀ ਦੀ ਫਸਟ ਬਰਸੀ ਲਈ ਉਹਨਾਂ ਨੂੰ ਮੈਂ ਬੇਨਤੀ ਕਰਨ ਗਿਆ ਸੀ ਘਰ, ਮੈਨੂੰ ਇੱਕ ਗੱਲ ਉਹਨਾਂ ਦੀ ਯਾਦ ਆ ਗਈ ਜੀ, ਕਿਉਂਕਿ ਇਹ ਗੱਲਾਂ ਸਰੋਤਿਆਂ ਨਾਲ ਸਾਂਝੀ ਕਰ ਲਈ ਜਾਵੇ ਤਾਂ ਜ਼ਿਆਦਾ ਅੱਛਾ ਹੈ। ਅਕਸਰ ਡੈਡੀ ਆਪਣੀ ਲਾਈਵ ਸ਼ੋਅ ਦੇ ਵਿੱਚ ਹਮੇਸ਼ਾ ਕਿਹਾ ਕਰਦੇ ਸੀ ਕਿ ਜਦੋਂ ਕੋਈ ਇਨਸਾਨ ਜਾਂ ਕੋਈ ਰਿਪੋਰਟਰ ਜਾਂ ਕੋਈ ਵੀ ਚੈਨਲ ਤੋਂ ਕੋਈ ਲੋਕ ਸਵਾਲ ਪੁੱਛਦੇ ਹੈ ਕਿ ਅਗਰ ਸਾਬਰਕੋਟੀ ਸਾਹਿਬ ਦਾ ਅਗਰ ਕੋਈ ਫੇਵਰੇਟ ਹੈ ਤਾਂ ਉਹ ਕੌਣ ਹੈ, ਉਹ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਸਾਬਰਕੋਟੀ ਫੈਨ ਹੈ ਤਾਂ ਉਹ ਸਰਦੂਲ ਸਿਕੰਦਰ ਭਾਜੀ ਦਾ ਹੈ। ਔਰ ਜਦੋਂ ਅਸੀਂ ਉਹਨਾਂ ਨੂੰ ਘਰ ਗਏ ਬੇਨਤੀ ਕਰਨ, ਮੈਂ ਵੀ ਸੀ, ਵਿਲੀਅਮ ਵੀ ਨਾਲ ਸੀ, ਅਸੀਂ ਘਰ ਗਏ ਉਹਨਾਂ ਦੇ, ਤੇ ਉਹਨਾਂ ਨੇ ਖਾਣਾ ਖਾਂਦੇ ਖਾਂਦੇ ਸਾਡੇ ਨਾਲ ਇੱਕ ਗੱਲ ਐਸੀ ਸਾਂਝੀ ਕੀਤੀ ਤੇ ਮੈਂ ਵੀ ਥੋੜ੍ਹਾ ਜਿਹਾ ਭਾਵੁਕ ਹੋ ਗਿਆ ਗੱਲ ਸੁਣ ਕੇ। ਜਿਹੜੇ ਸਰਦੂਲ ਸਿਕੰਦਰ ਸਾਹਿਬ ਦੇ ਚਾਹਣ ਵਾਲੇ ਨੇ ਉਹ ਇਸ ਗੱਲ ਨੂੰ ਬਖੂਬੀ ਜਾਣਦੇ ਨੇ ਕਿ ਉਹ ਵੀ ਕਾਫੀ ਪ੍ਰੋਬਲਮ ਦੇ ਵਿੱਚ ਸੀਗੇ, ਥੋੜ੍ਹਾ ਉਹਨਾਂ ਨੂੰ ਹੈਲਥ ਵਾਈਜ਼ ਕਾਫੀ ਇਸ਼ੂਜ਼ ਆਏ ਉਹਨਾਂ ਨੂੰ। ਡੈਡੀ ਹਮੇਸ਼ਾ ਅਕਸਰ ਕਹਿੰਦੇ ਹੁੰਦੇ ਸੀਗੇ ਕਿਤੇ ਵੀ, ਜਦੋਂ ਤਾਇਆ ਜੀ ਦਾ ਗਾਣਾ ਗਾਉਂਦੇ ਸੀ ਸਰਦੂਲ ਤਾਇਆ ਜੀ ਦਾ, ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ, ਕਹਿੰਦੇ ਵੀ ਮੇਰੀ ਸਾਰੀ ਉਮਰ ਜਿਹੜੀ ਹੈ ਉਹ ਸਰਦੂਲ ਭਾਜੀ ਨੂੰ ਲੱਗ ਜਾਏ। ਤਾਂ ਉਹਨਾਂ ਨੂੰ ਗੱਲ ਇਹ ਯਾਦ ਆ ਗਈ, ਮੈਨੂੰ ਕਹਿੰਦੇ ਯਾਰ ਤੇਰੇ ਡੈਡੀ ਦੀ ਇੱਕ ਗੱਲ ਨਹੀਂ ਮੈਨੂੰ ਭੁੱਲਦੀ, ਕਹਿੰਦੇ ਮੈਂ ਰੋਜ਼ ਯਾਦ ਕਰਦਾ, ਅੱਜ ਕੱਲ੍ਹ ਤਾਂ ਮੇਰੇ ਦਿਮਾਗ 'ਚ ਰੈਗੂਲਰ ਘੁੰਮੀ ਜਾ ਰਹੀ, ਪਤਾ ਨਹੀਂ ਕਿਉਂ ਘੁੰਮ ਰਹੀ ਹੈ। ਮੈਂ ਕਿਹਾ ਜੀ ਕੀ ਜੀ, ਮੇਰਾ ਕਰਿਓ, ਕਿਰਪਾ ਕਰਿਓ ਜੀ, ਦੱਸਿਓ। ਕਹਿੰਦੇ ਯਾਰ ਕਹਿੰਦੇ ਉਹ ਬੰਦਾ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਸੀਗਾ, ਮੇਰੀ ਸਾਰੀ ਉਮਰ ਸਰਦੂਲ ਭਾਜੀ ਨੂੰ ਲੱਗ ਜਾਏ, ਮੇਰੀ ਸਾਰੀ ਉਮਰ ਸਰਦੂਲ ਭਾਜੀ ਨੂੰ ਲੱਗ ਜਾਏ। ਉਹ ਯਾਰ ਮੈਨੂੰ ਕਦੀ ਕਦੀ ਇੱਦਾਂ ਲੱਗਦਾ ਕਿ ਉਹ ਸੱਚੀ ਆਪਣੀ ਉਮਰ ਦੇ ਗਿਆ ਮੈਨੂੰ। ਕਹਿੰਦੇ ਕਿ ਜਿਹੜੇ ਹਾਲਾਤਾਂ 'ਚੋਂ ਮੈਂ ਗੁਜ਼ਰ ਕੇ ਆਇਆ ਤਾਂ ਮੈਨੂੰ ਤਾਂ ਲੱਗਦਾ ਨਹੀਂ ਸੀਗਾ, ਪਰ ਯਾਰ ਕਮਾਲ ਦਾ ਸੀ ਉਹ ਬੰਦਾ। ਜਦੋਂ ਉਹਨਾਂ ਨੇ ਇੰਨੀ ਗੱਲ ਕੀਤੀ ਤਾਂ ਉਹਨਾਂ ਦੇ ਵੀ ਹੰਝੂ ਆ ਗਏ, ਸਾਡੇ ਵੀ ਹੰਝੂ ਆ ਗਏ ਅੱਖਾਂ 'ਚ। ਪਰ ਉਹੀ ਗੱਲ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀਆਂ ਇੱਦਾਂ ਦੀਆਂ ਰੂਹਾਂ ਹੁੰਦੀਆਂ, ਸ਼ਾਇਦ ਮਾਲਕ ਨੂੰ ਸਾਡੇ ਨਾਲੋਂ ਜ਼ਿਆਦਾ ਲੋੜ ਸੀ ਉਹਨਾਂ ਦੀ, ਪਰ ਨਾ ਸਮਾਂ ਉਹਨਾਂ ਦਾ ਸੀ ਜਾਣਦਾ, ਨਾ ਸਮਾਂ ਇਹਨਾਂ ਦਾ ਸੀ ਜਾਣਦਾ। ਪਰ ਚਲੋ ਕੀ ਕਰ ਸਕਦੇ ਹਾਂ। ਤੁਹਾਡੀ ਮਦਰ ਦੇ ਨਾਲ ਵੀ ਹੈ ਨਾ ਉਹਨਾਂ ਦੇ ਅੱਛੇ ਰਿਲੇਸ਼ਨ ਸੀ, ਕਿਉਂਕਿ ਬਹੁਤ ਟਾਈਮ ਤੋਂ ਜਾਣਦੇ ਸੀਗੇ ਸਾਰੇ, ਹੈ ਨਾ। ਨੂਰੀ ਜੀ ਨਾਲ ਵੀ ਬਹੁਤ ਅੱਛੇ ਪਰਿਵਾਰਿਕ ਸੰਬੰਧ ਹੈ ਤੁਹਾਡੇ। ਤੇ ਜਦੋਂ ਇਹ ਚੀਜ਼ ਹੋਈ, ਕਿਉਂਕਿ ਉਹਨਾਂ ਦੇ ਪਿਆਰ ਦੇ ਤਾਂ ਹਰ ਕੋਈ ਇਹ ਗੱਲ ਕਹਿੰਦਾ ਸੀਗਾ ਕਿ ਜੋ ਸਰਦੂਲ ਸਿਕੰਦਰ ਸਾਹਿਬ ਔਰ ਨੂਰੀ ਮੈਮ ਦਾ ਪਿਆਰ ਹੈ ਉਹ ਮਿਸਾਲ ਬਣਦਾ ਸੀਗਾ ਸਾਡੀ ਇੰਡਸਟਰੀ ਦੇ ਲਈ। ਤੁਸੀਂ ਤਾਂ ਉਹਨਾਂ ਦੇ ਹਾਲਾਤ ਦੇਖੇ ਸੀਗੇ, ਤੁਸੀਂ ਉਸ ਚੀਜ਼ 'ਚ ਨਾਲ ਖੁਦ ਨੂੰ ਰਿਲੇਟ ਵੀ ਕਰਦੇ ਸੀ ਕਿ ਕਿਸ ਤਰ੍ਹਾਂ ਸਰੰਗ ਔਰ ਆਲਾਪ ਸੰਭਾਲ ਰਹੇ ਨੇ ਆਪਣੀ ਮਦਰ ਨੂੰ। ਉਹ ਚੀਜ਼ ਤੁਹਾਨੂੰ ਦੇਖ ਕੇ ਯਾਦ ਆਉਂਦਾ ਸੀ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਮਦਰ ਨੂੰ ਸੰਭਾਲਿਆ ਸੀ? ਬਿਲਕੁਲ ਜੀ, ਜਦੋਂ ਪਤਾ ਲੱਗਾ, ਅਸੀਂ ਤਾਂ ਮੈਂ ਤੇ ਵਿਲੀਅਮ ਉਸੇ ਟਾਈਮ ਗਏ, ਅਸੀਂ ਦੋਨੋਂ ਗਏ। ਅਸੀਂ ਜਾ ਕੇ ਜਦੋਂ ਉੱਥੇ ਪਹੁੰਚੇ ਹਾਂ, ਅਸੀਂ ਪਹੁੰਚਦੇ ਸਾਰ ਹੀ ਜਦੋਂ ਮੈਂ ਉੱਥੇ ਅਜੇ ਐਂਟਰ ਵੀ ਨਹੀਂ ਹੋਇਆ ਸੀ,
ਮੈਂ ਜਸਟ ਉੱਥੇ ਖੜਾ ਹੋਇਆ, ਖੜੇ ਹੋ ਕੇ ਜਦੋਂ ਮੈਂ ਉਸ ਚੀਜ਼ ਨੂੰ ਇਹ ਕਹਿ ਲਓ ਵੀ ਮੇਰੇ ਹੱਥ ਪੈਰ ਕੰਬ ਗਏ ਉੱਥੇ ਜਾ ਕੇ। ਔਰ ਮੇਰੇ ਮਾਈਂਡ ਦੇ ਵਿੱਚ ਜੋ ਮੇਰੇ ਨਾਲ ਵਾਪਰਿਆ ਸਾਰਾ ਕੁਝ ਮੇਰੇ ਨਾਲ ਉਹੀ ਸਾਰੀ ਫਿਲਮ ਚੱਲ ਪਈ। ਸੋਚ ਕੇ ਮੈਂ ਬਹੁਤ ਕੁਝ ਕਿਹਾ ਕਿ ਯਾਰ ਮੈਂ ਆਲਾਪ ਨੂੰ ਹੌਸਲਾ ਦਊਂਗਾ, ਮੈਂ ਇੱਦਾਂ ਕਹੂੰਗਾ, ਮੈਂ ਉਹਨੂੰ ਉੱਦਾਂ ਕਹੂੰਗਾ, ਬਟ ਉਹ ਇੱਕ ਸਿਨੈਰੀਓ ਇੱਦਾਂ ਦਾ ਸੀ, ਉਹ ਇੱਕ ਇਹ ਕਹਿ ਲਓ ਕਿ ਇੱਕ ਮੂਵੀ ਚੱਲ ਪਈ ਉੱਦਾਂ ਦੀ ਮੇਰੇ ਮਾਈਂਡ ਦੇ ਵਿੱਚ। ਉੱਥੇ ਜਾ ਕੇ ਮੈਂ ਬਿਲਕੁਲ ਸੁੰਨ ਹੋ ਗਿਆ। ਮੈਂ ਕੀ ਕਹਿੰਦਾ ਉਹਨਾਂ ਨੂੰ, ਕਿਉਂਕਿ ਮੈਂ ਤਾਂ ਆਪ ਜ਼ਖਮ ਖਾਧੇ ਹੋਏ ਨੇ ਡੂੰਘੇ, ਔਰ ਐਸਾ ਜ਼ਖਮ ਖਾਧਾ ਹੋਇਆ ਕਿ ਜਿਹੜਾ ਹੁਣ ਤੱਕ ਹਰਾ ਹੈ, ਔਰ ਇਹ ਸਾਰੀ ਜ਼ਿੰਦਗੀ ਇਹ ਪੂਰਾ ਨਹੀਂ ਹੋਣਾ, ਇਹ ਸਾਰੀ ਜ਼ਿੰਦਗੀ ਜਿਹੜਾ ਜ਼ਖਮ ਭਰਨਾ ਨਹੀਂ ਹੈ। ਮੈਂ ਉਹਨਾਂ ਨੂੰ ਹੌਸਲਾ ਹੀ ਦੇ ਸਕਦਾ ਸੀਗਾ, ਔਰ ਮੈਂ ਹੌਸਲਾ ਹੀ ਦਿੱਤਾ। ਪਰ ਇਹ ਹੈ ਕਿ ਸਮਾਂ ਮੁਸ਼ਕਿਲ ਹੈ ਗੁਜ਼ਾਰਨਾ ਇਹੋ ਜਿਹਾ, ਕਿਉਂਕਿ ਦੇਖੋ ਜਦੋਂ ਇੱਕ ਹਸਬੈਂਡ ਵਾਈਫ ਇੱਕ ਹੁੰਦੇ ਆ, ਵਿਆਹ ਹੁੰਦਾ ਉਹਨਾਂ ਦਾ, ਬੱਚੇ ਹੋ ਜਾਂਦੇ ਆ, ਫੈਮਲੀਜ਼ ਅੱਗੇ ਗਰੋ ਕਰ ਜਾਂਦੀਆਂ, ਬੱਚੇ ਆਪੋ ਆਪਣੀ ਫੈਮਲੀਜ਼ ਦੇਖਦੇ ਆ। ਲੇਕਿਨ ਜਦੋਂ ਇੱਕ ਤੁਹਾਡਾ ਜਿਹੜਾ ਹਮਸਫਰ ਹੁੰਦਾ ਹੈ, ਇੱਕ ਤੁਹਾਡਾ ਲਾਈਫ ਪਾਰਟਨਰ ਹੁੰਦਾ ਹੈ, ਜਦੋਂ ਉਹ ਦੁਨੀਆ ਤੋਂ ਚਲੇ ਜਾਂਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਉਸ ਚੀਜ਼ ਨੂੰ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਉਹ ਬੰਦਾ ਕਿੰਨੀ ਤਕਲੀਫ 'ਚ ਹੋਏਗਾ। ਆਪਾਂ ਹੌਸਲਾ ਦੇ ਲੈਂਦੇ ਹਾਂ, ਹੌਸਲਾ ਦੇ ਦਿੰਦੇ ਹਾਂ, ਹਰ ਬੰਦਾ ਹੌਸਲਾ ਦਿੰਦਾ ਹੈ, ਲੇਕਿਨ ਜਿਸ ਇਨਸਾਨ ਨੂੰ ਤਕਲੀਫ ਹੋਵੇ, ਕਿਸੇ ਨੂੰ ਬਿਮਾਰੀ 'ਚ ਦੇਖਣ ਜਾਂਦੇ ਆ, ਤੁਸੀਂ ਉਹਨੂੰ ਹੌਸਲਾ ਦੇ ਕੇ ਆ ਜਾਂਦੇ ਕਿ ਕੋਈ ਨਹੀਂ ਯਾਰ ਤੇਰੇ ਲਈ ਦੁਆ ਕਰਾਂਗੇ, ਠੀਕ ਹੋ ਜਾਏਗਾ। ਲੇਕਿਨ ਉਸ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕਿੰਨੀ ਵੱਡੀ ਤਕਲੀਫ 'ਚ ਹਾਂ, ਤਾਂ ਉਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਅਸੀਂ ਤਾਂ ਖੈਰ, ਮੈਂ ਤਾਂ ਹੁਣ ਵੀ ਕਿਤੇ ਸਟੇਜ 'ਤੇ ਜਾਵਾਂ ਪਰਫਾਰਮ ਕਰਨ, ਜਦੋਂ ਉਹਨਾਂ ਦਾ ਜ਼ਿਕਰ ਹੁੰਦਾ ਕਿਤੇ ਵੀ, ਮੈਂ ਭਾਵਕ ਹੋ ਜਾਂਦਾ। ਹਾਲੇ ਤੱਕ ਵੀ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦਾ, ਔਰ ਉਹਨਾਂ ਨੇ ਤਾਂ ਹਲੇ, ਉਹਨਾਂ ਦਾ ਤਾਂ ਜ਼ਖਮ ਹੀ ਹਲੇ ਨਵਾਂ ਹੈ, ਇਸ ਚੀਜ਼ ਨੂੰ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਬਹੁਤ ਭਾਵੁਕ ਹੋਣ ਵਾਲੀਆਂ ਗੱਲਾਂ ਅਸੀਂ ਇਹਨੇ ਸਾਂਝੀਆਂ ਕੀਤੀਆਂ ਸਾਬਰ ਕੋਟੀ ਸਾਹਿਬ ਨੂੰ ਲੈ ਕੇ, ਤੁਹਾਡੇ ਜੋ ਤੁਸੀਂ ਚੀਜ਼ਾਂ ਦੇਖੀਆਂ ਹੰਡਾਈਆਂ ਹੈ ਨਾ, ਉਸ ਨੂੰ ਲੈ ਕੇ, ਸਰਦੂਲ ਸਿਕੰਦਰ ਸਾਹਿਬ ਨੂੰ ਲੈ ਕੇ। ਮੈਂ ਤਾਂ ਇਹ ਚਾਹਾਂਗੀ ਕਿ ਹੈ ਨਾ ਇਹ ਚੀਜ਼ ਕਿਸੇ ਤੇ ਵੀ ਨਾ ਪਵੇ, ਇਹ ਦਿਨ ਕਿਸੇ ਨੂੰ ਨਾ ਦੇਖਣਾ ਪਵੇ, ਕਿਉਂਕਿ ਇਸ ਤੋਂ ਵੱਡਾ ਦੁੱਖ ਕੁਝ ਹੈ ਹੀ ਨਹੀਂ। ਕਹਿੰਦੇ ਬੰਦਾ ਕੋਈ ਰੁੱਸਿਆ ਹੋਵੇ ਨਾ, ਅਸੀਂ ਫਿਰ ਇੱਕ ਉਮੀਦ ਹੁੰਦੀ ਹੈ ਕਿ ਉਹਨੂੰ ਮਨਾ ਲਵਾਂਗੇ, ਉਹਦੇ ਨਾਲ ਗੱਲ ਕਰ ਲਵਾਂਗੇ, ਕਿਤੇ ਕੋਈ ਬਾਹਰ ਗਿਆ ਹੋਵੇ, ਪਰ ਜਿਹੜਾ ਦੁਨੀਆ ਹੀ ਛੱਡ ਕੇ ਚੱਲ ਗਿਆ ਹੋਵੇ, ਉਹ ਤਾਂ ਫਿਰ ਗਿਲੇ ਸ਼ਿਕਵੇ ਜਾਂ ਅਸੀਂ ਕਹਿ ਸਕਦੇ ਹਾਂ ਜਾਂ ਅਧੂਰੀ ਗੱਲਾਂ ਰਹਿ ਜਾਂਦੀਆਂ। ਉਹ ਤਾਂ ਚੀਜ਼ਾਂ ਕਦੀ ਪੂਰੀਆਂ ਹੋ ਹੀ ਨਹੀਂ ਸਕਦੀਆਂ ਜੋ ਅਸੀਂ ਸੋਚਦੇ ਹਾਂ। ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਦੀਆਂ, ਬਹੁਤ ਸਾਰੀਆਂ ਉਹਨਾਂ ਦੀਆਂ ਉਮੀਦਾਂ ਸੀਗੀਆਂ, ਬਹੁਤ ਸਾਰੇ ਸੁਪਨੇ ਸੀਗੇ ਉਹਨਾਂ ਦੀਆਂ, ਬਹੁਤ ਸਾਰੀਆਂ ਇੱਛਾਵਾਂ ਸੀਗੀਆਂ। ਮੇਰੇ ਨਾਲ ਜਦੋਂ ਲਾਸਟ ਟਾਈਮ ਹਸਪੀਟਲ ਦੇ ਵਿੱਚ ਸੀਗੇ ਤਾਂ ਮੈਨੂੰ ਡਾਕਟਰ ਨੇ ਇੱਕੋ ਗੱਲ ਕਹੀ ਸੀਗੀ ਕਿ ਇਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਇਹਨਾਂ ਨੂੰ ਮੋਟੀਵੇਟ ਕਰੀ ਜਾਣਾ ਹੈ। ਅਗਰ ਇਹ ਇਨਸਾਨ ਆਪਣੇ ਆਪ ਨੂੰ, ਇਸ ਬੰਦੇ ਨੇ ਸਟਰੋਂਗ ਬਣਾ ਕੇ ਰੱਖਿਆ ਹੋਇਆ, ਤੇ ਉਹ ਸਿਰਫ ਤੁਹਾਡਾ ਕਰਕੇ ਰੱਖਿਆ ਹੈ। ਜੋ ਮਰਜ਼ੀ ਹੋ ਜਾਏ, ਜੋ ਮਰਜ਼ੀ ਇਹ ਕਹਿਣ, ਕੁਛ ਵੀ ਹੋ ਜਾਏ, ਐਲੈਕਸ ਰਾਜੇ ਤੁਸੀਂ ਇਹਦੇ ਸਾਹਮਣੇ ਇੱਕ ਵਾਰੀ ਵੀ ਥੋੜ੍ਹਾ ਜਿਹਾ ਵੀ, ਇੰਨਾ ਕੁ ਜਿਹਾ ਵੀ ਤੁਹਾਡੀ ਅੱਖਾਂ 'ਚ ਹੰਝੂ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਜਿੰਨਾ ਹੀ ਬੋਲਡ ਬਣਾ ਕੇ ਬੈਠੇ ਆਪਣੇ ਆਪ ਨੂੰ, ਇਹਨਾਂ ਨੇ ਟੁੱਟ ਜਾਣਾ। ਗੱਲਾਂ ਉਹਨਾਂ ਦੀਆਂ ਐਸੀਆਂ ਹੁੰਦੀਆਂ ਸੀਗੀਆਂ, ਉਹਨਾਂ ਨੇ ਮੇਰੇ ਨਾਲ ਗੱਲਾਂ ਐਸੀਆਂ ਕਰਨੀਆਂ, ਮੈਨੂੰ ਛੇੜੀ ਜਾਣਾ। ਮੈਨੂੰ ਕਹਿੰਦੇ ਹੁੰਦੇ ਸੀਗੇ, ਮੈਨੂੰ ਕਹਿਣਾ ਉਹਨਾਂ ਨੇ, ਖਾਨ ਸਾਹਿਬ, ਮੈਂ ਕਹਿਣਾ ਹਾਂਜੀ ਯਾਰ ਮੈਂ ਠੀਕ ਹੋ ਜਾਊਂਗਾ। ਤੁਸੀਂ ਠੀਕ ਹੀ ਆ, ਤੁਹਾਨੂੰ ਕੀ ਹੋਇਆ? ਮੈਂ ਕਿਹਾ ਜੀ ਥੋੜ੍ਹੀ ਜਿਹੀ ਤੁਹਾਨੂੰ ਫਿਜ਼ੀਕਲ ਕਮਜ਼ੋਰੀ ਆ, ਉਹ ਬਸ ਡਾਕਟਰ ਕਰ ਰਹੇ ਆਪਣਾ, ਜਦੋਂ ਇਹਨਾਂ ਦਾ ਪ੍ਰੋਪਰ ਹੋ ਗਿਆ ਪ੍ਰੋਸੈਸ ਪੂਰਾ, ਜਦੋਂ ਤੁਹਾਡੀ ਟਰੀਟਮੈਂਟ ਹੋਊਗੀ ਆਪਾਂ ਘਰ ਚਲੇ ਜਾਣਾ। ਮੇਰੇ ਨਾਲ ਗੱਲਾਂ ਕਰਨੀਆਂ ਉਹਨਾਂ ਨੇ। ਮੈਂ ਖਾਨ ਸਾਹਿਬ ਇੱਦਾਂ ਚਾਹੁੰਦਾ ਆ, ਆਪਾਂ ਨਾ ਘਰ ਜਾ ਕੇ ਆਪਾਂ ਇੱਦਾਂ ਕਰਾਂਗੇ, ਆਪਾਂ ਇੱਦਾਂ ਕਰਾਂਗੇ। ਉਹਨਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਂਕ ਸੀਗਾ। ਆਪਾਂ ਨਾ ਇੱਦਾਂ ਕਰਾਂਗੇ, ਆਪਾਂ ਪਿੰਡ ਵਾਲੇ ਘਰ ਜਾ ਕੇ ਉੱਥੇ ਜਗ੍ਹਾ 'ਤੇ ਆਪਾਂ ਇੱਦਾਂ ਕਰਾਂਗੇ, ਆਪਾਂ ਉੱਥੇ ਫਲਾਵਰ ਲਾਵਾਂਗੇ, ਆਪਾਂ ਇਹ ਕਰਾਂਗੇ। ਅਤੇ ਮੈਨੂੰ ਡਾਕਟਰ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਮੋਟੀਵੇਟ ਕਰਦੇ ਰਹਿਣਾ, ਮੈਂ ਛੇੜਦੇ ਰਹਿਣਾ ਉਹਨਾਂ ਨੂੰ। ਮੈਂ ਕਹਿਣਾ ਠੀਕ ਹੋ ਜਾਓ ਵੀ ਛੇਤੀ ਵੀ, ਅਜੇ ਦੋਤੇ ਪੋਤੇ ਵੀ ਆਉਣ ਵਾਲੇ ਆ, ਵੀ ਉਹ ਵੀ ਦੇਖਣਾ ਉਹਨਾਂ ਦਾ। ਮਤਲਬ ਇੱਦਾਂ ਦੀਆਂ ਗੱਲਾਂ ਕਰ ਕਰਕੇ ਮੈਂ ਜਿੰਨਾ ਕੋਸ਼ਿਸ਼ ਕਰਦਾ ਸੀ ਉਹਨਾਂ ਨੂੰ ਉਸ ਚੀਜ਼ 'ਚੋਂ ਕੱਢ ਲਵਾਂ, ਉਹ ਉਨਾ ਕੁ ਜ਼ਿਆਦਾ ਹੋਰ ਉਸ ਚੀਜ਼ ਦੇ ਅੰਦਰ ਜਾਈ ਜਾ ਰਹੇ ਸੀਗੇ, ਆਪਣੇ ਆਪ ਨੂੰ ਕੱਢ ਨਹੀਂ ਪਾ ਰਹੇ ਸੀਗੇ। ਈਵਨ ਕਿ ਮੈਂ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਆਪਣੇ ਨਾਲ ਖੋਲ੍ਹ ਲਿਆ ਸੀਗਾ ਕਿ ਜਿੱਦਾਂ ਅਸੀਂ ਪਰਦਾ ਹੀ ਖ਼ਤਮ ਕਰ ਦਿੱਤਾ ਸੀ ਪੇ ਪੁੱਤ ਵਾਲਾ। ਮੈਂ ਇੱਕ ਬੈਸਟ ਫਰੈਂਡ ਦੀ ਤਰ੍ਹਾਂ ਗੱਲ ਕਰਦਾ ਸੀ ਉਹਨਾਂ ਦੇ ਨਾਲ, ਛੇੜੀ ਜਾਣਾ, ਮਜ਼ਾਕ ਕਰੀ ਜਾਣਾ ਉਹਨਾਂ ਨੂੰ, ਫਿਰ ਉਹਨਾਂ ਨੂੰ ਕਹਿਣਾ ਕਿ ਤੁਸੀਂ ਠੀਕ ਹੋ ਜਾਓ ਡੈਡੀ, ਆਪਾਂ ਫਿਰ ਤੁਰ ਕੇ ਆਉਂਦੇ, ਘੁੰਮ ਫਿਰ ਕੇ ਆਉਂਦੇ ਹਾਂ। ਪਰ ਕੁਛ ਕੁ ਗੱਲਾਂ, ਕੁਛ ਆਪਣਿਆਂ ਦੀਆਂ ਗੱਲਾਂ ਸੀਗੀਆਂ ਜਿਨ੍ਹਾਂ ਤੋਂ ਇੰਨਾ ਕੁ ਜ਼ਿਆਦਾ ਡੀਮੋਟੀਵੇਟ ਹੋ ਗਏ ਸੀਗੇ, ਇੰਨਾ ਕੁ ਜ਼ਿਆਦਾ ਹਰਟ ਹੋ ਗਏ ਸੀਗੇ
ਕਿ ਆਪਣੇ ਆਪ ਨੂੰ ਉਹ ਪੈਰਾਂ ਤੇ ਦੁਬਾਰਾ ਲੈ ਕੇ ਆ ਹੀ ਨਹੀਂ ਪਾਏ। ਮੈਂ 24 ਘੰਟਿਆਂ ਦੇ ਅੰਦਰ 2-2 ਘੰਟੇ, ਅੱਧਾ ਘੰਟਾ, 2-2 ਘੰਟੇ, 3-3 ਘੰਟੇ ਸੌਂ ਕੇ ਉਹਨਾਂ ਦੇ ਨਾਲ ਸਾਰੀ ਰਾਤ ਜਾਗਦਾ ਸੀ। ਕਦੀ ਉਹਨਾਂ ਦੇ ਸਿਰ ਨੂੰ ਮਾਲਿਸ਼ ਕਰੀ ਜਾਣੀ, ਕਦੀ ਪੈਰਾਂ ਨੂੰ ਮਾਲਿਸ਼ ਕਰੀ ਜਾਣੀ, ਕਦੀ ਕੁਝ ਮਤਲਬ ਆਕਿਊਪਾਈਡ ਰੱਖਦਾ ਸੀ ਉਹਨਾਂ ਨੂੰ ਵੀ, ਮਤਲਬ ਕੋਈ ਨੈਗੇਟਿਵ ਥਾਟ ਨਾ ਆਏ ਮਾਈਂਡ 'ਚ। ਪਰ ਕਰਦੇ ਕੁਝ ਲੋਕ ਇੱਦਾਂ ਦੇ ਸੀ ਜਿਨ੍ਹਾਂ ਨੂੰ ਉਹ ਸੋਚਦੇ ਰਹਿੰਦੇ ਸੀ, ਸੋਚਦੇ ਉਹਨਾਂ ਦੀ ਤਸਵੀਰ ਆ ਜਾਂਦੀ ਸੀ ਮਾਈਂਡ 'ਚ। ਗੱਲ ਕਰਦੇ ਉਹਨਾਂ ਨੇ ਗੱਲ ਕਰੀ ਜਾਣੀ, ਗੱਲ ਕਰਦੇ ਭਾਵਕ ਹੋ ਜਾਣਾ, ਫਿਰ ਇੰਨੇ ਜ਼ਿਆਦਾ ਉਦਾਸ ਹੋ ਜਾਣਾ, ਫਿਰ 3-3 ਘੰਟੇ 4-4 ਘੰਟੇ ਗੱਲ ਹੀ ਨਹੀਂ ਕਰਨੀ, ਸਿੱਧਾ ਇੱਦਾਂ ਹੀ ਵਾਲ ਵੱਲ ਦੇਖੀ ਜਾਣਾ, ਸੋਚੀ ਜਾਣਾ ਕੁਝ ਬਹੁਤ ਜ਼ਿਆਦਾ। ਔਰ ਮੈਂ ਸਮਝਦਾ ਹਾਂ ਕਿ ਮੇਰੀ ਲਾਈਫ ਦਾ ਜਿਹੜਾ ਸਭ ਤੋਂ ਜ਼ਿਆਦਾ ਟਫ ਟਾਈਮ ਜਿਹੜਾ ਗੁਜ਼ਰਿਆ ਹੋਊਗਾ ਜਾਂ ਗੁਜ਼ਾਰਿਆ ਹੈ ਮੈਂ, ਉਹ ਟਾਈਮ ਸੀ, ਕਿਉਂਕਿ ਇੱਕ ਐਸੀ ਹਿਦਾਇਤ ਦਿੱਤੀ ਗਈ ਸੀ ਮੈਨੂੰ ਕਿ ਮੈਂ ਰੋ ਨਹੀਂ ਸਕਦਾ ਸੀ। ਫਿਰ ਉਹਨਾਂ ਨੂੰ ਜਿੰਨਾ ਮਰਜ਼ੀ ਉਹ ਉਦਾਸ ਹੋਣ, ਉਹਨਾਂ ਨੂੰ ਮੋਟੀਵੇਟ ਕਰਦੇ ਰਹਿਣਾ। ਫਿਰ ਇੱਕ ਵਾਰੀ ਦਾ ਵਾਕਿਆ ਹੈ ਕਿ ਹਸਪੀਟਲ ਦੇ ਵਿੱਚ ਸੀਗੇ, ਮੈਂ ਇੱਕ ਇਹ ਦੱਸਣ ਲੱਗਾ ਉਹਨਾਂ ਨੂੰ ਕਿ ਉਹ ਕਿੰਨੇ ਬੋਲਡ ਸੀਗੇ। ਮੈਨੂੰ ਡਾਕਟਰ ਨੇ ਕਿਹਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਬਲੱਡ ਚੜਵਾਉਣਾ ਪੈਣਾ ਆਪਾਂ ਨੂੰ, ਅਤੇ ਬੇਟਾ ਨੀਡ ਆਪਾਂ ਨੂੰ। ਅਤੇ ਮੈਂ ਕਿਹਾ ਜੀ ਮੈਂ 10 ਮਿੰਟ 'ਚ ਆਇਆ, ਜੇ ਡੈਡੀ ਪੁੱਛਣਗੇ ਤਾਂ ਤੁਸੀਂ ਉਹਨਾਂ ਨੂੰ ਇਹ ਕਹੋ ਵੀ ਉਹ ਥੱਲੇ ਗਏ, ਫਾਰਮੈਲਿਟੀ ਕਰਨ ਗਿਆ ਬੇਟਾ। ਮੈਂ ਫਟਾਫਟ ਗਿਆ, ਮੈਂ ਆਪਣਾ ਬਲੱਡ ਡੋਨੇਟ ਕਰਕੇ ਬਲੱਡ ਬੈਂਕ ਤੋਂ ਬਲੱਡ ਲੈ ਆਇਆ। ਮੈਂ ਤਾਂ ਕੁਦਰਤੀ ਮੈਂ ਫੁੱਲ ਸਲੀਵ ਸ਼ਰਟ ਸੀ, ਉਹ ਮੈਂ ਉੱਪਰ ਕਰ ਲਈ, ਤਾਂ ਉਹਨਾਂ ਨੇ ਇੱਥੇ ਦੇਖ ਲਿਆ ਲੱਗਿਆ ਹੋਇਆ ਵੀ ਇਹ ਬਲੱਡ ਦੇ ਕੇ ਆ। ਅਤੇ ਡਾਕਟਰ ਸਾਹਿਬ ਆਏ, ਉਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ, ਆ ਕੇ ਉਹਨਾਂ ਨੇ ਜੋ ਕਰਨਾ ਸੀਗਾ ਉਦੋਂ ਡਾਕਟਰ ਸਾਹਿਬ ਚਲੇ ਗਏ। ਜਦੋਂ ਅਸੀਂ ਇਕੱਲੇ ਹੋ ਗਏ ਰੂਮ 'ਚ, ਉਹ ਕਹਿੰਦੇ ਹਾਂਜੀ ਇੱਦਾਂ ਕੀਤਾ ਉਹਨਾਂ ਨੇ। ਮੈਂ ਲੱਗ ਗਿਆ, ਮੈਂ ਹਾਂਜੀ ਇਹ ਕੀ ਕੀਤਾ? ਮੈਂ ਕਿਹਾ ਜੀ ਕੀ ਕੀਤਾ? ਆ ਕਿੰਨੇ ਦਾ ਆਇਆ ਤੈਨੂੰ ਪਤਾ? ਮੈਂ ਕਿਹਾ ਜੀ ਕੀ ਆਇਆ? ਮੈਂ ਕਿਹਾ ਤੂੰ ਥੱਲਿਓਂ ਲੈ ਕੇ ਆਇਆ। ਮੈਂ ਡਾਕਟਰ ਨੇ ਕਿਹਾ ਵੀ ਜ਼ਰੂਰੀ ਆ। ਮੈਂ ਕਿਹਾ ਡੈਡੀ ਕੰਪਲਸਰੀ ਆਪਾਂ ਤਾਂ ਹੀ ਦੇ ਰਹੇ ਹਾਂ। ਯਾਰ ਮੈਨੂੰ ਕਹਿੰਦੇ ਸਭ ਪਤਾ ਆ ਤੇਰੀ ਬਾਂਹ 'ਤੇ ਕੀ ਹੋਇਆ? ਉਹ ਮੈਂ ਫਿਰ ਸ਼ਰਟ ਥੱਲੇ ਕੀਤੀ। ਮੈਂ ਕਿਹਾ ਜੀ ਨਹੀਂ ਕੁਛ ਨਹੀਂ। ਉਹ ਮੈਂ ਕਿਹਾ ਜੀ ਉਹ ਝਰੀਟ ਜੀ ਲੱਗ ਗਈ ਉਹ ਥੱਲੇ, ਫਿਰ ਮੈਂ ਡਿਟੋਲ ਵਗੈਰਾ ਲਗਵਾ ਕੇ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਹੁਣ ਪਿਓ ਤੇ ਪਿਓ ਆ। ਮੈਨੂੰ ਕਹਿੰਦੇ ਯਾਰ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ? ਕਹਿੰਦੇ ਮੈਂ ਸਾਰੀ ਜ਼ਿੰਦਗੀ ਫਕੀਰਾਂ ਦੇ ਚਰਨ ਦਬਾਏ ਆ, ਫਕੀਰਾਂ ਦੀ ਸੇਵਾ ਕੀਤੀ ਆ। ਉਹ ਯਾਰ ਮੈਂ ਚਲੇ ਜਾਣਾ, ਇੱਦਾਂ ਹੀ ਪੈਸੇ ਨਾ ਖਰਾਬ ਕਰੋ ਡਾਕਟਰਾਂ 'ਤੇ ਜ਼ਿਆਦਾ, ਕਿਸੇ ਗਰੀਬ ਨੂੰ ਰਜਾਓ ਜਾ ਕੇ, ਦੁਆਵਾਂ ਦੇਗਾ। ਅਤੇ ਮੈਂ ਇੰਨੀ ਕੁ ਗੱਲ ਸੁਣੀ, ਮੈਂ ਇਮੋਸ਼ਨਲ ਜਿਹਾ ਹੋ ਗਿਆ। ਮੈਂ ਕਿਹਾ ਜੀ ਮੈਂ 2 ਮਿੰਟ ਆਇਆ, ਮੈਂ ਬਾਥਰੂਮ 'ਚ ਚਲਾ ਗਿਆ। ਅਜੇ ਮੈਂ ਸਾਰਾ ਅੰਦਰ ਜੋ ਸੀਗਾ ਮੇਰੇ ਭਰਿਆ ਹੋਇਆ, ਮੈਂ ਆਪਣਾ ਗੁਬਾਰ ਕੱਢ ਕੇ ਬਾਹਰ ਆਇਆ। ਅਤੇ ਬਾਹਰ ਨਿਕਲਦੇ ਸਾਰੀ ਇੱਕ ਗੋਡ ਨੋਜ਼ ਪਤਾ ਨਹੀਂ ਕੀ ਹੋਇਆ, ਉਹਨਾਂ ਨੂੰ ਇੱਕ ਸਟ੍ਰੋਕ ਆ ਗਿਆ ਅਤੇ ਕਾਰਡੀਅਕ ਅਰੈਸਟ ਹੋ ਗਿਆ। ਹਾਰਟ ਅਟੈਕ ਆਉਣ ਨਾਲ ਉਹ ਨਿਕਲ 5 ਮਿੰਟ ਲਈ ਉਹ ਬੇਜਾਨ ਹੋ ਗਏ। ਅਸੀਂ ਫਟਾਫਟ ਗਏ ਡਾਕਟਰ ਕੋਲ, ਡਾਕਟਰ ਨੂੰ ਬੁਲਾਇਆ, ਔਰ ਡਾਕਟਰ ਨੂੰ ਬੁਲਾਉਣ ਤੋਂ ਬਾਅਦ ਜਦੋਂ ਡਾਕਟਰ ਆਏ ਉੱਪਰ, ਡਾਕਟਰ ਨੇ ਆਪਣਾ ਜੋ ਵੀ CPR ਵਗੈਰਾ ਦੇ ਕੇ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ। ਮੇਰੇ ਕੋਲੋਂ ਕੰਟਰੋਲ ਨਹੀਂ ਹੋਇਆ, ਮੈਂ ਰੋ ਪਿਆ ਸਾਹਮਣੇ। ਅਤੇ ਜਦੋਂ ਉਹਨਾਂ ਨੇ ਸਾਹ ਲਏ ਤਾਂ ਸਾਰੇ ਡਾਕਟਰ ਹੀ ਡਾਕਟਰ ਸੀਗੇ। ਮੈਂ ਪਿੱਛੇ ਖੜ੍ਹਾ ਸੀਗਾ, ਮੈਂ ਇੱਦਾਂ ਕਰਕੇ ਖੜ੍ਹਾ ਹੋ ਗਿਆ। ਮੈਂ ਚਿਹਰਾ ਲੁਕੋ ਰਿਹਾ ਸੀਗਾ ਆਪਣਾ ਵੀ ਕਿਤੇ ਮੇਰੇ ਹੰਝੂ ਨਾ ਦੇਖ ਲੈਣ, ਕਿਉਂਕਿ ਉਹਨਾਂ ਨੇ ਟੁੱਟ ਜਾਣਾ ਮੇਰੇ ਹੰਝੂ ਦੇਖੇ ਤਾਂ। ਜਦੋਂ ਮੇਰੇ ਵੱਲ ਧਿਆਨ ਪਿਆ ਉਹਨਾਂ ਦਾ, ਅਤੇ ਡਾਕਟਰ ਸਾਹਿਬ ਨੂੰ ਕਹਿੰਦੇ ਵੀ ਬੇਟੇ ਨੂੰ ਕੋਈ ਗੱਲ ਸੁਣੇ, ਕਿਉਂਕਿ ਐਨਰਜੀ ਲੈਵਲ ਡਾਊਨ ਸੀ ਤਾਂ ਬਹੁਤ ਹੌਲੀ ਬੋਲਦੇ ਸੀ। ਕਹਿੰਦੇ ਉਹਨੂੰ ਕੋਈ ਮੇਰੀ ਗੱਲ ਸੁਣੇ, ਅਤੇ ਉਹ ਕਹਿੰਦੇ ਵੀ ਤੁਹਾਨੂੰ ਬੁਲਾ ਰਹੇ ਆ। ਮੈਂ ਅੱਗੇ ਗਿਆ ਅਤੇ ਮੇਰੇ ਵੱਲ ਇੱਦਾਂ ਹੱਥ ਕੀਤਾ, ਮੈਂ ਹੱਥ ਫੜਿਆ ਉਹਨਾਂ ਦਾ ਇੱਦਾਂ ਕਰਕੇ। ਮੈਨੂੰ ਕਹਿੰਦੇ ਕੀ ਹੋਇਆ? ਮੈਂ ਕਿਹਾ ਜੀ ਕੁਛ ਨਹੀਂ, ਉਹ ਬਸ ਮੈਂ ਕਿਹਾ ਮੈਂ ਥੋੜ੍ਹਾ ਭਾਵੁਕ ਹੋ ਗਿਆ। ਮੈਨੂੰ ਕਹਿੰਦੇ ਉਹ ਸਾਬਰਕੋਟੀ ਦਾ ਪੁੱਤਾਂ ਤੂੰ, ਬੀ ਬੋਲਡ, ਸਟਰੋਂਗ ਬਣ ਕੇ ਰਹਿ, ਤੂੰ ਪਰਿਵਾਰ ਨੂੰ ਸਾਂਭਣਾ ਹਾਲੇ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਕਿਉਂਕਿ ਜਿਹੜਾ ਬੰਦਾ ਸਪਿਰਿਚੁਅਲੀ ਜੁੜਿਆ ਹੁੰਦਾ ਆ ਰੱਬ ਦੇ ਨਾਲ, ਉਹਨੂੰ ਪਤਾ ਲੱਗ ਜਾਂਦਾ। ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਤੂੰ ਪਰਿਵਾਰ ਨੂੰ ਸੰਭਾਲਣਾ ਆ, ਮੇਰੇ ਕੋਲ ਕੰਟਰੋਲ ਨਹੀਂ ਹੋਇਆ, ਮੈਂ ਇੰਨਾ ਰੋ ਪਿਆ ਸਾਹਮਣੇ ਉਹਨਾਂ ਦੇ। ਬਟ ਇਸ ਕੰਡੀਸ਼ਨ ਦੇ ਵਿੱਚ ਵੀ, ਹਾਲਾਂਕਿ ਮੈਂ ਰੋ ਰਿਹਾ ਸੀ ਉਹਨਾਂ ਦੇ ਸਾਹਮਣੇ, ਉਹਨਾਂ ਦੀਆਂ ਅੱਖਾਂ 'ਚ ਇੱਕ ਵੀ ਹੰਝੂ ਨਹੀਂ ਆਇਆ। ਗੱਲ ਕੀ ਹੈ? ਮੈਨੂੰ ਕਹਿੰਦੇ ਉਹ ਮਜ਼ਾਕ ਕਰੀ ਜਾਣ ਮੇਰੇ ਨਾਲ ਉਸ ਵੇਲੇ। ਮੈਨੂੰ ਕਹਿੰਦੇ ਗੱਲ ਕੀ ਹੈ, ਰੋਈ ਜਾਣਾ ਤੂੰ? ਮੈਂ ਕਿਹਾ ਜੀ ਪਹਿਲਾਂ ਤੁਸੀਂ ਇੱਦਾਂ ਦੇ ਝਟਕੇ ਦੇ ਦਿਆ ਕਰੋ, ਵੇਖਣੇ ਰੋਈ ਜਾਣਾ ਤੂੰ। ਫਿਰ ਗੱਲ ਕੀ ਹੈ? ਮੈਨੂੰ ਕਹਿੰਦੇ ਗੱਲ ਕੀ ਹੈ, ਟੈਨਸ਼ਨ ਨਹੀਂ ਲੈਣੀ ਪੁੱਤ, ਮੈਂ ਠੀਕ ਹਾਂ, ਕੁਛ ਨਹੀਂ ਹੋਇਆ ਮੈਨੂੰ, ਬਸ ਆਹ ਕਮਜ਼ੋਰੀ ਹੈ ਥੋੜ੍ਹੀ ਜਿਹੀ, ਮੈਂ ਠੀਕ ਹੋ ਜਾਣਾ। ਆਪਾਂ ਜਾਵਾਂਗੇ, ਆਪਾਂ
ਮੇਰੀ ਸਿਸਟਰ ਦਾ ਨਾਂ ਲਿਆ, ਕਹਿੰਦੇ ਵੀ ਆਪਾਂ ਪੁੱਤ ਦਾ ਵਿਆਹ ਕਰਨਾ ਕਾਕੀ ਦਾ। ਮੈਂ ਕਿਹਾ ਜੀ ਆਪਾਂ ਇਕੱਠੇ ਕਰਾਂਗੇ, ਕੋਈ ਨਹੀਂ ਤੁਸੀਂ ਠੀਕ ਹੋ ਜਾਓ। ਪਰ ਕੀ ਕਰ ਸਕਦੇ ਹਾਂ ਜੀ, ਲਫ਼ਜ਼ ਖਤਮ ਹੋ ਜਾਂਦੇ ਆ। ਬਿਲਕੁਲ। ਕਹਿੰਦੇ ਆ ਤੁਸੀਂ ਜਾਨ ਹੈ ਕਿਸੇ ਚੀਜ਼ ਦੇ ਵਿੱਚ ਤੇ ਤੁਸੀਂ ਹਰ ਹੀਲਾ ਵਸੀਲਾ ਕਰਕੇ ਨਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਜੇ ਉਹ ਚੱਲ ਹੀ ਜਾਵੇ ਤਾਂ ਫਿਰ ਰੱਬ ਦੇ ਹੱਥ ਹੀ ਸਭ ਕੁਝ ਹੁੰਦਾ ਹੈ, ਸਾਡਾ ਕਿਤੇ ਵੱਸ ਨਹੀਂ ਹੈ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਐਲੈਕਸ, ਔਰ ਬਹੁਤ ਕਿੱਸੇ ਜਾਣਨ ਨੂੰ ਜਿਹੜੇ ਹੈ ਮਿਲੇ, ਸੁਣਨ ਨੂੰ ਮਿਲੇ। ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਕਾਸ਼ ਸਾਬਰਕੋਟੀ ਸਾਹਿਬ ਸਾਡੇ ਨਾਲ ਇਸ ਵੇਲੇ ਇੱਥੇ ਹੁੰਦੇ ਤੇ ਉਹਨਾਂ ਨਾਲ ਵੀ ਮੌਕਾ ਮਿਲਦਾ ਗੱਲਬਾਤ ਕਰਨ ਦੇ ਲਈ, ਪਰ ਤੁਹਾਡੇ ਵਿੱਚ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਦੇਖਦੇ ਹਾਂ। ਤਾਂ ਅਸੀਂ ਇਹੀ ਕਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਗਾਇਕੀ ਦੇ ਨਾਲ ਉਹਨਾਂ ਦੇ ਨਾਮ ਨੂੰ, ਉਹਨਾਂ ਦੀ ਲੈਗੇਸੀ ਨੂੰ ਹਮੇਸ਼ਾ ਬਣਾ ਕੇ ਰੱਖੋ ਐਲੈਕਸ। ਔਰ ਜਾਂਦੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਤੁਹਾਡਾ ਗਾਣਾ ਅਸੀਂ ਜ਼ਰੂਰ ਸੁਣਨਾ, ਸੋ ਵਫਾਵਾਂ ਜਿਹੜਾ ਗੀਤ ਹੈ ਤੁਹਾਡਾ ਜ਼ਰੂਰ ਸੁਣਨਾ ਚਾਹਾਂਗੇ। ਜੀ ਇਹ ਵਫਾਵਾਂ ਜਿਹੜਾ ਗਾਣਾ ਅਸੀਂ ਕੀਤਾ ਸੀਗਾ, ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਆ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚੋਰੀ ਸੀ ਜੋ ਮੈਂ ਡੈਡੀ ਨਾਲ ਕੀਤੀ ਸੀ। ਅੱਛਾ। ਮੈਂ ਉਹਨਾਂ ਨੂੰ ਦੱਸਿਆ ਨਹੀਂ ਸੀ ਕਿ ਮੈਂ ਕੋਈ ਪ੍ਰੋਜੈਕਟ ਕਰ ਰਿਹਾ ਹਾਂ, ਔਰ ਪਰਮਾਤਮਾ ਨੇ ਮੇਰਾ ਬਹੁਤ ਸਾਥ ਦਿੱਤਾ ਇਸ ਮਾਮਲੇ 'ਚ। ਜਿਸ ਦਿਨ ਮੇਰਾ ਸ਼ੂਟ ਸੀਗਾ, ਉਸੇ ਦਿਨ ਡੈਡੀ ਦਾ ਸ਼ੂਟ ਸੀ। ਇਹਨਾਂ ਨੇ ਜਾਣਾ ਸੀਗਾ ਹਿਮਾਚਲ ਵੱਲ, ਮਨਾਲੀ ਵੱਲ, ਮੈਂ ਚੰਡੀਗੜ੍ਹ ਵੱਲ ਜਾਣਾ ਸੀ। ਅਸੀਂ ਚਾਹੁੰਦੇ ਨਹੀਂ ਸੀ, ਫੈਮਿਲੀ 'ਚ ਸਾਰਿਆਂ ਨੂੰ ਪਤਾ ਸੀ ਕਿ ਐਲੈਕਸ ਗਾਣਾ ਕਰ ਰਿਹਾ ਹੈ ਉਹ, ਬਟ ਡੈਡੀ ਨੂੰ ਨਹੀਂ ਦੱਸਣਾ ਸੀਗਾ, ਉਹਨਾਂ ਨੂੰ ਅਸੀਂ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀਗੇ। ਔਰ ਉਸੇ ਡੇਟ ਦੇ ਵਿੱਚ ਹੀ ਜਿਸ ਡੇਟ ਦੇ ਵਿੱਚ ਡੈਡੀ ਗਏ ਸ਼ੂਟ 'ਤੇ, ਪਿੱਛੇ ਮੈਂ ਨਿਕਲਿਆ। ਸਾਡਾ ਸ਼ੂਟ ਸੀਗਾ 3 ਕੁ ਦਿਨ ਦਾ ਸੀਗਾ ਸਾਡਾ ਸ਼ੂਟ, ਪਰ ਪਰਮਾਤਮਾ ਨੇ ਸਾਡਾ ਇੰਨਾ ਸਾਥ ਦਿੱਤਾ, ਮੈਂ 2 ਦਿਨਾਂ ਦੇ ਅੰਦਰ ਖ਼ਤਮ ਕਰਕੇ ਡੈਡੀ ਦੇ ਘਰ ਪਹੁੰਚਣ ਤੋਂ ਪਹਿਲਾਂ ਮੈਂ ਘਰ ਪਹੁੰਚ ਗਿਆ। ਅੱਛਾ। ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਗਾਣਾ ਹੋ ਗਿਆ, ਹੌਲੀ ਆਡੀਓ ਰੈਡੀ ਹੋਇਆ, ਈਚ ਐਂਡ ਐਵਰੀਥਿੰਗ, ਸਾਰੀ ਪ੍ਰੋਸੈਸਿੰਗ ਹੋਈ। ਹੁਣ ਡਰ ਲੱਗਣ ਇਹ ਲੱਗ ਗਿਆ ਕਿ ਯਾਰ ਮੈਂ ਦੱਸਾਂ ਕਿੱਦਾਂ, ਕਿ ਯਾਰ ਕਿਉਂਕਿ ਗੁੱਸੇ ਹੋਣਗੇ, ਉਹਨਾਂ ਨੇ ਕਹਿਣਾ ਕਿ ਯਾਰ ਜੇ ਇਹਦੇ ਵਿੱਚ ਕੋਈ ਕਮੀ ਰਹਿ ਗਈ, ਆਹ ਕਮੀ ਰਹਿ ਗਈ। ਜੇ ਉਹਨਾਂ ਨੇ ਕੋਈ ਕਮੀ ਕੱਢ ਦਿੱਤੀ, ਉਹ ਵੀ ਨਹੀਂ ਗੱਲ ਚੰਗੀ ਲੱਗਣੀ। ਫਿਰ ਮੈਂ ਭਾਜੀ ਨਾਲ ਗੱਲ ਕੀਤੀ, ਜਤਿੰਦਰ ਜੀਤੂ ਜੀ ਨਾਲ, ਉਹਨਾਂ ਨੇ ਮਿਊਜ਼ਿਕ ਕੀਤਾ ਸੀ, ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਜੀ ਕਿੱਦਾਂ ਕਰੀਏ? ਉਹ ਕਹਿੰਦੇ ਮੈਂ ਇੱਦਾਂ ਕਰਦਾ, ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਆ, ਕੋਈ ਨਹੀਂ 4 ਗਾਲਾਂ ਕੱਢਣਗੇ, ਕੋਈ ਗੱਲ ਨਹੀਂ 50-50 ਵੰਡ ਲਾਂਗੇ ਦੋਨੇ ਜਣੇ। ਮੈਂ ਕਿਹਾ ਠੀਕ ਹੈ ਜੀ। ਅੱਛਾ, ਮੈਂ ਸਟੂਡੀਓ ਗਿਆ ਅਤੇ ਭਾਜੀ ਨੇ ਪਹਿਲਾਂ ਦੱਸ ਦਿੱਤਾ ਵੀ ਥੋੜ੍ਹਾ ਜਿਹਾ ਚੱਕਦਾ ਤੁਹਾਡੇ ਤੋਂ ਜੀ, ਪਰ ਉਹਨੇ ਇੱਦਾਂ ਕਰਕੇ ਗਾਣਾ ਕੀਤਾ ਅਤੇ ਉਹ ਡਰ ਰਿਹਾ ਵੀ ਮੈਂ ਹੁਣ ਡੈਡੀ ਨਾਲ ਗੱਲ ਕਿੱਦਾਂ ਕਰਾਂ। ਉਹ ਕਹਿੰਦੇ ਕੋਈ ਗੱਲ ਨਹੀਂ, ਉਹਨੂੰ ਬੁਲਾ ਲਾ, ਫਿਰ ਕੀ ਆ, ਮੇਰਾ ਪੁੱਤ ਆ, ਡਰਨਾ ਵੀ ਚੰਗੀ ਗੱਲ ਆ, ਡਰ ਹੋਣਾ ਚਾਹੀਦਾ, ਕੋਈ ਗੱਲ ਨਹੀਂ, ਉਹਨੂੰ ਬੁਲਾ ਲਾ। ਮੈਂ ਗਿਆ, ਮੈਂ ਗਾਣਾ ਫਾਈਨਲ ਸਟੂਡੀਓ ਦੇ ਵਿੱਚ ਲਗਾਇਆ ਡੈਡੀ ਦੇ। ਡੈਡੀ ਬੈਠੇ ਨਾਲ, ਇੱਦਾਂ ਜੀਤੂ ਭਾਜੀ ਬੈਠੇ, ਤਾਂ ਮੈਂ ਚੁੱਪ ਕਰਕੇ ਜਾ ਕੇ ਸਾਈਡ 'ਤੇ ਥੱਲੇ ਬੈਠ ਗਿਆ ਵੀ ਪਤਾ ਨਹੀਂ ਹੁਣ ਬੱਦਲ ਕਿਹੜੇ ਵੇਲੇ ਫਟ ਜਾਣਾ। ਮੈਂ ਸਾਈਡ 'ਤੇ ਬਹਿ ਗਿਆ, ਉਹਨਾਂ ਨੇ ਗਾਣਾ ਦੇਖਿਆ, ਆਡੀਓ ਸੁਣਿਆ ਪਹਿਲਾਂ, ਫਿਰ ਉਹਨਾਂ ਨੇ ਵੀਡੀਓ ਦੇਖਿਆ, ਕਹਿੰਦੇ ਦੁਬਾਰਾ ਲਗਾਓ। ਜਦੋਂ ਉਹਨਾਂ ਨੇ ਦੁਬਾਰਾ ਕਿਹਾ, ਇੱਧਰ ਧੜਕਣ ਵਧੀ ਜਾਵੇ ਵੀ ਆਹ ਕੀ ਹੋ ਗਿਆ, ਫਿਰ ਦੁਬਾਰਾ ਲਗਾਓ। ਮੇਰੇ ਖਿਆਲ 3-4 ਵਾਰੀ ਗਾਣਾ ਸੁਣਿਆ ਉਹਨਾਂ ਨੇ। ਜਦੋਂ ਉਹਨਾਂ ਨੇ ਮੇਰੇ ਵੱਲ ਦੇਖਿਆ, ਮੈਂ ਵਾਈਬ੍ਰੇਸ਼ਨ ਮੋਡ 'ਤੇ ਲੱਗ ਗਿਆ ਪੂਰਾ, ਮੈਂ ਕੰਬਣ ਲੱਗ ਗਿਆ ਵੀ ਹੁਣ ਕੀ ਹੋ। ਮੈਂ ਪੂਰਾ ਬੁਰੀ ਤਰ੍ਹਾਂ ਨਾਲ ਮੇਰੇ ਹੱਥ ਇੱਦਾਂ ਕਰਨ ਲੱਗੇ ਵੀ ਪਤਾ ਨਹੀਂ ਹੁਣ ਕੀ ਕਹਿ ਦੇਣਾ ਡੈਡੀ ਨੇ। ਮੈਨੂੰ ਕਹਿੰਦੇ ਖੜਾ ਹੋ। ਮੈਂ ਖੜਾ ਹੋ ਗਿਆ ਅਤੇ ਝੂਠ ਬੋਲਿਆ ਸੀਗਾ, ਗੁਨਾਹਗਾਰ ਤਾਂ ਮੈਂ ਸੀ। ਮੈਂ ਨੀਵੀਂ ਪਾ ਕੇ ਅੱਗੇ ਚਲਾ ਗਿਆ ਸਿਰ ਥੱਲੇ ਕਰਕੇ, ਤਾਂ ਮੈਨੂੰ ਕਹਿੰਦੇ ਪਹਿਲੀ ਵਾਰੀ ਤਾਂ ਕਹਿੰਦੇ ਕੋਈ ਚੱਜ ਦਾ ਕੰਮ ਕੀਤਾ, ਸਿਰ ਨੀਵਾਂ ਪਾ ਕੇ ਖੜਾ, ਚੱਲ ਇੱਧਰ ਜੱਫੀ ਪਾ। ਮੈਨੂੰ ਇੰਨਾ ਕੁ ਜ਼ਿਆਦਾ ਉਸ ਵੇਲੇ ਖੁਸ਼ੀ ਹੋਈ, ਮੈਂ ਦੱਸ ਨਹੀਂ ਸਕਦਾ, ਮੇਰਾ ਸਾਰਾ ਡਰ ਨਿਕਲ ਗਿਆ। ਫਿਰ ਉਹਨਾਂ ਨੇ ਮੈਨੂੰ ਥੋੜ੍ਹੀਆਂ ਬਹੁਤੀਆਂ ਆਪਣੀਆਂ ਕਮੀਆਂ ਦੱਸੀਆਂ, ਬੇਟਾ ਇੱਥੇ ਤੈਨੂੰ ਆਹ ਕਰਨਾ ਚਾਹੀਦਾ ਸੀ, ਪਰ ਜੇ ਤੂੰ ਮੇਰੇ ਨਾਲ ਸ਼ੇਅਰ ਕਰ ਲੈਂਦਾ ਤਾਂ ਮੈਂ ਤੈਨੂੰ ਦੱਸ ਦਿੰਦਾ, ਪਰ ਇਹ ਬੁਰਾ ਨਹੀਂ ਹੈ, ਇਹ ਠੀਕ ਹੈ, ਪਰ ਅੱਗੇ ਤੋਂ ਇਹਨਾਂ ਗੱਲਾਂ ਦਾ ਬੇਟਾ ਤੂੰ ਖਿਆਲ ਰੱਖਣਾ। ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਪੁੱਤ ਗਾਂ ਵੱਧ ਕੇ ਮੇਰੇ ਨਾਲ ਕੰਮ ਕਰੇਗਾ। ਔਰ ਉਹ ਗਾਣਾ ਅੱਜ ਵੀ ਲੋਕ ਸੁਣਦੇ ਆ, ਉਹ ਮੈਂ ਥੋੜ੍ਹਾ ਜਿਹਾ ਸੁਣਾ ਦਿੰਦਾ ਜੀ। ਦੱਸ ਕਿਹੜੀਆਂ ਵਫਾਵਾਂ ਕਿਹੜੇ ਮੰਗਦਾ ਸਿਲੇ, ਦੱਸ ਕਿਹੜੀਆਂ ਵਫਾਵਾਂ ਕਿਹੜੇ ਮੰਗਦਾ ਸਿਲੇ,
ਅਸੀਂ ਜਦ ਵੀ ਰਹੇ ਤੂੰ, ਅਸੀਂ ਜਦ ਵੀ ਮਿਲੇ ਤੂੰ ਰਿਹਾ ਕਰਦਾ ਹਿਲੇ। ਜਦੋਂ ਡੁੱਲੇ ਸੀ ਤੇਰੇ ਤੇ ਤੂੰ ਤੇ ਘੁੱਟ ਵੀ ਨਾ ਪੀਤਾ। ਮੈਨੂੰ ਦੱਸ ਤੇ ਸਹੀ ਤੂੰ ਪਿਆਰ ਕਿਹੜੇ ਵੇਲੇ ਕੀਤਾ। ਮੈਨੂੰ ਦੱਸ ਤੇ ਸਹੀ ਤੂੰ ਪਿਆਰ ਕਿਹੜੇ ਵੇਲੇ ਕੀਤਾ। ਥੈਂਕ ਯੂ ਸੋ ਮਚ ਐਲੈਕਸ। ਔਰ ਤੁਸੀਂ ਵੀ ਆਪਣੇ ਫਾਦਰ ਸਾਹਿਬ ਦੇ ਜਨਰ ਵਿੱਚ ਹਮੇਸ਼ਾ ਟਰਾਈ ਕਰਦੇ ਹੋ ਕਿ ਉਸੇ ਜਨਰ ਵਿੱਚ ਤੁਸੀਂ ਗਾਓ, ਤੇ ਅਸੀਂ ਇਹੀ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਜਿਹੜਾ ਉਹਨਾਂ ਦਾ ਜਨਰ ਸੀਗਾ ਤੁਸੀਂ ਉਹਦੇ ਵਿੱਚ ਹੋਰ ਗੀਤ ਲੈ ਕੇ ਆਓ, ਤਾਂ ਕਿ ਸਾਡੀ ਆਡੀਅנס ਵੀ ਜਿਹੜੀ ਹੈ ਹਮੇਸ਼ਾ ਉਸ ਟੱਚ ਦੇ ਗੀਤਾਂ ਨਾਲ ਜਿਹੜੀ ਜੁੜੀ ਰਹੇ। ਕੋਸ਼ਿਸ਼ ਕਰ ਸਕਦਾ ਮੈਂ, ਕਿਉਂਕਿ ਜੋ ਉਹਨਾਂ ਨੇ ਗਾ ਦਿੱਤਾ ਉਹ ਮੇਰੇ ਖਿਆਲ ਨਾਲ ਮੈਂ ਕੀ ਉਹ ਕੋਈ ਵੀ ਨਹੀਂ ਗਾ ਸਕਦਾ। ਕੋਸ਼ਿਸ਼ ਸਾਡੀ ਜਾਰੀ ਹੈ, ਕਰ ਰਹੇ ਹਾਂ ਹੌਲੀ ਹੌਲੀ। ਕੁਝ ਅੱਜ ਦੇ ਸਟਾਈਲ ਦੇ ਪ੍ਰੋਜੈਕਟਸ ਵੀ ਕੀਤੇ ਹੋਏ ਨੇ ਜੀ, ਬਟ ਥੋੜਾ ਜਿਹਾ ਰਾਈਟ ਟਾਈਮ ਦੇਖ ਰਹੇ ਹਾਂ ਕਿ ਉਹਨਾਂ ਨੂੰ ਕਿਸ ਵੇ ਦੇ ਨਾਲ ਆਪਾਂ ਕਰਕੇ ਉਹਨੂੰ ਰਿਲੀਜ਼ ਕਰੀਏ। ਕਿਉਂਕਿ ਕੀ ਹੁੰਦਾ ਹੈ, ਇਹ ਬਹੁਤ ਘੱਟ ਇਸ ਟਾਈਮ ਤੱਕ, ਖਾਸ ਕਰਕੇ ਬਹੁਤ ਘੱਟ ਆਰਟਿਸਟ ਇੱਦਾਂ ਦੇ ਰਹਿ ਗਏ ਨੇ ਜਿਨ੍ਹਾਂ ਦੀ ਇਹ USP ਹੈ ਕਿ ਚੰਗੇ ਗਾਣੇ ਵਜਾਣੇ ਨੂੰ ਜਾਂ ਚੰਗੀ ਸ਼ਬਦਾਵਲੀ ਨੂੰ ਉਹ ਪ੍ਰਮੋਟ ਕਰਦੇ ਨੇ ਜੀ। ਔਰ ਮੇਰੀ ਕੋਸ਼ਿਸ਼ ਖਾਸ ਕਰਕੇ ਇਹ ਰਹਿੰਦੀ ਹੈ, ਕਿਉਂਕਿ ਮੇਰੇ ਆਈਡਲ ਸ਼ੁਰੂ ਤੋਂ ਇਹੋ ਜਿਹੇ ਆਰਟਿਸਟ ਰਹੇ ਨੇ ਜੀ, ਜਿਨ੍ਹਾਂ ਦੀ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜਿਨ੍ਹਾਂ ਵਿੱਚੋਂ ਡੈਡੀ ਸਰਦੂਲ ਸਿਕੰਦਰ ਸਾਹਿਬ, ਫਿਰੋਜ਼ ਖਾਨ ਜੀ, ਇਹ ਕੁਝ ਕੁ ਟੋਨਾਂ, ਇਹ ਕੁਝ ਕੁ ਗਲੇ ਐਸੇ ਆ ਜਿਨ੍ਹਾਂ ਨੂੰ ਤੁਸੀਂ ਹਜ਼ਾਰਾਂ ਆਵਾਜ਼ਾਂ ਦੇ ਵਿੱਚ ਵੀ ਖੜੇ ਕਰ ਦੋਗੇ, ਇਹ ਅਲੱਗ ਤੋਂ ਹੀ ਸੁਣਾਈ ਦੇਗੀ। ਬਿਲਕੁਲ। ਔਰ ਇਹਨਾਂ ਦਾ ਇੱਕ ਮਿਸ਼ਨ ਹੈ ਕਿ ਚੰਗੇ ਗਾਣੇ ਵਜਾਣੇ ਨੂੰ ਹਮੇਸ਼ਾ ਪ੍ਰਮੋਟ ਕਰਨਾ, ਚਾਹੇ ਘਿਓ ਦਾ ਘੜਾ ਹੀ ਰੁੜ ਜਾਵੇ। ਤਾਂ ਸਾਡੀ ਕੋਸ਼ਿਸ਼ ਵੀ ਇਹੀ ਹੈ। ਉਹਨਾਂ ਦੇ ਪੈਂਡਿਆਂ ਤੇ ਤੁਰਨਾ ਸਮੇਂ ਦੇ ਹਿਸਾਬ ਨਾਲ ਥੋੜਾ ਮੁਸ਼ਕਿਲ ਜ਼ਰੂਰ ਹੈ, ਪਰ ਨਾਮੁਮਕਿਨ ਨਹੀਂ ਹੈ ਜੀ। ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਇਸ ਚੀਜ਼ ਨੂੰ ਬਰਕਰਾਰ ਰੱਖ ਸਕੀਏ। ਬਾਕੀ ਸਰੋਤਿਆਂ ਦੀਆਂ ਦੁਆਵਾਂ ਨੇ, ਤੁਹਾਡਾ ਸਾਰਿਆਂ ਦਾ ਤੁਹਾਡੇ ਸਾਡਿਆਂ ਦੇ ਗੁੱਡ ਵਿਸ਼ੇਸ ਨਾਲ ਨੇ, ਬਲੈਸਿੰਗਸ ਨੇ। ਬਾਕੀ ਮਾਲਕ ਅੱਗੇ ਹੀ ਦੁਆ ਹੈ ਕਿ ਮੈਨੂੰ ਹੋਰ ਹਿੰਮਤ ਦੇਵੇ, ਤਾਕਤ ਦੇਵੇ ਕਿ ਮੈਂ ਨਾ ਡੋਲਾਂ, ਕਿਉਂਕਿ ਇਹ ਸਫ਼ਰ ਬਹੁਤ ਲੰਬਾ ਹੈ। ਗਾਣਾ ਵਜਾਣਾ ਤੇ ਇੱਕ ਸਮੁੰਦਰ ਨਾਲੋਂ ਘੱਟ ਨਹੀਂ ਹੈ। ਔਰ ਮੇਰਾ ਖਿਆਲ ਅਸੀਂ ਤਾਂ ਹਲੇ ਇੱਕ ਗਲਾਸ ਵੀ ਨਹੀਂ ਭਰਿਆ, ਤੇ ਸਮਾਂ ਲੱਗੇਗਾ। ਬਾਕੀ ਸਰੋਤਿਆਂ ਦੇ ਹੱਥ ਵਸ ਹੈ ਕਦੋਂ ਤਾਜ ਦੇਣਗੇ ਸਾਨੂੰ। ਜੀ ਐਲੈਕਸ, ਤੁਸੀਂ ਡਟੇ ਰਹੋ, ਅਸੀਂ ਤਾਂ ਇਹੀ ਕਵਾਂਗੇ। ਔਰ ਜੋ ਫਾਦਰ ਸਾਹਿਬ ਦੇ ਤੁਹਾਡੇ ਸੁਪਨੇ ਸੀਗੇ, ਤੁਹਾਡੇ ਮਦਰ ਦੇ ਜੋ ਸੁਪਨੇ ਆ, ਤੁਹਾਡੇ ਭੈਣ ਭਰਾਵਾਂ ਦੇ ਜੋ ਤੁਹਾਡੇ ਤੋਂ ਸੁਪਨੇ ਉਹ ਪੂਰੇ ਜ਼ਰੂਰ ਹੋਣ, ਤੇ ਅਸੀਂ ਤੁਹਾਨੂੰ ਗੁੱਡ ਵਿਸ਼ੇਸ ਦਿੰਦੇ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਸ ਸਾਡੇ ਨਾਲ ਐਲੈਕਸ ਕੋਟੀ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਸੀਂ ਐਲੈਕਸ ਦੇ ਨਾਲ, ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਦੇ ਫਾਦਰ ਸਾਹਿਬ ਦਾ ਰੋਲ ਸੀਗਾ, ਸਾਬਰ ਕੋਟੀ ਸਾਹਿਬ ਜੀ ਦਾ ਜੋ ਰੋਲ ਸੀਗਾ, ਉਸ ਬਾਰੇ ਗੱਲਾਂ ਬਾਤਾਂ ਕੀਤੀਆਂ। ਬਹੁਤ ਸਾਰੇ ਕਿੱਸੇ ਅੱਜ ਜਾਣੇ, ਬਹੁਤ ਸਾਰੀਆਂ ਅਣਸੁਣੀਆਂ ਗੱਲਾਂ ਜਿਹੜੀਆਂ ਹੈ ਅੱਜ ਅਸੀਂ ਸੁਣੀਆਂ। ਸੋ ਉਮੀਦ ਕਰਦੇ ਹਾਂ ਇੰਟਰਵਿਊ ਤੁਹਾਨੂੰ ਵਧੀਆ ਲੱਗੇ ਹੋਵੇਗਾ, ਔਰ ਅਗਲੀ ਵਾਰ ਮਿਲਦੇ ਹਾਂ। ਫਿਲਹਾਲ ਉਦੋਂ ਤੱਕ ਲਈ ਮੈਨੂੰ ਯਾਨੀ ਕਿ ਨੇਹਾ ਮਨਹਾਸ ਤੋਂ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।